प्रकाश ग्रंथ अध्याय 45 45। दोहरा। श्री गुरु पग सुरतर सरस सर्वदा मंगल खान। दारद बिघन ना व्यापई बसह हृदय गत दान। वाहिगुरु जी का खालसा वाहिगुरु जी की फतेह। श्री गुरु पग सुरतर सरस सर्वदा मंगल खान। सो कवि संतोख सिंह जी 45वें अध्याय ਨੂੰ ਸ਼ੁਰੂ ਕਰਨ ਵਿੱਚ ਇੱਕ ਮੰਗਲ ਕਰਦੇ ਹਨ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨ ਇੱਕ ਕਵਲ ਜਿਹੜਾ ਹਨ ਉਹ ਬ੍ਰਿਛ ਹੈ ਜਿਹਨੂੰ ਕਲਪ ਬ੍ਰਿਛ ਕਹਿੰਦੇ ਹਾਂ, ਜੋ ਸਵਰਗਾਂ ਵਿੱਚ ਮੰਨਿਆ ਹੋਇਆ ਹੈ। ਜਿੱਥੇ ਕਲਪ ਬ੍ਰਿਛ ਹੈ ਉੱਥੇ ਕਾਮਧੇਨ ਗਊ ਵੀ ਮੰਨੀ ਹੈ, ਜਾਂ ਜਿਹੜਾ ਹੈ ਚਿੰਤਾਮਣੀ, ਇਹ ਤਿੰਨ ਚੀਜ਼ਾਂ ਮੰਨੀਆਂ ਹੋਈਆਂ ਹਨ। ਕਹਿੰਦੇ ਕਲਪ ਬ੍ਰਿਛ ਇਹ ਹੈ ਕਿ ਉਹਦੇ ਹੇਠ ਜੋ ਵੀ ਕੋਈ ਇੱਛਾ ਕਰਦਾ ਹੈ, ਕੋਈ ਜਿਹੜਾ ਕਲਪਨਾ ਕਰਦਾ, ਉਹਦੀ ਕਲਪਨਾ ਪੂਰੀ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਉਹ ਕਲਪ ਬ੍ਰਿਛ ਦੀ ਨਿਆਈ ਹਨ, ਜਿਨ੍ਹਾਂ ਦੇ ਸਾਰੀਆਂ ਹੀ ਇੱਛਾ ਨੂੰ ਪੂਰੀਆਂ ਕਰਨ ਵਾਲੇ ਹਨ ਗੁਰੂ ਸਾਹਿਬ ਜੀ, ਜਿਹਦਾ ਨਾਂ ਲੈਂਦਿਆਂ ਹੀ ਇੱਛਾ ਪੂਰੀਆਂ ਹੁੰਦੀਆਂ ਹਨ। ਤੇ ਐਸਾ ਹੈ ਕਹਿੰਦੇ ਸ਼ਬਦ ਮੰਗਲ ਖਾਨ, ਤੇ ਉਹਨਾਂ ਦਾ ਜੋ ਸ਼ਬਦ ਹੈ, ਉਹਨਾਂ ਦਾ ਜੋ ਉਚਾਰੀ ਹੋਈ ਗੁਰਬਾਣੀ ਹੈ, ਉਹ ਸਾਰੇ ਹੀ ਖੁਸ਼ੀਆਂ ਦੀ ਖਾਨ, ਖੁਸ਼ੀਆਂ ਦੀ ਟ੍ਰੈਸ਼ਰ ਹੈ। दारद बिघन ना व्यापई बसह हृदय गत दान। ਕਹਿਣਗੇ ਜੋ ਵੀ ਉਹਨਾਂ ਦਾ ਨਾਂ ਲੈਂਦੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਇਸ ਦੁਨੀਆ ਵਿੱਚ ਉਹਨਾਂ ਨੂੰ ਕੋਈ ਵਿਘਨ ਨਹੀਂ ਲੱਗਦਾ, ਉਹਨਾਂ ਦੇ ਕੰਮ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਤੇ ਦੂਜਾ ਉਹਨਾਂ ਨੂੰ ਇਹ ਗੁਣ ਪ੍ਰਾਪਤ ਹੁੰਦਾ ਹੈ ਕਿ ਉਹਨਾਂ ਨੂੰ ਕੰਗਾਲਤਾ ਹੀ ਨਹੀਂ ਆਉਂਦੀ, ਕਿਤੇ ਵੀ ਉਹਨਾਂ ਨੂੰ ਜਿਹੜਾ ਹੈ ਗਰੀਬੀ ਨਹੀਂ ਆਉਂਦੀ, ਭਾਵੇਂ ਉਹ ਗਰੀਬੀ ਗਿਆਨ ਦੀ ਹੈ ਚਾਹੇ ਉਹ ਮਾਇਆ ਦੀ ਹੈ। ਕਹਿਣਗੇ ਉਹਨੂੰ ਕਿਤੇ ਵੀ ਐਸੀ ਗਰੀਬੀ ਕੰਗਾਲਤਾ ਹੀ ਨਹੀਂ ਆਵੇਗੀ, ਤੇ ਉਹਨੂੰ ਦਰਦਪਣਾ ਉਹਦਾ ਦੂਰ ਹੋ ਜਾਏਗਾ। ਜਿੰਨੇ ਵਿਘਨ ਹਨ ਉਹ ਵੀ ਮੁੱਕ ਜਾਣਗੇ। ਬਸੈ ਹਿਰਦੇ ਗਤਦਾਨ, ਜਿਨ੍ਹਾਂ ਦੇ ਹਿਰਦਿਆਂ ਵਿੱਚ ਐਸਾ ਮੁਕਤੀ ਦਾ ਪਾਤਸ਼ਾਹ, ਮੁਕਤੀ ਨੂੰ ਦੇਣ ਵਾਲਾ ਗੁਰੂ ਨਾਨਕ ਸਾਹਿਬ ਜੀ ਵਸ ਜਾਂਦੇ ਹਨ। श्री बाला सुंदर बात चौपई जब है बहुत भूपत अनुरागा। ਕਹਿਣ ਲੱਗੇ ਹੁਣ ਆਪ ਜੀ ਨੂੰ ਯਾਦ ਹੈ ਪਿਛਲੇ ਪ੍ਰਸੰਗ ਦੇ ਵਿੱਚ ਰਾਜਾ ਸ਼ਿਵਨਾਭ, ਜੋ ਸੰਗਲਾਦੀਪ ਦਾ ਰਾਜਾ ਹੈ, ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕਰ ਰਿਹਾ ਹੈ ਕਿ ਮਹਾਰਾਜ ਜੀ ਸੰਗਲਾਦੀਪ ਕਿਦੋਂ ਆਉਣਗੇ, ਕਿਦੋਂ ਦਰਸ਼ਨ ਦੇਣਗੇ। ਸੋ ਇਹ ਕਥਾ ਉੱਥੋਂ ਸ਼ੁਰੂ ਹੁੰਦੀ ਹੈ। ਭਾਈ ਬਾਲਾ ਜੀ ਜੋ ਸੰਧੂ ਜਾਤੀ ਵਿੱਚੋਂ ਹਨ, ਜਾਂ ਉਹਨਾਂ ਦਾ ਗੋਤ ਹੈ, ਉਹ ਕਹਿੰਦੇ ਹਨ ਜਬ ਹੈ ਬਹੁਤ ਭੂਪਤ ਅਨੁਰਾਗਾ, ਜਦੋਂ ਇਹ ਰਾਜਾ ਸ਼ਿਵਨਾਭ ਬਹੁਤਾ ਬੈਰਾਗ ਵਿੱਚ ਆਇਆ, रंग्यो प्रेम रंग बड़ भागा। ਉਹਨੂੰ ਉਹ ਵੱਡੇ ਭਾਗਾਂ ਵਾਲੇ ਰਾਜਾ ਸ਼ਿਵਨਾਮ ਨੂੰ ਰੰਗ ਲੱਗ ਗਿਆ ਪ੍ਰੇਮ ਦਾ, ਉਹਨੂੰ ਪ੍ਰੇਮ ਦਾ ਰੰਗ ਲੱਗ ਗਿਆ। ਉਹ ਪ੍ਰੇਮ ਦੇ ਵਿੱਚ ਬਹਿਬਲ ਹੋ ਉੱਠਿਆ। ਉਹ ਪ੍ਰੇਮ ਦੇ ਵਿੱਚ ਜਿਹੜਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਯਾਦ ਕਰਦਿਆਂ ਹੋਇਆਂ ਉਹ ਪ੍ਰੇਮ ਦੇ ਜਿਹੜੇ ਹਨ ਇੱਕ ਨਦੀ ਵਿੱਚ ਹੀ ਰੁੜ ਗਿਆ। सुनियो श्रोन जो हुते फकीरा। ਸੁਣਿਓ ਸ਼ਰੋਣ ਹੁਣ ਰਾਜਾ ਸ਼ਿਵਨਾਭ ਦਾ ਜੋ ਇਹ ਤੜਪ ਹੈ ਗੁਰੂ ਨਾਨਕ ਸਾਹਿਬ ਨੂੰ ਮਿਲਣ ਦੀ, ਇਹ ਤੜਪ ਨੂੰ ਸੁਣ ਕਰਕੇ ਬੜੇ ਲੋਕ ਜਿਹੜੇ ਸੰਤ ਸਾਧੂ ਸਨ, ਜਾਂ ਜਿਹੜੇ ਭੇਖੀ ਸਨ, ਜੋ ਆਪਣੇ ਆਪ ਨੂੰ ਸੰਤ ਖਵਾ ਕੇ ਲੋਕਾਂ ਨੂੰ ਠੱਗਦੇ ਸਨ, ਕਹਿੰਦੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਰਾਜਾ ਸ਼ਿਵਨਾਭ ਗੁਰੂ ਨਾਨਕ ਸਾਹਿਬ ਦੀ ਉਡੀਕ ਕਰ ਰਿਹਾ ਹੈ, ਤੇ ਉਹਨਾਂ ਨੂੰ ਇਹ ਵੀ ਪਤਾ ਕਿ ਰਾਜਾ ਸ਼ਿਵਨਾਭ ਕਿਤੇ ਵੀ ਗੁਰੂ ਨਾਨਕ ਸਾਹਿਬ ਨੂੰ ਨਹੀਂ ਮਿਲਿਆ। ਸੋ ਰਾਜਾ ਸ਼ਿਵਨਾਭ ਨੂੰ ਇਹ ਵੀ ਨਹੀਂ ਪਤਾ ਗੁਰੂ ਨਾਨਕ ਜੀ ਦੇਖਣ ਨੂੰ ਕੈਸੇ ਲੱਗਦੇ ਹਨ। केतक टिक पहुंचे इंद्र धीरा। ਕਹਿਣਗੇ ਕੁਝ ਕੁ ਐਸੇ ਪਖੰਡੀ ਜਿਹੜੇ ਸਾਧ ਸਨ ਉਹ ਪਹੁੰਚ ਗਏ ਰਾਜਾ ਸ਼ਿਵਨਾਭ ਕੋਲ। नाम अपनो नानक धर के। ਆਪਣਾ ਨਾਂ ਉਹ ਨਾਨਕ ਦੱਸਣ ਲੱਗੇ। ਹਰ ਇੱਕ ਫਕੀਰ ਜਿਹੜਾ ਆਉਂਦਾ ਕਹਿੰਦਾ ਮੈਂ ਨਾਨਕ ਹਾਂ, ਦੂਜਾ ਸਾਧੂ ਆਇਆ ਕਹਿੰਦਾ ਮੈਂ ਨਾਨਕ ਹਾਂ। ਸੋ ਸਾਰੇ ਹੀ ਨਾਨਕ ਬਣ ਗਏ ਜੀ। उनके नरन सुनाए उचर के। ਕਹਿਣ ਲੱਗੇ ਇਹਨਾਂ ਨੇ ਹੁਣ ਸਿੱਧੇ ਤਾਂ ਰਾਜੇ ਕੋਲ ਨਹੀਂ ਜਾ ਸਕਦੇ ਸਨ। ਇਹ ਕੀ ਕਰਦੇ ਸਨ, ਨਗਰ ਦੇ ਵਿੱਚ ਸਿੰਗਲਾਦੀਪ ਦੇ ਵਿੱਚ ਇਹਨਾਂ ਨੇ ਗੱਲ ਉਡਾ ਦੇਣੀ ਵੀ ਮੈਂ ਨਾਨਕ ਹਾਂ ਜੀ, ਮੈਂ ਨਾਨਕ ਹਾਂ। ਲੋਕੀ ਫਿਰ ਇੱਕ ਦੂਜੇ ਨੂੰ ਦੱਸਦੇ ਦੱਸਦੇ ਰਾਜੇ ਨੂੰ ਪਤਾ ਲੱਗ ਜਾਂਦਾ ਸੀਗਾ ਵੀ ਨਾਨਕ ਆ ਗਿਆ, ਵੀ ਮੇਰਾ ਗੁਰੂ ਆ ਗਿਆ। ਤਾਂ ਫਿਰ ਉਹ ਫਿਰ ਮਹਿਲਾਂ ਤੱਕ ਪਹੁੰਚ ਜਾਂਦਾ ਸੀ। जब निज श्रोन सुने अवनीपा। ਕਹਿ ਲਗੇ ਜਿਹੜਾ ਹੈ ਇਸ ਤਰ੍ਹਾਂ ਕਰਕੇ ਜਿਹੜਾ ਹੈ ਜਦੋਂ ਇਹ ਰਾਜਾ ਸ਼ਿਵਨਾਭ ਦੇ ਕੰਨਾਂ ਵਿੱਚ ਆਵਾਜ਼ ਪਈ ਗੁਰੂ ਨਾਨਕ ਆਇਆ,
ਤੇ ਉਹਨੂੰ ਚਾਅ ਚੜ ਜਾਂਦਾ ਸੀ। चल कर आवे तिन्ह ਤੇ समीपा। ਰਾਜਾ ਸ਼ਿਵ ਨਾ ਆਪ ਚੱਲ ਕੇ ਆਉਂਦਾ ਸੀ ਉਹਨਾਂ ਸਾਧੂਆਂ ਫਕੀਰਾਂ ਕੋਲ ਜਿਹੜੇ ਪਖੰਡੀ ਸਨ, ਉਹਨਾਂ ਨੂੰ ਮਿਲਣ ਵਾਸਤੇ ਆਪ ਆਇਆ ਕਰਦਾ ਸੀਗਾ। ऐसे संशय को जब पूछे। ਪਰ ਜਦੋਂ ਰਾਜਾ ਸ਼ਿਵ ਨਾਮ ਉਹਨਾਂ ਨੂੰ ਕੋਈ ਆਪਣਾ ਸੰਸਾ, ਆਪਣਾ ਕੋਈ ਜਿਹੜਾ ਹੈ ਕੋਈ ਸਵਾਲ ਜਾਂ ਆਪਣਾ ਕੋਈ ਸੰਕਲਪ ਜਾਂ ਆਪਣਾ ਕੋਈ ਡਾਊਟ ਉਹਨਾਂ ਨੂੰ ਦੱਸਦਾ ਸੀ ਨਾ ਵੀ ਮੇਰਾ ਇਹ ਡਾਊਟ ਕਲੀਅਰ ਕਰੋ, ਤਾਂ ਫਿਰ कछ न बतावे ज्ञान न छूचे। ਉਹ ਗਿਆਨ ਤੋਂ ਖਾਲੀ ਸਨ ਵਿਚਾਰੇ, ਉਹ ਕੁਝ ਨਹੀਂ ਦੱਸ ਸਕਦੇ ਸਨ। ਰਾਜਾ ਸ਼ਿਵ ਨਾਲ ਸਵਾਲ ਪੁੱਛੇ, ਉਹ ਮੂੰਹ ਕਰ ਦਿਖੀ ਜਾਣ, ਹੋਰ ਤਰ੍ਹਾਂ ਦਾ ਜਵਾਬ ਦੇ ਦਿਆ ਕਰਨ। ਹਾਂਜੀ, ਕਈ ਵਾਰੀ ਐਸਾ ਹੁੰਦਾ ਹੈ ਨਾ। ਪਰ ਰਾਜਾ ਸ਼ਿਵ ਨਾਮ ਤਾਂ ਗਿਆਨੀ ਬੰਦਾ ਸੀਗਾ, ਉਹਨੂੰ ਪਤਾ ਸੀਗਾ ਜਦੋਂ ਉਹ ਸਵਾਲ ਕਰਦਾ ਸੀ, ਜਦੋਂ ਉਹ ਜਵਾਬ ਦਿੰਦੇ ਸਨ, ਇਹਨੂੰ ਐਗਜ਼ੈਕਟਲੀ ਪਤਾ ਸੀਗਾ ਵੀ ਇਹ ਸਾਧੂ ਕੁਝ ਜਾਣਦਾ ਹੈ ਜਾਂ ਨਹੀਂ ਜਾਣਦਾ। ਸੋ ਇਉਂ ਉਹ ਪਰਖ ਕਰ ਲੈਂਦਾ ਸੀ, ਉਹਨੂੰ ਪਤਾ ਲੱਗ ਜਾਂਦਾ ਸੀ ਵੀ ਇਹ ਗੁਰੂ ਨਾਨਕ ਨਹੀਂ ਹੋ ਸਕਦਾ। आसवित देख सोच कर राजा। ਸੋ ਇਉਂ ਕਰਕੇ ਜਿਹੜਾ ਰਾਜਾ ਸੀ ਨਾ, ਉਹਨੂੰ ਪਤਾ ਲੱਗਿਆ ਵੀ ਇਹ ਤਾਂ ਬਹੁਤ ਸਾਰੇ ਫਕੀਰ ਸਾਧੂ ਝੂਠੇ ਨਾਨਕ ਬਣ ਕੇ ਆ ਰਹੇ ਨੇ, ਤੇ ਇਹ ਜਿਹੜੇ ਜਦੋਂ ਬਣ ਕੇ ਆਉਂਦੇ ਨੇ, ਰਾਜਾ ਸ਼ਿਵ ਨਾਮ ਕਈਆਂ ਨੂੰ ਮਿਲ ਕੇ ਨਾ ਬਾਅਦ ਵਿੱਚ ਦਾ ਮਨ ਫਿੱਕਾ ਪੈ ਗਿਆ। ਕਹਿੰਦਾ ਵੀ ਹਰ ਕੋਈ ਇੱਥੇ ਨਾਨਕ ਬਣ ਕੇ ਆ ਖੜਦਾ ਹੈ, ਇਸ ਕਰਕੇ ਹੁਣ ਰਾਜਾ ਸ਼ਿਵ ਨਾਮ ਨੇ ਇੱਕ ਸਿਸਟਮ ਬਣਾਇਆ। ਐਸਾ ਕੀਤਾ ਉਸਨੇ, और क्यों परखन को काजा। ਉਹਨੇ ਇੱਕ ਹੁਣ ਟੈਸਟ ਰੱਖਿਆ ਵੀ ਜਿਹੜਾ ਵੀ ਕੋਈ ਆਪਣੇ ਆਪ ਨੂੰ ਨਾਨਕ ਕਹੂਗਾ ਉਹਦਾ ਇੱਕ ਟੈਸਟ ਰੱਖਿਆ ਜਾਵੇ, ਉਹਨੂੰ ਜਿਹੜਾ ਐਨਾਲਾਈਜ਼ ਕੀਤਾ ਜਾਵੇ, ਐਸੈਸ ਕੀਤਾ ਜਾਵੇ। ते तहां जो सुंदर नारे। ਕਹਿਣ ਲੱਗੇ ਉਹਨੇ ਕੀ ਕੀਤਾ, ਆਪਣੇ ਮਹਿਲਾਂ 'ਚ ਜਿਹੜੀਆਂ ਉਹਦੀਆਂ ਪਦਮਣੀਆਂ ਸੀਗੀਆਂ, ਮਤਲਬ ਉਹਦੀਆਂ ਜਿਹੜੀਆਂ ਸਭ ਤੋਂ ਸੁੰਦਰ ਜਿਹੜੀਆਂ ਰਾਣੀਆਂ ਸੀਗੀਆਂ ਜਾਂ ਉਹਨਾਂ ਦੀਆਂ ਜਿਹੜੀਆਂ ਨੌਕਰ ਰਾਣੀਆਂ ਸੀਗੀਆਂ, ਹਾਂਜੀ, ਜੋ ਸਭ ਤੋਂ ਸੁੰਦਰ ਸਨ, ਉਹਨਾਂ ਨੂੰ ਕਿਹਾ, 300 ऐसी गिरा उचारे। ਉਹਨਾਂ ਨੂੰ ਸੱਦ ਕੇ ਇਹ ਇਨਸਟਰਕਸ਼ਨ ਦਿੱਤਾ ਰਾਜਾ ਸ਼ਿਵਨਾਭ ਨੇ। जो पुर बिखै विदेशी आवे। ਕਹਿਣਗੇ ਜੋ ਵੀ ਇਹ ਪੁਰ ਦੇ ਵਿੱਚ ਕੋਈ ਵਿਦੇਸ਼ੀ ਆਉਂਦਾ ਹੈ, ਵਿਦੇਸ਼ੀ ਹੁੰਦਾ ਓਵਰਸੀਜ਼ ਤੋਂ ਕੋਈ ਆਇਆ ਹੋਵੇ, ਕਹਿਣਗੇ ਕੋਈ ਵੀ ਵਿਦੇਸ਼ੀ ਆਇਆ ਹੋਵੇ, बेख फकीर जो संत कहावे। ਜੋ ਉਹ ਭੇਸ ਫਕੀਰਾਂ ਵਾਲਾ ਹੋਵੇ ਤੇ ਆਪਣੇ ਆਪ ਨੂੰ ਸੰਤ ਕਹਾਉਂਦਾ ਹੋਵੇ, करो जाए निसमह ते सेवा। ਕਹਿਣ ਲੱਗੇ ਉਹਦੀ ਜਾ ਕੇ ਸੇਵਾ ਕਰਿਓ। ਉਹ ਪਦਮਨੀਆਂ ਨੂੰ ਕਿਹਾ ਰਾਤ ਨੂੰ ਜਾਣਾ, ਹਨੇਰੇ ਵਿੱਚ ਜਾਣਾ, ਜਾ ਕੇ ਉਹ ਸੰਤ ਦੀ ਸੇਵਾ ਕਰਨੀ। ਹਾਂਜੀ, ਤੁਹਾਡਾ ਇਹ ਕੰਮ ਹੈ ਕਿ ਉਹਦੀ ਸੇਵਾ ਕਰਿਓ ਜਾ ਕੇ ਰਾਤ ਨੂੰ। और को लकी है भेवा। ਹਾਂ, ਕਹਿਣ ਲੱਗੇ ਪੂਰਾ ਜਾਂ ਊਰਾ, ਜਾਂ ਤਾਂ ਉਹ ਪੂਰਾ ਹੈ ਜਾਂ ਅਧੂਰਾ ਹੈ। ਕਹਿਣ ਲੱਗੇ ਇਹ ਪਰਖ ਕਰਨੀ ਆ ਵੀ ਉਹ ਸੱਚਾ ਹੈ ਜਾਂ ਝੂਠਾ ਹੈ। जब तुम पूर्ण देखो को। ਜੇ ਤੁਸੀਂ ਕੋਈ ਦੇਖਿਆ ਵੀ ਕੋਈ ਪੂਰਾ ਉਤਰਿਆ ਤਾਂ ਫਿਰ आन बताओ मुझ टेक सो। ਰਾਜਾ ਸ਼ਿਵ ਨਾਮ ਕਹਿੰਦਾ ਫਿਰ ਮੈਨੂੰ ਆ ਕੇ ਦੱਸਿਓ। ਜੇ ਕੋਈ ਤੁਹਾਡੇ ਟੈਸਟ ਤੋਂ ਪਾਸ ਹੋ ਗਿਆ, ਜੋ ਤੁਹਾਡੇ ਖਿਆਲ ਵੀ ਜਿਹੜਾ ਪੂਰਾ ਹੋਵੇ, ਤੇ ਉਹ ਫਿਰ ਮੈਨੂੰ ਆ ਕੇ ਦੱਸ ਦੇਣਾ। ਦੇਖੋ ਨਾ, ਬੰਦੇ ਦੀ ਪਰਖ ਜਿਹੜੀ ਹੈ ਨਾ, ਜਿਵੇਂ ਰਾਜਾ ਸ਼ਿਵ ਨਾਮ ਨੇ ਇੱਥੇ ਕੀਤੀ ਹੈ ਨਾ, ਸਭ ਤੋਂ ਵੱਡੀ ਪਰਖ ਬੰਦੇ ਦੀ ਪਤਾ ਕਿੱਥੇ ਹੁੰਦੀ ਹੈ? ਜੋ ਸੈਕਸ਼ੂਅਲ ਤੇ ਆਉਂਦਾ ਹੈ। ਸੋ ਕਹਿੰਦੇ ਇਹ ਪਰਖ ਜਿਹੜੀ ਹੈ ਨਾ, ਸਭ ਤੋਂ ਵੱਡੀ ਪਰਖ ਆ ਦੁਨੀਆ ਦੀ। ਰਾਜਾ ਸ਼ਿਵ ਨਾਮ ਨੇ ਇਹ ਪਰਖ ਕਿਉਂ ਰੱਖੀ? ਕਿਉਂਕਿ ਵੱਡੇ ਤੋਂ ਵੱਡੇ ਬੰਦੇ ਵੀ ਇਹਦੇ ਤੇ ਫੇਲ ਹੁੰਦੇ ਆ। ਇਹ ਚੀਜ਼ ਐਸੀ ਹੈ, ਇਹ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ। ਸੋ ਇਸੇ ਤਰ੍ਹਾਂ ਹੀ ਜਦੋਂ ਆਪਾਂ ਸ੍ਰੀ ਦਸਮ ਗ੍ਰੰਥ ਦੇਖਦੇ ਆ ਨਾ, ਮਹਾਰਾਜ ਨੇ ਜਦੋਂ ਚਤੁਰਪਖਿਆਨ ਲਿਖਿਆ ਹੈ ਨਾ, ਉਹ ਸਿੱਖ ਦਾ ਇੱਕ ਅਖੀਰਲਾ ਟੈਸਟ ਹੈ, ਤੇ ਉਹ ਟੈਸਟ ਦੇ ਵਿੱਚ ਜਿਹੜਾ ਕੋਈ ਪਾਸ ਹੁੰਦਾ ਉਹ ਤਾਂ ਬਚ ਜਾਂਦਾ ਹੈ। ਜਿਹਨੂੰ ਹਜੇ ਵੀ ਭਾਵਨਾ ਬਣਦੀ ਹੈ ਵੀ ਮੇਰੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ, ਜਿਹਦੀ ਭਾਵਨਾ ਬਣੀ ਰਹਿੰਦੀ ਹੈ, ਪਰ ਜਿਹੜਾ ਪੜ੍ਹ ਕੇ ਉਹਦਾ ਮਨ ਮੈਲਾ ਹੋ ਜਾਵੇ ਨਾ, ਉਹ ਫੇਲ ਹੋ ਜਾਂਦਾ ਹੈ। ਸੋ ਦੇਖੋ, ਗੁਰੂ ਮਹਾਰਾਜ ਨੇ ਜਿਵੇਂ ਸਿਰ ਲੈ ਕੇ ਨਾ, ਜਿਵੇਂ ਸਿਰ ਲੈ ਕੇ ਅੰਮ੍ਰਿਤ ਦਿੱਤਾ ਹੈ ਨਾ, ਮਹਾਰਾਜ ਸਿੱਖ ਦੀ ਪਰਖ ਵੀ ਐਸੇ ਹੀ ਕਰਦੇ ਨੇ। ਤੇ ਹਰ ਇੱਕ ਗੁਰੂ ਨੇ ਵੀ ਕੀਤੀ ਹੈ ਇਹ ਪਰਖ, ਐਸਾ ਨਹੀਂ ਵੀ ਗੁਰੂ ਨੇ ਨਹੀਂ ਕੀਤੀ। ਗੁਰੂ ਨਾਨਕ ਸਾਹਿਬ ਨੇ ਵੀ ਐਸੀ ਪਰਖ ਕੀਤੀ ਸੀ ਭਾਈ ਲਹਿਣੇ ਨੇ। ਹਾਂਜੀ, ਸੋ ਇਹ ਜਿਹੜੀਆਂ ਪਰਖਾਂ ਹੁੰਦੀਆਂ ਨੇ, ਇਹ ਇੱਥੋਂ ਤੱਕ ਨੇ ਕਿ ਬੰਦੇ ਨੂੰ ਹਿਲਾ ਦੇਣ ਵਾਲੀਆਂ ਨੇ। ਬੰਦਾ ਹਿਲ ਜਾਂਦਾ ਹੈ ਵੀ ਇਹ ਕਿਵੇਂ ਹੋ ਸਕਦਾ ਹੈ। ਹੁਣ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਰਖ ਕੀਤੀ ਨਾ, ਸੋ ਇਹ ਜਿਹੜੀਆਂ ਇੱਕ ਪੁਰਾਤਨ ਜਿਹੜੇ ਹਨ ਗ੍ਰੰਥਾਂ ਦੇ ਵਿੱਚ ਇਹ ਆਉਂਦੀ ਆ ਸਾਖੀ, ਗੁਰੂ ਕੀਆਂ ਸਾਖੀਆਂ ਵਿੱਚ ਵੀ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਮੁਰਦਾ ਮੂਹਰੇ ਰੱਖਿਆ ਸੀ ਨਾ ਭਾਈ ਲਹਿਣੇ ਦੇ ਖਾਣ ਵਾਸਤੇ, ਉਹ ਉਸ ਵੇਲੇ ਭਾਈ ਭਗੀਰਥ ਜੀ, ਬਾਬਾ ਬੁੱਢਾ ਜੀ ਤਾਂ ਪਿੱਛੇ ਹਟ ਗਏ ਸਨ। ਸੋ ਸਿਰਫ ਭਾਈ ਲਹਿਣਾ ਜੀ ਰਹਿ ਗਏ। ਸੋ ਭਾਈ ਲਹਿਣੇ ਨੇ ਪੁੱਛਿਆ ਸੀ, ਮਹਾਰਾਜ ਕਿਹੜੇ ਪਾਸੇ ਤੋਂ ਖਾਵਾਂ? ਮਹਾਰਾਜ ਜੀ ਕਹਿੰਦੇ ਪੈਰਾਂ ਦੇ ਪਾਸੋਂ ਖਾ ਲੈ। ਸੋ ਉਹ ਪੈਰਾਂ ਦੇ ਪਾਸੇ ਤੋਂ ਖਾਣ ਲੱਗੇ, ਤੇ ਉਸ ਵੇਲੇ ਜਦੋਂ ਉਹ ਖਾਣ ਲੱਗੇ, ਉਹਨੇ ਮੂੰਹ ਵਿੱਚ ਪਾਇਆ ਤਾਂ ਉਹ ਫਿਰ ਬਾਅਦ ਵਿੱਚ ਕੜਾ ਪ੍ਰਸ਼ਾਦ ਬਣ ਗਿਆ। ਪਰ ਜਦੋਂ ਤੱਕ ਭਾਈ ਲਹਿਣੇ ਨੇ ਉਹ ਗੁੱਠਾ, ਉਹ ਮਰੇ ਹੋਏ ਸਰੀਰ ਦਾ ਮੂੰਹ 'ਚ ਪਾਇਆ, ਹਜੇ ਗੁੱਠਾ ਹੀ ਸੀ। ਉਹ ਤੋਂ ਬਾਅਦ ਕੜਾ ਪ੍ਰਸ਼ਾਦ ਬਣਿਆ। ਜਦੋਂ ਉਹ ਐਨ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਇਹਨਾਂ ਦਾ ਜਿਹੜਾ ਵਿਸ਼ਵਾਸ ਪੱਕਾ ਹੈ, ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਇੱਕ ਹੋਰ ਟੈਸਟ ਦਿੱਤਾ ਸੀ ਭਾਈ ਲਹਿਣੇ ਨੂੰ, ਜਿਹੜਾ ਕਿ ਆਮ ਇਤਿਹਾਸ ਵਿੱਚ ਆਪਾਂ ਕਿਤੇ ਸੁਣਿਆ ਨਹੀਂ ਹੋਊਗਾ। ਤੋ ਪੁਰਾਤਨ ਇਤਿਹਾਸਕਾਰਾਂ ਨੇ ਇਹ ਲਿਖਿਆ, ਕਹਿੰਦੇ ਲਾਸਟ ਟੈਸਟ ਇਹ ਸੀਗਾ ਭਾਈ ਲਹਿਣੇ ਦਾ
ਕਹਿੰਦੇ ਤੂੰ ਮਾਤਾ ਸੁਲੱਖਣੀ ਜੀ ਨੂੰ ਆਪਣੀ ਮਾਂ ਕਹਿਣਾ ਹੈ ਨਾ? ਉਹ ਕਹਿੰਦਾ ਹਾਂ ਮੇਰੀ ਮਾਤਾ ਹੈ। ਕਹਿੰਦੇ ਜੇ ਮਾਤਾ ਹੈ ਤਾਂ ਬੱਚਾ ਤਾਂ ਆਪਣੀ ਮਾਂ ਦਾ ਥਨ ਬ੍ਰੈਸਟ ਚੁੰਗਦਾ ਹੁੰਦਾ ਹੈ ਨਾ। ਕਹਿੰਦੇ ਲੈਣੇ ਆ ਜਾ ਕੇ ਚੁੰਗ ਕੇ ਆ। ਇਹ ਟੈਸਟ ਸੀ ਭਾਈ ਲਹਿਣੇ ਦਾ ਅਖੀਰਲਾ, ਜਿਹਦੇ ਵਿੱਚ ਵੀ ਭਾਈ ਲਹਿਣੇ ਦੇ ਮਨ ਵਿੱਚ ਵਿਕਾਰ ਨਹੀਂ ਆਇਆ। ਭਾਈ ਲਹਿਣਾ ਫਿਰ ਵੀ ਗਿਆ ਮਾਤਾ ਜੀ ਕੋਲ। ਦੇਖੋ ਇਹ ਟੈਸਟ, ਦੇਖੋ ਆਪਾਂ ਤਾਂ ਫੇਲ ਹੋ ਜਾਂਦੇ, ਆਪਾਂ ਕਿ ਮਰੀ ਹੋਈ ਬੋਡੀ ਤੱਕ ਆ ਗਏ। ਹੁਣ ਤਾਂ ਗੁਰੂ ਨਾਨਕ ਸਾਹਿਬ ਨੇ ਹੱਦ ਕਰਤੀ ਨਾ। ਕਿਵੇਂ ਮਾਤਾ ਸੁਲੱਖਣੀ ਜਾ ਕੇ ਕਹੀਏ ਮੈਂ ਤੇਰਾ ਬ੍ਰੈਸਟ ਚੁੰਗਣਾ ਹੈ, ਕਿਵੇਂ ਕਹਿ ਦਈਏ? ਉਹਦੇ ਵਿੱਚ ਵੀ ਭਾਈ ਲਹਿਣਾ ਪਾਸ ਹੋਇਆ। ਦੇਖੋ ਜਿਵੇਂ ਉਹ ਗੁਰੂ ਨਾਨਕ ਨੇ ਟੈਸਟ ਲਿਆ ਨਾ, ਗੁਰੂ ਗੋਬਿੰਦ ਸਿੰਘ ਆਪਣਾ ਟੈਸਟ ਲੈਂਦੇ ਨੇ। ਤਾਂ ਹੀ ਚਤਰੋ ਪਖਿਆਨ ਦੀ ਬਾਣੀ ਜਿਹੜੀ ਹੈ ਮਹਾਰਾਜ ਨੇ ਇਸ ਤਰੀਕੇ ਨਾਲ ਲਿਖੀ ਹੈ ਕਿ ਵੱਡੇ ਤੋਂ ਵੱਡੇ ਵੀ ਫੇਲ ਹੋ ਜਾਂਦੇ ਨੇ। ਹੁਣ ਦੇਖੋ ਨਾ, ਜਿਹੜੇ ਨਿੰਦਿਆ ਕਰਨ ਵਾਲੇ ਨੇ, ਵੱਡੇ ਵੱਡੇ ਗਿਆਨੀ ਉਹ ਖਾਉਣ ਵਾਲੇ ਨੇ, ਪਰ ਉਹ ਗੱਲ 'ਚ ਫੇਲ ਹੋ ਗਏ, ਉਹਨਾਂ ਦੇ ਮਨ 'ਚ ਵਿਕਾਰ ਚੱਲ ਪਏ। ਦੇਖੋ ਇਹ ਟੈਸਟ ਆ ਸਭ ਤੋਂ ਵੱਡਾ, ਜੇ ਟੈਸਟ ਵਿੱਚ ਕੋਈ ਵਿਰਲਾ ਹੀ ਹੈ ਜਿਹੜਾ ਬਿਲਕੁਲ ਹੀ ਆਪਣਾ ਭਰੋਸਾ ਆਪਣੇ ਗੁਰੂ ਤੇ ਰੱਖਦਾ ਹੋਵੇ, ਜਿਹਦੇ ਮਨ ਵਿੱਚ 1% ਵੀ ਵਿਕਾਰ ਨਾ ਹੋਵੇ, ਉਹਦਾ ਮਨ ਹੀ ਸ਼ੁੱਧ ਰਹਿ ਸਕਦਾ ਹੈ। ਸੋ ਇਹ ਜਿਹੜਾ ਹੈ ਇੱਥੇ ਹੁਣ ਇਹੀ ਟੈਸਟ ਰਾਜਾ ਸ਼ਿਵਨਾਮ ਜੀ ਨੇ ਰੱਖਿਆ। ਸੁਨ ਕਰ ਬਚਨ ਕਹੇ ਜੋ ਰਾਜਾ, ਕਹਿਣਗੇ ਸੁਣ ਕਰ ਬਚਨ, ਇਹ ਬਚਨ ਸੁਣ ਕਰਕੇ ਰਾਜੇ ਦੇ ਕਰਨ ਲਗੀ ਤੇ ਤੈਸੋ ਕਾਜਾ। ਹੁਣ ਉਹ ਪਦਮਣੀਆਂ ਜਿਹੜੀਆਂ ਸਨ ਨਾ ਉਹ ਵੈਸਾ ਹੀ ਕਰਨ ਲੱਗੀਆਂ ਜਿਵੇਂ ਰਾਜਾ ਸ਼ਿਵਨਾਮ ਨੇ ਕਿਹਾ। ਜਬ ਫਕੀਰ ਕੋ ਪੁਰ ਮਹਿ ਆਵਹਿ, ਜਦੋਂ ਕੋਈ ਵੀ ਫਕੀਰ ਚੱਲ ਕੇ ਆਉਂਦਾ ਹੈ ਇੱਥੇ ਜਿਹੜਾ ਹੈ ਆਪਣਾ ਸੰਗਲਾਦੀਪ ਵਿੱਚ, ਲਾਏ ਸ਼ਿੰਗਾਰ ਤਾਸ ਟਿਕ ਜਾਵਹਿ, ਉਹ ਸ਼ਿੰਗਾਰ ਲਾ ਕੇ ਜਾਂਦੀਆਂ ਨੇ। ਹੁਣ 16 ਸ਼ਿੰਗਾਰ ਮੰਨੇ ਨੇ, ਕਹਿੰਦੇ 16 ਸ਼ਿੰਗਾਰ ਕਰਕੇ ਇਹ ਸਾਰੀਆਂ ਜਾਂਦੀਆਂ ਨੇ। ਤੇ ਇਹ ਜਿਹੜੀਆਂ ਮਾਮੂਲੀ ਨਹੀਂ ਸਨ, ਜਿਹੜੀਆਂ ਰਾਜ ਦੇ ਮਹਿਲਾਂ 'ਚ ਹੁੰਦੀਆਂ ਸੀ ਨਾ, ਜਿਹਨੂੰ ਪਦਮਨੀ ਕਿਹਾ ਜਾਂਦਾ ਸੀ ਨਾ, ਕਹਿੰਦੇ ਉਹ ਨਾ ਤੁਸੀਂ ਇਉਂ ਕਹਿ ਲਿਓ ਅੱਜ ਕੱਲ੍ਹ ਦੀਆਂ ਜਿਹੜੀਆਂ ਮਿਸ ਯੂਨੀਵਰਸ ਬਣਦੀਆਂ ਹੈ ਨਾ, ਉਹ ਕੁਝ ਵੀ ਨਹੀਂ ਉਹਨਾਂ ਦੇ ਸਾਹਮਣੇ। ਇਹ ਜਿਹੜੀ ਹੁੰਦੀ ਹੈ ਉਹ ਅੱਜ ਕੱਲ੍ਹ ਦੀ ਜਿਹੜੀ ਬਿਊਟੀ ਹੈ ਉਹ ਤਾਂ ਹੋਰ ਤਰ੍ਹਾਂ ਬੰਦੇ ਦੇਖਦੇ ਨੇ। ਉਹ ਸਮਿਆਂ 'ਚ ਬਿਊਟੀ ਦੇਖੀ ਜਾਂਦੀ ਸੀ ਜਿਹੜੀ ਕਿ ਨੈਚੁਰਲ ਵੀ ਹੋਵੇ। ਜਿਹੜੀ 16 ਸ਼ਿੰਗਾਰ ਜਿਹੜੇ ਨੇ ਉਹ ਨੈਚੁਰਲ ਨੇ, ਉਹਦੇ ਵਿੱਚ ਨੇ। ਅੱਜ ਕੱਲ੍ਹ ਤਾਂ ਲੋਕ ਡਾਈਟਿੰਗ ਕਰਕੇ ਕਰ ਲੈਂਦੇ ਆ ਨਾ, ਉਹ ਡਾਈਟਿੰਗ ਕਰਕੇ ਨਹੀਂ, ਉਹ ਨੈਚੁਰਲੀ ਹੁੰਦੇ ਨੇ, ਉਹਨਾਂ ਨੂੰ ਕੁਝ ਨਹੀਂ ਕਰਨਾ ਪੈਂਦਾ। ਉਹਨਾਂ ਨੂੰ ਕਹਿੰਦੇ ਆ 16 ਸ਼ਿੰਗਾਰ। ਸੋ ਉਹ ਜਿਹੜੀਆਂ ਐਸੀਆਂ ਜਿਹੜੀਆਂ ਸੀਗੀਆਂ ਇਹ ਇਕੱਠੀਆਂ ਹੋ ਕੇ ਜਦੋਂ ਜਾਂਦੀਆਂ ਹਨ ਉਹਦਾ ਪਰਖ ਲੈਣ ਵਾਸਤੇ। ਨੈਣ ਕੋਰ ਜਿਨਾ ਬਾਨ ਸਮਾਨਾ, ਕਹਿਣ ਲੱਗੇ ਉਹਨਾਂ ਦੇ ਨੈਣਾ ਦੇ ਜਿਹੜੇ ਕੋਰ ਨੇ, ਜਿਹੜੀਆਂ ਉਹਨਾਂ ਦੇ ਕੋਨੇ ਨੇ, ਜਿਹੜੇ ਅੱਖਾਂ ਦੇ ਕੋਨੇ ਹੁੰਦੇ ਆ ਨਾ, ਆ ਜਿਹੜੇ ਨੱਕ ਦੇ ਨਾਲ ਲੱਗੇ ਹੁੰਦੇ ਆ, ਕਹਿੰਦੇ ਕਿ ਉਹਨਾਂ ਦੇ ਜਿਹੜੇ ਐਸੇ ਨੈਣ ਕੋਰ ਜਿਨਾ ਬਾਨ ਸਮਾਣਾ, ਕਹਿਣਗੇ ਉਹਨਾਂ ਦੇ ਨੈਣ ਜਿਹੜੇ ਕੋਨੇ ਨੇ ਉਹ ਤੀਰਾਂ ਦੀ ਤਰ੍ਹਾਂ ਨੇ। ਉਹ ਜਿਹਦੇ ਵੱਲ ਦੇਖ ਲੈਂਦੀਆਂ ਨਾ ਬੰਦਾ ਉਦੋਂ ਹੀ ਲਾਟੂ ਬਣ ਜਾਂਦਾ ਸੀ, ਉਹ ਲਾਟੂ ਹੋ ਕੇ ਪਿੱਛੇ ਤੁਰ ਪੈਂਦਾ ਸੀ ਉਹਨਾਂ ਦੇ। ਕਹਿੰਦੇ ਐਸੇ ਉਹ ਕਹਿੰਦੇ ਉਹਨਾਂ ਦੇ ਕੋਨੇ ਤੀਰਾਂ ਵਰਗੇ ਤਿੱਖੇ ਸਨ। ਧਨੁਖ ਸੋ ਪ੍ਰਕੁੱਟੀ ਕੁਟਲ ਮਹਾਨਾ, ਹਾਂ ਕਹਿਣ ਲੱਗੇ ਫਿਰ ਉਹਨਾਂ ਦੇ ਜਿਹੜੇ ਭਰਵੱਟੇ ਨੇ, ਆਈਬ੍ਰੋ ਨੇ, ਉਹ ਬੋ ਨੇ, ਉਹ ਬੋ ਦੀ ਜਿਹੜਾ ਬੋ ਦੀ ਤਰ੍ਹਾਂ ਨੇ, ਤੇ ਉਹਦੇ ਨਾਲ ਉਹ ਤੀਰ ਛੱਡਦੀਆਂ ਸਨ। ਸੋ ਕਹਿੰਦੇ ਐਸੇ ਉਹਨਾਂ ਦੇ ਤੀਰ ਸਨ ਜਿਹਦੇ ਵੱਲ ਵੀ ਇੱਕ ਵਾਰੀ ਦੇਖ ਲੈਂਦੀਆਂ ਸਨ ਨਾ ਉਹ ਬੰਦਾ ਉੱਥੇ ਹੀ ਹੋ ਜਾਂਦਾ ਸੀ ਭਾਈ, ਜੋ ਹੁੰਦਾ ਸੀ। ਜੋ ਦੇਖੈ ਤੇ ਤਿੱਖੈ ਲਾਗੈ, ਹਾਂ ਬਸ ਜਿਹੜਾ ਵੀ ਉਹਨਾਂ ਵੱਲ ਦੇਖ ਲੈਂਦਾ ਜਾਂ ਉਹ ਦੇਖ ਲੈਂਦੀ ਸੀ ਨਾ, ਕਹਿੰਦੇ ਜਿਵੇਂ ਤੀਰ ਵੱਜ ਜਾਂਦਾ ਹੁੰਦਾ ਨਾ ਬੰਦੇ ਦੇ ਦਿਲ ਦੇ ਵਿੱਚ। ਤਤ ਖਿਨੈ ਧੀਰਜ ਧਰਮ ਸੋ ਭਾਗੈ, ਉਸੇ ਵੇਲੇ ਧੀਰਜ ਤੇ ਧਰਮ ਉੱਡ ਜਾਂਦਾ ਸੀ ਬੰਦੇ ਦਾ। ਫਿਰ ਬੰਦੇ ਨੂੰ ਨਹੀਂ ਪਤਾ ਲੱਗਦਾ ਸੀ ਵੀ ਮੈਂ ਕਿਹੜੇ ਧਰਮ ਦਾ ਹੈ, ਮੈਂ ਕਿਹੜਾ ਮੇਰੇ 'ਚ ਧੀਰਜ ਹੈ। ਕਹਿੰਦੇ ਸਭ ਕੁਝ ਉੱਡ ਜਾਂਦਾ, ਉਦੋਂ ਨਹੀਂ ਫਿਰ ਪਤਾ ਲੱਗਦਾ ਬੰਦੇ ਦਾ। ਜਿਨ ਕੋ ਭੇਖ ਸੁਰ ਮਨ ਜਤ ਤਿਆਗੈ, ਦੇਖੋ ਇੱਥੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਬੰਦੇ ਦੀ ਕੀ ਗੱਲ ਕਰਨੀ ਆ, ਦੇਵਤੇ ਵਿਚਾਰੇ ਉਹ ਵੀ ਫੇਲ ਹੋ ਜਾਂਦੇ ਨੇ। ਜੋ ਉਹਨਾਂ ਦੇ ਮੂਹਰੇ ਵੀ ਇਹੋ ਜਿਹਾ ਕੋਈ ਆ ਜਾਣ ਨਾ, ਇੰਦਰ ਇਸੇ ਤਰ੍ਹਾਂ ਹੀ ਨਾ ਜਿਹੜਾ ਆਪਣਾ ਅਹਿਲੇ ਦੇ ਪਿੱਛੇ ਭੱਜਿਆ ਫਿਰਦਾ ਸੀਗਾ, ਗੌਤਮ ਰਿਸ਼ੀ ਤੋਂ ਜਾ ਕੇ ਉਹਨੇ ਸ਼ਰਾਪ ਲੈ ਲਿਆ ਵਿਚਾਰੇ ਨੇ। ਹਾਂਜੀ ਕਿੰਨਾ ਚਿਰ ਉਹ ਲੁਕਦਾ ਰਿਹਾ। ਕਹਿੰਦੇ ਦੇਵਤੇ ਵੀ ਨਹੀਂ ਇਹ ਚੀਜ਼ਾਂ ਨੂੰ ਸਹਾਰ ਸਕਦੇ ਹੈ ਨਾ, ਕਹਿੰਦੇ ਦੇਵਤੇ ਵੀ ਵਿਚਾਰੇ ਇਸ ਗੱਲ 'ਚ ਫੇਲ ਹੋ ਜਾਂਦੇ ਹਨ। ਕਿਆ ਕਲ ਨਰ ਬਪਰੇ ਤਿਨ ਆਗੈ, ਕਹਿਣ ਲੱਗੇ ਉਹਨਾਂ ਦੇ ਅੱਗੇ ਮਨੁੱਖ ਜਿਹੜੇ ਆਪਣੇ ਵਰਗੇ ਬੰਦੇ ਨੇ ਉਹ ਕੀ ਚੀਜ਼ ਨੇ, ਉਹਨਾਂ ਦੇ ਅੱਗੇ ਤਾਂ ਦੇਵਤੇ ਵੀ ਆਪਣਾ ਬਲ ਹਾਰ ਜਾਂਦੇ ਹਨ। ਅਲਕ ਫਕੀਰ ਕਰਤ ਬਿਵਚਾਰਾ, ਕਹਿਣ ਲੱਗੇ ਕੀ ਹੋਇਆ, ਆਉਂਦੇ ਸਨ ਵੱਡੇ ਵੱਡੇ ਚੋਲੇ ਪਾ ਕੇ, ਕਹਿੰਦੇ ਹੁੰਦੇ ਸਨ ਮੈਂ ਸੰਤ ਹਾਂ, ਮੈਂ ਅਹਮ ਬ੍ਰਹਮ ਹਾਂ, ਮੈਂ ਪਰਮੇਸ਼ਰ ਹਾਂ, ਇਹ ਆ ਪਦਮਨੀਆਂ ਆਉਂਦੀਆਂ ਸੀ। ਤੇ ਵਿਚਾਰਿਆਂ ਦਾ ਕੀ ਹੁੰਦਾ ਸੀ, ਕਹਿੰਦੇ ਜਿਹੜਾ ਧਰਮ ਭ੍ਰਿਸ਼ਟ ਹੋਏ ਜਾਤ ਗਵਾਰਾ, ਕਹਿਣ ਲੱਗੇ ਉਹ ਕਰਕੇ ਜਿਹੜਾ ਹੈ ਅਨਕ ਫਕੀਰ ਕਰਤ ਬਿਵਚਾਰਾ। ਅਖੀਰ ਤੇ ਕਿੱਥੇ ਡਿੱਗਦੇ ਸਨ, ਉਹ ਬਿਵਚਾਰ ਕਰਨ ਲੱਗ ਜਾਂਦੇ ਸਨ, ਉਹ ਆਪਣਾ ਸੰਤਪਣਾ ਭੁੱਲੇ ਜਾਂਦੇ ਸੀ ਵਿਚਾਰੇ। ਧਰਮ ਭ੍ਰਿਸ਼ਟ ਹੋਇਆ ਜਾਤ ਗਵਾਰਾ, ਉਹ ਆਪਣਾ ਧਰਮ ਭ੍ਰਿਸ਼ਟ ਕਰ ਲੈਂਦੇ ਸਨ, ਆਪਣਾ ਧਰਮ ਖਰਾਬ ਕਰ ਲੈਂਦੇ ਸਨ। ਹਿੰਦੂ ਤੁਰਕ ਤਪੀ ਬ੍ਰਹਮਚਾਰੀ, ਕਹਿਣਗੇ ਕਿਹਦੀ ਗੱਲ ਕਰਨੀ ਹੈ, ਉੱਥੇ ਹਿੰਦੂ ਸਾਧੂ ਵੀ ਆਏ, ਤੁਰਕ ਮੁਸਲਮਾਨ ਵੀ ਆਏ,
ਬ੍ਰਹਮਚਾਰੀ ਜਿਨ੍ਹਾਂ ਨੇ ਕਿਤੇ ਵਿਆਹ ਨਹੀਂ ਕੀਤਾ, ਜਿਨ੍ਹਾਂ ਦੇ ਸਰੀਰ ਤੋਂ ਕਿਤੇ ਸਪਰਮ ਨਹੀਂ ਨਿਕਲਿਆ, ਉਹੋ ਜਿਹੇ ਵੀ ਫੇਲ ਹੋ ਗਏ। ਧਰੈ ਨਾ ਧੀਰਜ ਦੇਖਤ ਨਾਰੀ, ਉਹ ਧੀਰਜ ਨਹੀਂ ਧਾਰਦੇ ਸਨ ਨਾਰੀਆਂ, ਐਸੀਆਂ ਸੁੰਦਰ ਨਾਰੀਆਂ ਨੂੰ ਦੇਖ ਕੇ। ਕਹੈ ਭੂਪ ਸੋ ਕੋਈ ਨਾ ਪੂਰਾ। ਸੋ ਇਹ ਜਿਹੜਾ ਰਾਜਾ ਸ਼ਿਵਨਾਭ ਹੈ ਇਹ ਥੋੜਾ ਜਿਹਾ ਡਿਪਰੈਸ ਵੀ ਹੋਇਆ, ਕਹਿੰਦਾ ਕੋਈ ਵੀ ਪੂਰਾ ਨਹੀਂ ਨਿਕਲਿਆ, ਸਾਰੇ ਫੇਲ ਹੋ ਜਾਂਦੇ ਹਨ। ਕਿਉਂ ਕਾਮ ਜਤ ਸਤ ਉਰ ਊਰਾ। ਆ ਕਹਿਣ ਲੱਗੇ ਇਹ ਕਾਮ ਦੇਵਤਾ ਜਿਹੜਾ ਹੈ ਨਾ, ਕਹਿਣਗੇ ਇਹ ਕਾਮਦੇਵ ਨੇ ਜਿਹੜਾ ਹੈ ਸਾਰਿਆਂ ਨੂੰ ਕਮਜ਼ੋਰ ਕਰ ਦਿੰਦਾ ਹੈ। ਇਹ ਕਾਮ ਦੇਵਤਾ ਐਡਾ ਬਲਵਾਨ ਹੈ, ਬੰਦੇ ਦਾ ਵੱਡਾ ਜੱਤ ਸੱਤ ਸਾਰੀ ਉਮਰ ਦਾ ਕਮਾਇਆ ਹੋਇਆ ਛਿਨ ਦੇ ਵਿੱਚ ਇਸੇ ਤਰ੍ਹਾਂ ਹੀ ਗਵਾ ਦਿੰਦਾ। ਦੇਖੋ ਬੰਦਾ ਭਗਤੀ ਕਰਦਾ ਨਾ, ਕਿੰਨੇ ਸਾਲ ਕਰੇਗਾ, ਇੱਕ ਵਾਰ ਉਹਨੂੰ ਕਾਮ ਦਾ ਬਾਣ ਲੱਗ ਜਾਵੇ ਨਾ, ਦੈਟਸ ਇਟ, ਉਹਦੀ ਕੀਤੀ ਕਰਾਈ ਸਾਰੀ ਗਈ। ਭਾਵੇਂ 50 ਸਾਲ ਕੀਤੀ ਹੋਵੇ, 100 ਸਾਲ ਕੀਤੀ ਹੋਵੇ, ਇੱਕ ਵਾਰੀ ਐਸਾ ਟੁੱਟ ਵੀ ਅੰਦਰ ਆ ਗਿਆ, ਖਰਾਬ ਹੋ ਗਿਆ ਕੰਮ ਬਸ। ਕਹਿੰਦੇ ਐਸਾ ਹੈ ਇਹ। ਸੁਨ ਨਿਰਪਕਿ ਵਿਚਾਰ ਮਨ ਮਾਹੀ। ਇਹ ਦੇਖ ਕੇ ਇਹ ਰਾਜਾ ਸ਼ਿਵਨਾਮ ਨੇ ਵਿਚਾਰ ਕੀਤੀ ਆਪਣੇ ਮਨ ਦੇ ਵਿੱਚ, ਪਰਬਲ ਕਲੀ ਪੂਰਾ ਕੋ ਨਾਹੀ। ਕਹਿਣ ਲੱਗੇ ਇਹ ਕਲਯੁਗ ਬੜਾ ਪਰਬਲ ਹੈ, ਬੜਾ ਜਿਹੜਾ ਹੈ ਮੈਸਮਰਾਈਜ਼ਿੰਗ ਹੈ। ਇਹ ਜਿਹੜਾ ਹੈ ਇਹ ਕਲਯੁਗ ਸਾਰਿਆਂ ਨੂੰ ਮੋਹਣ ਵਾਲਾ ਹੈ, ਜਿਸ ਦੇ ਕਰਕੇ ਕੋਈ ਵੀ ਪੂਰਾ ਹੈ ਨਹੀਂ। There's no one perfect in this world। ਫਿਰ ਹਾਂਜੀ ਇੱਕ ਸ਼੍ਰੀ ਨਾਨਕ ਗੁਰੂ ਬਹੀਨਾ। ਕਹਿਣ ਲੱਗੇ ਇੱਕ ਗੁਰੂ ਨਾਨਕ ਤੋਂ ਬਗੈਰ ਤਾਂ ਰਾਜਾ ਸ਼ਿਵਨਾਭ ਕਹਿੰਦਾ ਮੇਰੇ ਨਿਗਾਹ ਵਿੱਚ ਕੋਈ ਪੂਰਾ ਹੈ ਨਹੀਂ। ਪੰਜ ਦੁਸ਼ਟ ਕੈ ਸਰਬ ਅਧੀਨਾ। ਪੰਜ ਦੁਸ਼ਟ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਕੰਟਰੋਲ ਦੇ ਵਿੱਚ ਹੀ ਹਨ ਸਾਰੇ ਇਹੀ ਕਲ ਜਿਹੜਾ ਹਨ, ਇਹ ਪੰਜ ਦੂਤ ਦੱਬ ਲੈਂਦੇ ਨੇ ਬੰਦਿਆਂ ਨੂੰ। ਅਸ ਕਹਿ ਚਿਤਫ ਰੂਪ ਕਿਰਪਾਲਾ। ਕਹਿਣਗੇ ਅਸ ਕਹਿ, ਇਹ ਕਹਿ ਕਰਕੇ ਫਿਰ ਰੂਪ ਕਿਰਪਾਲਾ, ਕਿਰਪਾ ਦੇ ਘਰ ਦਾ ਰੂਪ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ ਹੈ ਰਾਜਾ ਸ਼ਿਵਨਾਭ। ਨੇਤ ਸਵਾਸ ਜੋ ਸੀਤ ਮਸਾਲਾ। ਠੰਡੇ ਠੰਡੇ ਸਵਾਸ ਲੈਂਦਾ। ਹੁਣ ਜਿਹੜੇ ਠੰਡੇ ਸਵਾਸ ਹੁੰਦੇ ਨਾ, ਜਿਵੇਂ ਕਿ ਬੰਦਾ ਬਹੁਤ ਦੁਖੀ ਹੁੰਦਾ ਨਾ, ਉਹ ਫਿਰ ਐ ਖਿੱਚਦਾ ਹੈ, ਹਾਂਜੀ ਠੰਡੇ ਠੰਡੇ ਸਵਾਸ ਕਹਿੰਦੇ ਆ ਇਹਨੂੰ। ਇਹ ਨਹੀਂ ਵੀ ਫ੍ਰਿਜ ਖੋਲ ਕੇ ਸਾਹ ਲਈ ਜਾਂਦਾ ਹੈ, ਉਹ ਠੰਡੇ ਸਵਾਸ ਨਹੀਂ ਗੇ, ਇਹ ਅੰਦਰੋਂ ਹੀ ਠੰਡੇ ਠੰਡੇ, ਜਿਵੇਂ ਮਤਲਬ ਬਹੁਤ ਜਿਵੇਂ ਉਹ ਲੈਣਾ ਨਹੀਂ ਚਾਹੁੰਦਾ ਪਰ ਆ ਰਹੇ ਹਨ। ਪੀਰੀ ਪਰ ਰਹੀ ਮੁਖ ਪਰ ਜਾ ਕੇ। ਉਹਦੇ ਮੂੰਹ ਤੇ ਪੀਲਾਪਣ, ਚਿੱਟਾਪਣ, ਮਤਲਬ ਹੁਣ ਲਾਲੀ ਨਹੀਂ ਰਹਿ ਗਈ ਰਾਜਾ ਸ਼ਿਵਨਾਭ ਦੇ ਮੂੰਹ ਤੇ, ਪੀਲਾਪਣ ਪੈ ਗਿਆ। ਜਿਵੇਂ ਮਰੇ ਦਾ ਮੂੰਹ ਹੁੰਦਾ ਨਾ, ਪੀਲਾ ਹੋ ਜਾਂਦਾ ਹੈ, ਉਹਦਾ ਮੂੰਹ ਪੀਲਾ ਹੋਣ ਲੱਗ ਪਿਆ। ਲੋਚਨ ਜਲ ਦਵੈ ਲੋਚਨ ਤਾਂਕੇ। ਹਮੇਸ਼ਾ ਉਹਦੇ ਅੱਖਾਂ ਚੋਂ ਹੰਝੂ ਨਿਕਲਦੇ ਹਨ ਵਿਰਾਗ ਦੇ। ਗੁਰੂ ਨਾਨਕ ਮੇਰੇ ਕੋਲ ਕਿਦੋਂ ਆਉਣਗੇ? ਅਸ ਜਬ ਖੈਂਚ ਪ੍ਰੇਮ ਨੈ ਕੀਨੀ। ਜਦੋਂ ਐਸੀ ਖਿੱਚ ਪ੍ਰੇਮ ਨੇ ਪਾਈ, ਜੋ ਐਸੀ ਖਿੱਚ ਦੀ ਡੋਰੀ ਨਾਲ, ਪ੍ਰੇਮ ਦੀ ਜਿਹੜੀ ਹਨ ਡੋਰੀ ਦੇ ਨਾਲ ਜੋ ਖਿੱਚ ਪਈ, ਕਿਰਪਾ ਨਿਦਾਨ ਸਰਬਗਤ ਜੀਨੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਲਵੰਡੀ ਵਿੱਚ ਬੈਠਿਆਂ ਨੇ ਜਾਣ ਲਿਆ ਵੀ ਅੱਜ ਰਾਜਾ ਸ਼ਿਵਨਾਭ ਨੇ ਮੈਨੂੰ ਬਹੁਤ ਪ੍ਰੇਮ ਕਰ ਰਹੇ ਨੇ, ਵੀ ਮੈਨੂੰ ਸੱਦ ਰਹੇ ਨੇ ਆਪਣੇ ਕੋਲ। ਤਾਂ ਐਸਾ ਗੁਰੂ ਨਾਨਕ ਸਾਹਿਬ ਮਹਾਰਾਜ ਸਰਬਗਤ, ਸਾਰੀਆਂ ਗੱਲਾਂ ਦਾ ਜਿਹੜਾ ਹੈ ਸਰਬਗਤ, ਸਾਰਿਆਂ ਦੀ ਜਾਣਨ ਵਾਲਾ, ਸਾਰੇ ਦਿਲਾਂ ਨੂੰ ਜਾਣਨ ਵਾਲਾ ਗੁਰੂ ਨਾਨਕ ਸਾਹਿਬ ਨੇ ਜਾਣ ਲਿਆ। ਚਿਤਵੋ ਤੇ ਕੋ ਕਰਨ ਨਿਹਾਲਾ। ਆਪਣੇ ਮਨ ਵਿੱਚ ਵਿਚਾਰ ਕੀਤੀ ਕਿ ਜਾ ਕੇ ਹੁਣ ਰਾਜਾ ਸ਼ਿਵਨਾਮ ਨੂੰ ਨਿਹਾਲ ਕਰੀਏ। ਕੀਨ ਜਾਸ ਕੋ ਪ੍ਰੇਮ ਬਹਾਲਾ। ਕਿਨ ਜਾਸ ਕਹਿੰਦੇ ਜਿਹਨੇ ਇੰਨਾ ਪ੍ਰੇਮ ਇੰਨਾ ਪਿਆਰ ਸਾਡੇ ਨਾਲ ਕਰ ਰਿਹਾ ਹੈ ਤੇ ਬਿਹਾਲ ਹੋ ਰਿਹਾ ਹੈ, ਹਾਂਜੀ ਉਹਦਾ ਹਾਲ ਵਿਗੜ ਰਿਹਾ ਹੈ। ਕਹਾਂ ਚਲਨ ਕੀ ਮਨਸਾ ਧਾਰੀ। ਸੋ ਮਹਾਰਾਜ ਨੇ ਉੱਥੇ ਜਾਣ ਦੀ ਹੁਣ ਮਨਸਾ ਇੱਛਾ ਧਾਰਨ ਕੀਤੀ। ਸਹਿ ਨਾ ਸਕਤ ਬ੍ਰਿਹੋ ਭਗਤ ਜੋ ਭਾਰੀ। ਉਹ ਦੇਖੋ ਗੁਰੂ ਨਾਨਕ ਸਾਹਿਬ ਤੋਂ ਸਿਆ ਨਹੀਂ ਜਾਂਦਾ ਆਪਣੇ ਭਗਤ ਦਾ ਦੁੱਖ, ਵਿਛੋੜੇ ਦਾ ਦੁੱਖ ਗੁਰੂ ਨਾਨਕ ਤੋਂ ਸਿਆ ਨਹੀਂ ਜਾਂਦਾ ਵੀ ਮੇਰਾ ਭਗਤ ਕੋਈ ਤੜਫ ਰਿਹਾ ਹੈ ਮੇਰੇ ਦਰਸ਼ਨਾਂ ਨੂੰ। ਪ੍ਰੇਮ ਡੋਰ ਕਰ ਬੰਦੇ ਗੁਸਾਈ। ਸੋ ਪ੍ਰੇਮ ਦੀ ਡੋਰ ਨਾਲ ਬੰਨੇ ਹੋਏ ਗੁਸਾਈ, ਇਹ ਸਾਰੇ ਸੰਸਾਰ ਦੇ ਜੋ ਮਾਲਕ ਹਨ ਗੁਰੂ ਨਾਨਕ ਜੀ। ਖੈਂਚੇ ਮਿਲਨ ਚਹਤ ਨਿਪਤਾਈ। ਖੈਂਚੇ ਖਿੱਚ ਕੇ ਉਹ ਖਿੱਚ ਪਾ ਰਹੀ ਹੈ ਪ੍ਰੇਮ ਦੀ ਡੋਰ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਰਾਜਾ ਸ਼ਿਵਨਾਭ ਕੋਲ ਜਾਣ ਦੀ ਤਿਆਰੀ ਕਰ ਰਹੇ ਹਨ। ਵੈਸੇ ਏਕ ਦਿਵਸ ਉਦਿਆਨਾ। ਮਹਾਰਾਜ ਇੱਕ ਦਿਨ ਬੈਠੇ ਸਨ ਉਦਿਆਨ ਜੰਗਲ ਦੇ ਵਿੱਚ। ਮੈਂ ਤਹ ਗਇਓ ਸੰਗ ਮਰਦਾਨਾ। ਭਾਈ ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਦੋਨੋਂ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਸਤੇ ਗਏ ਜੰਗਲ ਦੇ ਵਿੱਚ ਜਾਂ ਉਦਿਆਨ ਵਿੱਚ। ਕਰ ਬੰਧਨ ਗਏ ਬੈ ਸਮੀਪਾ। ਅਸੀਂ ਮੱਥਾ ਟੇਕ ਕੇ ਮਹਾਰਾਜ ਦੇ ਕੋਲ ਬੈਠ ਗਏ। ਤਬ ਬੋਲੇ ਬੇਦੀ ਕੁਲ ਦੀਪਾ। ਉਸ ਵੇਲੇ ਬੋਲੇ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਬੇਦੀ ਕੁਲ ਦੇ ਦੀਪ ਹਨ। ਚਲੋ ਸੈਲ ਹਿਤ ਦੇਖਣ ਛੋਨੀ। ਕਹਿਣ ਲੱਗੇ ਚਲੋ ਭਾਈ ਮਰਦਾਨੇ ਤੇ ਭਾਈ ਬਾਲੇ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਚਲੋ ਆਪਾਂ ਦੇਖੀਏ ਜਾ ਕੇ ਇਹ ਧਰਤੀ, ਹੋਰ ਦੇਖੀਏ ਜਾ ਕੇ, ਆਪਾਂ ਜਾ ਕੇ ਜਿਹੜਾ ਹੈ ਵਿਜ਼ਿਟਿੰਗ ਕਰੀਏ ਜਾ ਕੇ, ਜਾਂ ਵੰਡਰਿੰਗ ਕਰੀਏ, ਰੂਮਿੰਗ ਕਰੀਏ ਜਾਂ ਟਰੈਵਲਿੰਗ ਕਰੀਏ। ਹਾਂਜੀ ਰਚਨਾ ਕੀਨ ਅਨਕ ਜਗ ਜੋਨੀ। ਹਾਂ ਕਹਿਣ ਲੱਗੇ ਪਰਮਾਤਮਾ ਨੇ ਦੇਖੋ ਕਿੱਡੀ ਸੁੰਦਰ ਧਰਤੀ ਬਣਾਈ ਹੈ, ਕਿੱਡਾ ਸੁੰਦਰ ਇਹ ਰਚਨਾ ਰਚੀ ਹੈ ਪਰਮਾਤਮਾ ਨੇ, ਕਹਿੰਦੇ ਕਿ ਆਪਾਂ ਦੇਖੀ। ਹਾਂਜੀ ਇਹ ਜਗ ਜੋਨੀ, ਇਹ ਪਰਮੇਸ਼ਰ ਜੋ ਜਗ ਦਾ ਜੋਨੀ ਹੈ,
ਜਗਤ ਨੂੰ ਜਨਮ ਦੇਣ ਵਾਲਾ ਹੈ, ਉਹਦੀ ਬਣਾਈ ਹੋਈ ਨੂੰ ਦੇਖ ਕੇ ਆਈਏ। ਤੇ- ਸੋ ਇਹ ਟਰੈਵਲਰਸ ਵਾਸਤੇ ਬਹੁਤ ਚੰਗੀ ਗੱਲ ਹੈ। ਜੇ ਤੁਹਾਨੂੰ ਟਰੈਵਲਿੰਗ ਚੰਗੀ ਲੱਗਦੀ ਹੈ ਤਾਂ ਗੁਰੂ ਨਾਨਕ ਦਾ ਵੀ ਇਹੀ ਇੰਟਰਸਟ ਸੀਗਾ। ਹਾਂਜੀ, ਜਦੋਂ ਆਪਾਂ ਕਹਿੰਦੇ ਹੁੰਦੇ ਨਾ ਵੀ ਤੇਰੀ ਹੌਬੀ ਕੀ ਹੈ, ਹਾਂਜੀ ਆਪਾਂ ਕਹਿੰਦੇ ਟਰੈਵਲਿੰਗ। ਸੋ ਗੁਰੂ ਨਾਨਕ ਦੇਵ ਜੀ ਦੀ ਵੀ ਟਰੈਵਲਿੰਗ ਹੀ ਲੱਗਦੀ ਹੈ। ਹਾਂਜੀ, ਫਿਰ ਕੀਤੇ ਥਾਨ ਨਰ ਅਨੰਤ ਸੁਭਾਉ। ਹਾਂ, ਕਹਿਣ ਲੱਗੇ ਹੋਰ ਕਹਿੰਦੇ ਥਾਂ ਤਾਂ ਦੇਖਣੇ ਨੇ, ਦੂਜਾ ਕਹਿੰਦੇ ਬੰਦੇ ਦੇ ਸੁਭਾਅ ਕੈਰੈਕਟਰ ਵੀ ਹੋਰ ਹੁੰਦੇ ਨੇ। ਗੁਰੂ ਮਹਾਰਾਜ ਕਹਿੰਦੇ ਆਪਾਂ ਕੈਰੈਕਟਰ ਵੀ ਜਾ ਕੇ ਦੇਖੀਏ। ਸੋ ਦੇਖੋ ਨਾ, ਆਪਾਂ ਦੁਨੀਆ ਦੇਖਦੇ ਹਾਂ, ਆਪਾਂ ਜੱਜ ਕਰਦੇ ਹਾਂ ਨਾ, ਆਪਾਂ ਕਹਿੰਦੇ ਇਹ ਬੰਦੇ ਚੰਗੇ ਨੇ, ਇਹ ਮਾੜੇ ਨੇ, ਇਹ ਆਪਾਂ ਜੱਜ ਕਰਦੇ ਹਾਂ ਨਾ, ਵੀ ਜਿਹੜੇ ਆਪਾਂ ਨੂੰ ਨਾ ਚੰਗੇ ਲੱਗਣ। ਹਾਂਜੀ, ਜਿਨ੍ਹਾਂ ਨੇ ਹੱਸ ਕੇ ਕੌਫੀ ਪਿਲਾਤੀ ਉਹ ਤਾਂ ਚੰਗੇ ਨੇ, ਜਿਨ੍ਹਾਂ ਨੇ ਕੌਫੀ ਨਹੀਂ ਪੁੱਛੀ ਉਹ ਮਾੜੇ ਨੇ। ਹਾਂਜੀ, ਸੋ ਆਪਾਂ ਜੱਜ ਕਰਦੇ ਹਾਂ। ਤਾਂ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਨੇ, ਉਹਨਾਂ ਦਾ ਸੁਭਾਅ ਦੇਖੀਏ ਜਾ ਕੇ, ਚਲੋ ਦੇਖੀਏ ਕਿਵੇਂ ਵਰਤਦੇ ਨੇ। ਸੀ ਹਾਊ ਗੁਰੂ ਨਾਨਕ ਥਿੰਕਸ। ਉਹਨਾਂ ਵਾਸਤੇ ਉਹ ਜੱਜ ਨਹੀਂ ਕਰ ਰਹੇ, ਉਹ ਸਿਰਫ ਦੇਖ ਰਹੇ ਨੇ ਵੀ ਦੇਖੋ ਇਹਨਾਂ ਦਾ ਸੁਭਾਅ ਕਿਹੋ ਜਿਹਾ, ਇਹਨਾਂ ਦਾ ਸੁਭਾਅ ਕਿਹੋ ਜਿਹਾ। ਸੋ ਜੇ ਆਪਾਂ ਐਸਾ ਆਪਣੇ ਮਨ ਵਿੱਚ ਰੱਖਾਂਗੇ, ਆਪਾਂ ਕਿਤੇ ਬੋਟ ਨਹੀਂ ਹੋਵਾਂਗੇ। ਆਪਾਂ ਜਿਹੜਾ ਆਪਣੇ ਮਨ ਨੂੰ ਜਿਹੜਾ ਹੈ ਠੇਸ ਨਹੀਂ ਪਹੁੰਚੇਗੀ। ਵੀ ਵਿਲ ਐਕਸੈਪਟ ਵਟ ਐਵਰ ਦੇ ਆਰ। ਆਪਾਂ ਉਹਨਾਂ ਨੂੰ ਦੇਖ ਕੇ, ਉਹਨਾਂ ਦੀ ਸਿਚੁਏਸ਼ਨ ਦੇਖ ਕੇ ਆਪਾਂ ਉਹਨਾਂ ਨੂੰ ਸਮਝਾਂਗੇ। ਸੋ ਸਿਰਫ ਬਾਹਰ ਨੂੰ ਜਾਣਾ ਹੁੰਦਾ। ਅੱਜ ਕੱਲ੍ਹ ਤਾਂ ਇਹ ਇੱਕ ਟ੍ਰੈਂਡ ਤੁਰ ਪਿਆ ਹੈ, ਲੋਕ ਬਿਲਡਿੰਗਾਂ ਨੂੰ ਦੇਖਦੇ ਨੇ ਜਾ ਕੇ ਨਾ। ਕੋਈ ਕਹਿੰਦਾ ਮੈਂ ਪੈਰਿਸ ਗਿਆ, ਆਈਫਲ ਟਾਵਰ ਕੋ ਫੋਟੋ ਲਾ ਲਿਆ। ਹਾਂਜੀ, ਕੋਈ ਪ੍ਰਾਗ ਗਿਆ, ਉਹ ਇੱਕ ਟਾਵਰ ਕਲੌਕ ਜੀ ਹੈਗੀ ਆ, ਉਹਦੇ ਕੋਲ ਖੜ ਕੇ ਜਾ ਕੇ ਫੋਟੋ ਲਾ ਲਓ, ਹੈ ਨਾ। ਜਰਮਨ ਗਿਆ, ਉੱਥੇ ਜਿਹੜੀ ਵਾਲ ਹੈ ਉਹਦੇ ਕੋਲ ਜਾ ਕੇ, ਬਰਲਿਨ ਕੋਲ, ਉੱਥੇ ਫੋਟੋ ਲਾ ਲਿਆ। ਹਾਂਜੀ, ਸੋ ਲੋਕ ਆਪਾਂ ਕੀ ਕਰਦੇ ਆਪਾਂ ਬਿਲਡਿੰਗਸ ਆ। ਹਮੇਸ਼ਾ ਕੋਈ ਆਉਂਦਾ ਹੈ ਟਵਿਨ ਟਾਵਰ ਕੋ ਖੜ ਕੇ ਜ਼ਰੂਰ ਇੱਕ ਫੋਟੋ ਹੁੰਦਾ ਹੈ, ਹੋਵੇ ਕੁਛ ਨਾ ਹੋਵੇ ਟਵਿਨ ਟਾਵਰ ਤਾਂ ਜ਼ਰੂਰ ਹੋਊ। ਹਾਂਜੀ, ਸੋ ਆਪਾਂ ਬਿਲਡਿੰਗਾਂ ਦੇਖਦੇ ਹਾਂ, ਪਰ ਆਪਾਂ ਥੋੜ੍ਹੇ ਬੰਦਿਆਂ ਨੂੰ ਦੇਖਦੇ ਹਾਂ। ਜੇ ਟਰੈਵਲਿੰਗ ਤਾਂ ਇਹਦੇ ਨਾਲੋਂ ਬਹੁਤ ਵੱਡਾ ਸਕੋਪ ਹੈ। ਹਾਂਜੀ, ਹੋਰ ਬਹੁਤ ਕੁਝ ਦੇਖਣਾ ਪੈਂਦਾ। ਹਾਂਜੀ, ਸੋ ਇਸੇ ਤਰ੍ਹਾਂ ਹੀ ਜਿਹੜਾ ਹੈ, ਜਿਵੇਂ ਕਈਆਂ ਨੂੰ ਜਿਹੜਾ ਗੱਡੀ ਭਜਾਉਣ ਦਾ ਬੜਾ ਜਿਹੜਾ ਚਾਅ ਹੁੰਦਾ ਹੈ, ਉਹ ਆਟੋ ਬਣ ਜਾਂਦੇ ਨੇ। ਹਾਂਜੀ, ਤੇ ਗੱਡੀ ਦਾ ਪੂਰਾ ਐਕਸਕਲੇਟਰ ਥੱਲੇ ਲਾਉਂਦੇ ਨੇ ਵੀ ਦੇਖੀਏ ਕਿੰਨੀ ਕੁ ਭੱਜਦੀ ਹੈ। ਹਾਂਜੀ, ਤੇ ਪੈਸੇਂਜਰ ਵਿਚਾਰੇ ਉਹ ਜਿਹੜੇ ਬੈਠੇ ਹੁੰਦੇ ਨੇ, ਉਹ ਪਹਿਲਾਂ ਯੂਰਿਨ ਕਰਕੇ ਬੈਠੇ ਹੁੰਦੇ ਨੇ, ਪਤਾ ਨਹੀਂ ਰਾਹ 'ਚ ਕਿਤੇ ਨਿਕਲ ਜਾਣੀ ਆ। ਹਾਂਜੀ, ਬੰਦਾ ਡਰ ਕੇ ਬਹੁਤ ਕੁਝ ਕੱਢ ਦਿੰਦਾ ਹੈ। ਹਾਂਜੀ, ਸੋ ਇਹੋ ਕਰਕੇ ਜਿਹੜਾ ਹੈ, ਸੋ ਇਸੇ ਤਰ੍ਹਾਂ ਹੀ ਜਿਹੜਾ ਹੈ, ਹਰ ਇੱਕ ਥਾਂ ਦਾ ਆਪਣਾ ਕੋਈ ਚੀਜ਼ ਹੈ ਜਿਹਨੂੰ ਆਪਾਂ ਜਾ ਕੇ ਇੰਜੋਏ ਕਰਦੇ ਹਾਂ। ਬਟ ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਗੁਰੂ ਨਾਨਕ ਮਹਾਰਾਜ ਜਿਵੇਂ ਸੋਚਦੇ ਨਾ, ਇਸ ਦਿਸ ਇਜ਼ ਦ ਬੈਸਟ। ਜੋ ਜਾ ਕੇ ਦੇਖੋ, ਆਬਜ਼ਰਵ ਆਪਾਂ ਕਰਨਾ ਹੈ। ਰਾਖਸ਼ ਰਹਿਨ ਥਾਨ ਹੈ ਕਾਊ। ਹਾਂ, ਕਹਿੰਦੇ ਰਾਖਸ਼, ਕਹਿੰਦੇ ਕਿ ਕਈ ਥਾਂ ਤੇ ਰਾਖਸ਼ ਰਹਿੰਦੇ ਨੇ, ਕਈ ਥਾਂ ਤੇ ਦੇਵਤੇ ਰਹਿੰਦੇ ਨੇ, ਕਈ ਥਾਂ ਤੇ ਮਨੁੱਖ ਰਹਿੰਦੇ ਹਨ। ਕਿਤ ਧਰਮੀ ਕਿਤ ਅੱਗੀ ਬਸੰਤੇ। ਹਾਂ, ਕਿਤੇ ਕੋਈ ਧਰਮੀ ਲੋਕ ਰਹਿੰਦੇ ਨੇ, ਧਰਮ ਨੂੰ ਕਮਾਉਣ ਵਾਲੇ, ਕਿਤੇ ਕੋਈ ਪਾਪੀ ਲੋਕ ਰਹਿੰਦੇ ਹਨ। ਕਹੂੰ ਦੁਖੀ ਕਹਿ ਸੁਖੀ ਰਹਤੇ। ਹਾਂ, ਕਈ ਥਾਂ ਤੇ ਲੋਕ ਦੁਖੀ ਨੇ, ਕਈ ਥਾਂ ਤੇ ਕੋਈ ਸੁਖੀ ਹੈ। ਸੋ ਇਹ ਤਰ੍ਹਾਂ ਦੇ ਥਾਂ ਹਨ। ਨਿਗਮਾਗਮ ਕਿਤ ਕਥਤ ਪੁਰਾਨਾ। ਹਾਂ, ਕਈ ਥਾਵਾਂ ਤੇ ਵੇਦਾਂ ਸ਼ਾਸਤਰਾਂ ਦੀ ਪੂਜਾ ਹੁੰਦੀ ਹੈ, ਕਥਾ ਹੁੰਦੀ ਹੈ, ਪੜ੍ਹੇ ਜਾਂਦੇ ਹਨ, ਪੜ੍ਹਾਏ ਜਾਂਦੇ ਹਨ। ਕਹੂੰ ਤੁਰਕ ਹੈ ਪਠਤ ਪੁਰਾਨਾ। ਹਾਂ, ਕਈ ਥਾਵਾਂ ਤੇ ਤੁਰਕ ਮੁਸਲਮਾਨ ਨੇ ਜੋ ਆਪਣੀਆਂ ਕਿਤਾਬਾਂ ਪੜ੍ਹਦੇ ਹਨ, ਕੁਰਾਨ ਪੜ੍ਹਦੇ ਹਨ। ਦੇਸ਼ ਵਿਦੇਸ਼ਨ ਕੀ ਬਹੁ ਭਾਖਾ। ਕਹਿਣਗੇ ਫਿਰ ਬੋਲੀ ਦੇਖੋ, ਕਿੰਨੇ ਤਰ੍ਹਾਂ ਦੀ ਬੋਲੀ ਹੈ ਦੁਨੀਆ ਦੇ ਵਿੱਚ। ਹਾਂਜੀ, ਤਰ੍ਹਾਂ ਦੀਆਂ ਬੋਲੀਆਂ ਬੋਲਦੇ ਹਨ, ਲੈਂਗੁਏਜ ਹਨ। ਚਲੋ ਵੀ ਲੋਕਨ ਕੀ ਅਬਲਿਆਖਾ। ਕਹਿਣਗੇ ਚਲੋ ਭਾਈ ਮਰਦਾਨਾ ਤੇ ਭਾਈ ਬਾਲਾ ਆਪਾਂ ਚਲੀਏ, ਜਾ ਕੇ ਦੇਖ ਕੇ ਆਈਏ, ਸਾਨੂੰ ਵੀ ਇੱਛਾ ਹੀ ਦੇਖਣ ਦੀ। ਸੁਨ ਕਰ ਬਚਨ ਕਹਿਤ ਮਰਦਾਨਾ। ਇਹ ਗੱਲ ਸੁਣ ਕੇ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਹੈ, ਪ੍ਰਭੂ ਸਮਰੱਥ ਸਕਲ ਗੁਣ ਖਾਨਾ। ਹੇ ਪ੍ਰਭੂ, ਤੁਸੀਂ ਸਮਰੱਥ ਹੋ, ਜੋ ਚਾਹੁੰਦੇ ਤੁਸੀਂ ਕਰ ਸਕਦੇ ਹੋ। ਸਗਲ ਗੁਣ ਖਾਨਾ, ਸਾਰੇ ਗੁਣਾਂ ਦੀ ਤੁਸੀਂ ਖਾਨ ਟ੍ਰੈਸ਼ਰ ਹੋ। ਜੈ ਇੱਛਾ ਤੁਮ ਚਲੋ ਅਗਾਰੀ। ਮਹਾਰਾਜ, ਜਿੱਥੇ ਤੁਹਾਡੀ ਇੱਛਾ ਹੈ ਨਾ, ਤੁਸੀਂ ਮੂਹਰੇ ਚੱਲੋ ਤੇ ਅਸੀਂ ਰਾਵਰ ਕੀ ਸਦਾ ਪਛਾੜੀ। ਹਮੇਸ਼ਾ ਤੁਹਾਡੇ ਪਿੱਛੇ ਆਵਾਂਗੇ। ਮਹਾਰਾਜ, ਤੁਸੀਂ ਸਾਹਮਣੇ ਤੁਸੀਂ ਤੁਰਿਓ, ਅਸੀਂ ਤੁਹਾਡੇ ਪਿੱਛੇ ਹਾਂ। wherever you go we will follow you। ਹਾਂਜੀ, ਤੁਮ ਸੰਪ੍ਰਭ ਕੀ ਸ਼ਰਨ ਹੈ ਛੋਰੀ। ਮਹਾਰਾਜ, ਤੁਸੀਂ ਪ੍ਰਭੂ ਰੂਪ ਹੋ, ਤੁਸੀਂ ਪਰਮਾਤਮਾ ਹੋ। ਮਹਾਰਾਜ, ਤੁਹਾਡੇ ਵਰਗੇ ਪਰਮਾਤਮਾ ਸੁਆਮੀ ਦੀ ਅਸੀਂ ਸ਼ਰਨ ਛੱਡ ਕੇ ਕਿੱਥੇ ਜਾਣਾ। ਮਹਾਰਾਜ, ਅਸੀਂ ਤਾਂ ਤੁਹਾਡੇ ਨਾਲ ਹੀ ਹਾਂ। ਕਾਂ ਕੋ ਗਾਹਾਂ ਅਲੰਬ ਬਹੋਰੀ। ਮਹਾਰਾਜ, ਤੁਹਾਡੇ ਤੋਂ ਬਗੈਰ ਅਸੀਂ ਕਿਹਦਾ ਆਸਰਾ ਪਕੜੀਏ? ਸਾਨੂੰ ਕੋਈ ਆਸਰਾ ਨਹੀਂ ਦਿਖਾਈ ਦਿੰਦਾ। ਗੁਰੂ ਨਾਨਕ ਸਾਹਿਬ ਜੀ, ਤੁਸੀਂ ਇਕੱਲੇ ਹੀ ਹੋ ਸਾਡੇ ਆਸਰੇ। ਸੁਨੋ ਗੁਰੂ ਅੰਗਦ ਗਤ ਦਾਨੀ। ਸੋ ਇਹ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਸੰਬੋਧਨ ਕਰਕੇ ਕਹਿੰਦੇ ਸੁਣੋ ਗੁਰੂ ਅੰਗਦ ਗਤ ਦਾਨੀ। ਹੇ ਗੁਰੂ ਅੰਗਦ ਦੇਵ ਜੀ, ਗਤ ਮੁਕਤੀ ਨੂੰ ਦੇਣ ਵਾਲੇ। ਬੰਦ ਪਾਨ ਪੁਨ ਮੈਂ ਕਹਿ ਬਾਨੀ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਦੱਸ ਰਿਹਾ, ਕਹਿੰਦੇ ਉਸ ਵੇਲੇ ਜਦੋਂ ਭਾਈ ਮਰਦਾਨੇ ਨੇ ਇਹ ਗੱਲ ਕਹੀ, ਕਹਿੰਦਾ ਮੈਂ ਵੀ ਹੱਥ ਜੋੜ ਲਏ। ਮੈਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਨੂੰ ਇਹ ਬੇਨਤੀ ਕੀਤੀ, ਦੀਨ ਦਇਆਲ ਰਾਖ ਨਿਜ ਸਾਥਾ। ਹੇ ਦੀਨਾਂ ਦੇ ਦਿਆਲੂ, ਦੀਨਾਂ ਤੇ ਕਿਰਪਾ ਕਰਨ ਵਾਲੇ, ਗਰੀਬਾਂ ਦੇ ਰੱਖਿਅਕ, ਗਰੀਬਾਂ ਦੇ ਦਾਤੇ, ਕਹਿੰਦੇ ਮਹਾਰਾਜ ਮੈਨੂੰ ਆਪਣੇ ਕੋਲ ਰੱਖਿਓ।
ਮੈਨੂੰ ਆਪਣੇ ਨਾਲੋਂ ਵਿਛੋੜਿਓ ਨਾ ਕਿਤੇ ਵੀ, ਹਮੇਸ਼ਾ ਮੈਨੂੰ ਆਪਣੇ ਕੋਲ ਰੱਖਿਓ। तुम सम देखो और ना नाथा। ਕਿਉਂਕਿ ਤੁਹਾਡੇ ਵਰਗਾ ਸਵਾਮੀ ਮੈਂ ਕਿਤੇ ਨਹੀਂ ਦੇਖਿਆ, ਨਾ ਮੈਂ ਕਿਤੇ ਸੁਣਿਆ ਹੈ ਵੀ ਤੁਹਾਡੇ ਵਰਗਾ ਸਵਾਮੀ ਵੀ ਕੋਈ ਹੈਗਾ ਹੈ। ਤੁਸੀਂ ਸਭ ਤੋਂ ਚੰਗੇ, ਸਭ ਤੋਂ ਦਿਆਲੂ ਸਵਾਮੀ ਤੁਸੀਂ ਆਪ ਹੋ। सुन कै बचन प्रसीद बसाला। ਕਹਿਣਗੇ ਇਹ ਸਾਡੀਆਂ ਗੱਲਾਂ ਸੁਣ ਕੇ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਬਹੁਤ ਖੁਸ਼ ਹੋਏ। भई परदोख उठे ते काला। ਉਸ ਵੇਲੇ ਕਹਿੰਦੇ ਗੱਲਾਂ ਕਰਦਿਆਂ ਕਰਦਿਆਂ ਸੰਧਿਆ ਹੋ ਗਈ, ਜੋ ਸਨਸੈਟ ਦਾ ਸਮਾਂ ਆ ਗਿਆ। आए नगर विखै निज सदना। ਅਸੀਂ ਉਸ ਵੇਲੇ ਆਪਣੇ ਨਗਰ ਤਲਵੰਡੀ ਵਿੱਚ ਆ ਗਏ। पर फुल्लत अरविंद सो बदना। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਰੀਰ ਜਿਹੜਾ ਪ੍ਰਫੁੱਲਤ ਸੀਗਾ, ਜਿਵੇਂ ਕਮਲ ਕੋਲ ਖਿੜਿਆ ਹੁੰਦਾ ਹੈ ਨਾ, ਮਹਾਰਾਜ ਇਸ ਤਰ੍ਹਾਂ ਆਨੰਦ ਵਿੱਚ ਖਿੜੇ ਹੋਏ ਸਨ। सवैया बैन कहे निज धाम विखे। अब नानक जी चल बे कित्यारा। ਕਹਿਣਗੇ ਬੈਨ ਕਹੇ ਨਿਜ ਧਾਮ ਵਿਖੇ। ਕਹਿਣ ਭਾਈ ਬਾਲਾ ਜੀ ਕਹਿੰਦੇ ਮੈਂ ਘਰੇ ਜਾ ਕੇ ਦੱਸਦਾ ਵੀ ਗੁਰੂ ਨਾਨਕ ਸਾਹਿਬ ਜੀ ਕਿਤੇ ਜਾ ਰਹੇ ਹਨ। संग चलै तिनके हम तां छिन। प्रीत बसाल दयाल उदारा। ਕਹਿਣਗੇ ਇਸ ਕਰਕੇ ਮੈਂ ਘਰ ਵਿੱਚ ਜਾ ਕੇ ਦੱਸ ਦਿੱਤਾ ਵੀ ਗੁਰੂ ਨਾਨਕ ਸਾਹਿਬ ਜੀ ਜਾ ਰਹੇ ਨੇ, ਮੈਂ ਵੀ ਉਹਨਾਂ ਨਾਲ ਜਾ ਰਿਹਾ ਹਾਂ। ਤੇ ਕਹਿੰਦੇ ਪ੍ਰੀਤ ਵਿਸਾਲ ਦਿਆਲ ਉਦਾਰਾ, ਮੈਨੂੰ ਬੜਾ ਪ੍ਰੇਮ ਹੈ ਗੁਰੂ ਨਾਨਕ ਸਾਹਿਬ ਜੀ ਨਾਲ, ਤੇ ਮੈਂ ਉਹਨਾਂ ਦਾ ਪਿੱਛਾ ਨਹੀਂ ਛੱਡ ਸਕਦਾ। ਮੈਂ ਜਿੱਥੇ ਉਹ ਜਾਣਗੇ ਮੈਂ ਉੱਥੇ ਹੀ ਜਾਣਾ, ਉਹ ਦਇਆ ਦਾ ਘਰ ਹੈ ਮੇਰਾ। या सुध पी जब श्री गुरु आल्या। मात पिता सुध है बसारा। ਹੁਣ ਕੀ ਹੋਇਆ, ਭਾਈ ਬਾਲੇ ਨੇ ਆਪਣੇ ਘਰ ਗੱਲ ਕੀਤੀ। ਹੁਣ ਦੇਖੋ ਨਾ, ਇਹ ਪੰਜਾਬੀਆਂ ਦਾ ਨੈਟਵਰਕ ਜਿਹੜਾ ਹੈ ਬੜਾ ਤਕੜਾ ਹੈ। ਭਾਈ ਬਾਲੇ ਨੇ ਆਪਣੇ ਘਰ ਗੱਲ ਕੀਤੀ, ਇਮੀਡੀਏਟਲੀ ਕਹਿੰਦੇ ਉਹ ਗੱਲ ਜਿਹੜੀ ਸੀ ਗੁਰੂ ਨਾਨਕ ਸਾਹਿਬ ਦੇ ਘਰ ਪਹੁੰਚ ਗਈ। ਗੁਰੂ ਨਾਨਕ ਸਾਹਿਬ ਦਾ ਦੱਸਿਆ ਵੀ ਨਹੀਂ ਸੀ ਘਰ ਜਾ ਕੇ, ਉਹ ਗੱਲ ਪਹੁੰਚ ਗਈ ਜੀ। चिंत बदे और अंतरपुर। निरंतर दीन चलै नहचारा। ਤੇ ਇਹ ਗੱਲ ਨੂੰ ਸੁਣ ਕਰਕੇ ਜਿਹੜਾ ਹਨ ਮਾਤਾ ਪਿਤਾ, ਜਿਹੜਾ ਮਾਤਾ ਤ੍ਰਿਪਤਾ ਜੀ ਤੇ ਪਿਤਾ ਕਾਲੂ ਜੀ, ਉਹ ਦੋਵਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ। ਜਦੋਂ ਗੱਲ ਦਾ ਪਤਾ ਲੱਗਿਆ, ਕਹਿਣ ਲੱਗੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਆਪਣੀ ਸੁਰਤੇ ਗਵਾਲੀ। ਕਹਿੰਦੇ ਮੇਰਾ ਬੱਚਾ ਚੱਲਿਆ, ਹੁਣ ਮੇਰਾ ਬੇਟਾ ਚੱਲਿਆ। ਬਸ ਉਹਨਾਂ ਨੇ ਤਾਂ ਐਂ ਲੱਗਿਆ ਵੀ ਜਿਵੇਂ ਸਭ ਕੁਝ ਮੁੱਕ ਗਿਆ ਹੁੰਦਾ ਹੈ। ਤੋ ਕਹਿੰਦੇ ਚਿੰਤ ਬਦੀ, ਕਹਿਣ ਲੱਗੇ ਉਹਨਾਂ ਦੇ ਹਿਰਦੇ ਵਿੱਚ ਬੜੀ ਚਿੰਤਾ ਹੋਈ, ਫਿਕਰ ਹੋਣ ਲੱਗ ਗਿਆ ਬਹੁਤ ਸਾਰਾ। ਨਿਰੰਤਰ ਦੀਨ ਚਲਹਿ ਨਹਿਚਾਰਾ, ਹਰ ਵੇਲੇ ਕਹਿਣ ਲੱਗੇ ਉਹ ਬੜੇ ਡਰਦੇ ਜੇ ਰਹਿੰਦੇ ਸਨ ਵੀ ਪਤਾ ਨਹੀਂ ਮੇਰੇ ਬੇਟੇ ਨੇ ਕਦੋਂ ਕਹਿਣਾ ਮੈਂ ਚਲਿਆ ਜਾਣਾ। ਸੋ ਉਹਨਾਂ ਨੂੰ ਇਹੀ ਡਰ ਹਮੇਸ਼ਾ ਰਹਿੰਦਾ ਸੀ। ਰਾਏ ਬੁਲਾਰ ਆਵਾਸ ਗਏ। ਤੈ ਜਾਵਤ ਹੀ ਬਾਰੋ ਦਿਨ ਕੀਨੋ। ਉਹਨਾਂ ਨੇ ਕੀ ਕੀਤਾ, ਮਾਤਾ ਤ੍ਰਿਪਤਾ ਜੀ ਤੇ ਪਿਤਾ ਕਾਲੂ ਜੀ ਨੇ, ਤੇ ਉੱਥੇ ਕੀ ਕੀਤਾ, ਭਾਈ ਜਿਹੜਾ ਰਾਏ ਬੁਲਾਰ ਦੇ ਘਰ ਚਲੇ ਗਏ। ਰਾਏ ਬੁਲਾਰ ਦੇ ਘਰ ਜਾ ਕਰਕੇ ਉੱਥੇ ਰੋਣ ਲੱਗ ਪਏ। श्री गुरु की जननी और आतुर। तात गयो पित भ्रात सो तीनों। ਤੇ ਨਾਲ ਜਿਹੜਾ ਹਨ ਆਪਣਾ ਚਾਚਾ ਕਾਲੂ, ਜਿਹੜਾ ਹਨ ਲਾਲੂ ਜੀ ਵੀ ਚਲੇ ਗਏ। ਸੋ ਲਾਲੂ ਜੀ ਵੀ ਨਾਲ ਨੇ, ਬਾਬਾ ਮਹਿਤਾ ਕਾਲੂ ਜੀ ਵੀ ਨੇ, ਤੇ ਮਾਤਾ ਤ੍ਰਿਪਤਾ ਜੀ। ਮਾਤਾ ਤ੍ਰਿਪਤਾ ਜੀ ਨੇ ਜਾ ਕੇ ਉੱਥੇ ਰੁਦਨ ਕੀਤਾ, ਬੜਾ ਰੋਣਾ ਕੀਤਾ। ਹੋਏ ਅਦੀਨ ਕਹੇ ਮੁਖ ਸੋ ਬਚ। ਨਾਨਕ ਤਾਮ ਰਖੋ ਜਿਵ ਜੀਨੋ। ਤੇ ਬੇਨਤੀ ਕਰਦੀ ਹੈ ਰਾਏ ਬੁਲਾਰ ਨੂੰ ਕਿ ਮੇਰੇ ਪੁੱਤਰ ਨਾਨਕ ਨੂੰ ਜਿਵੇਂ ਕਿਵੇਂ ਵੀ ਘਰੇ ਰੱਖ ਲਾ, ਉਹਨਾਂ ਨੂੰ ਮਨਾ ਲਾ ਵੀ ਇੱਥੇ ਰਹਿਣ ਤਲਵੰਡੀ ਵਿੱਚ। ਯੋ ਕਹੇ ਸਵਾਸ ਲਿਓ ਜਬ ਹੀ। ਸੁਨ ਰਾਏ ਤਬੈ ਕਰਨਾ ਰਸ ਪੀਨੋ। ਕਹਿੰਦੇ ਇਉਂ ਕਹਿ ਕਰਕੇ ਮਾਤਾ ਜੀ ਨੇ ਜਿਹੜਾ ਹੈ ਠੰਡਾ ਸਵਾਸ ਖਿੱਚਿਆ। ਸੋ ਜਦੋਂ ਠੰਡਾ ਸਵਾਸ ਖਿੱਚਿਆ, ਇਹ ਦੇਖ ਕਰਕੇ ਰਾਏ ਬੁਲਾਰ ਨੂੰ ਤਰਸ ਆ ਗਿਆ। ਮਾਤਾ ਜੀ ਤੇ ਬੜਾ ਤਰਸ ਆਇਆ। ਭੁਜੰਗ ਪ੍ਰਯਾਦ ਭੁਜੰਗ ਛੰਦ। ਤਬੈ ਰਾਏ ਭੇਜਿਓ ਉਮੇਦਾ ਜੋ ਦਾਸੋ। ਸੋ ਉਸ ਵੇਲੇ ਰਾਏ ਬੁਲਾਰ ਨੇ ਆਪਣਾ ਇੱਕ ਸਰਵੈਂਟ, ਉਹਦਾ ਇੱਕ ਜਿਹੜਾ ਹੈ ਇੱਕ ਸਰਵੈਂਟ ਸੀ ਉਹਦੇ ਘਰ ਦਾ, ਜਿਹਦਾ ਨਾਂ ਸੀ ਉਮੀਦਾ ਉਹਦਾ ਨਾਂ ਸੀਗਾ। ਕਹਿੰਦੇ ਉਹਨੇ ਉਮੀਦਾ ਹੀ ਨੂੰ ਸੱਦਿਆ ਰਾਏ ਬੁਲਾਰ ਨੇ। ਤਪਾ ਤਾਤ ਕਾਲੂ ਕੇ ਜਾਵੋ ਸੋ ਪਾਸੂ। ਕਹਿਣਗੇ ਜੋ ਤਪਾ ਤਾਤ, ਜੋ ਇਹ ਮਹਿਤਾ ਕਾਲੂ ਜੀ ਦਾ ਪੁੱਤਰ ਤਪਾ ਹੈ, ਜੋ ਸੰਤ ਹੈ, ਮਹਾਂਪੁਰਸ਼ ਹੈ, ਕਹਿਣਗੇ ਉਹਦੇ ਕੋਲ ਜਾ ਤੂੰ ਹੁਣੇ। ਕਰੋ ਬੰਦਗੀ ਜਾਏ ਆਗੇ ਕਨੇਰੀ। ਉਹਦੇ ਅੱਗੇ ਜਾ ਕੇ ਬੰਦਗੀ ਕਰੀ, ਮੱਥਾ ਟੇਕੀ, ਮੱਥਾ ਟੇਕ ਕਰਕੇ ਇੱਕ ਅਰਦਾਸ ਕਰੀ ਉਹਨਾਂ ਦੇ ਅੱਗੇ। ਦਇਆ ਤਾਰ ਦੀ ਧਾਰ ਦੀਜੈ ਬਧੇਰੀ। ਕਹਿਣ ਲੱਗੇ ਵਿਦੇਰੀ, ਦੇਰ ਤੋਂ ਬਗੈਰ ਹੁਣੇ ਇੱਥੇ ਆ ਕੇ ਸਾਨੂੰ ਦਰਸ਼ਨ ਦੇਣ ਗੁਰੂ ਨਾਨਕ ਸਾਹਿਬ ਜੀ। ਉਮੀਦਾ ਗਇਓ ਬੇਗਬਾਨੀ ਅਲਾਈ। ਸੋ ਉਮੀਦਾ ਚਲਿਆ ਗਿਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ, ਤੇ ਛੱਤੀ ਜਾ ਕੇ ਉਹਨੇ ਇਹ ਗੱਲ ਕਹੀ। ਤਪਾ ਜੀ ਤੁਮੈ ਬੰਦਗੀ ਰਾਏ ਗਾਈ। ਕਹਿਣ ਲੱਗੇ ਤਪਾ ਜੀ, ਗੁਰੂ ਨਾਨਕ ਸਾਹਿਬ ਨੂੰ ਤਪਾ ਜੀ ਕਹਿੰਦਾ ਉਮੀਦਾ। ਕਹਿੰਦੇ ਤਪਾ ਜੀ ਤੁਹਾਨੂੰ ਰਾਏ ਬੁਲਾਰ ਨੇ ਸੱਦਿਆ ਹੈ, ਤੁਹਾਨੂੰ ਯਾਦ ਕੀਤਾ ਹੈ। ਇੱਕ ਵਾਰ ਐ ਕਹਿ ਦੀਦਾਰੰ ਦੀਜੀਐ। ਉਹਨਾਂ ਦੀ ਬੇਨਤੀ ਹੈ ਕਿ ਇੱਕ ਵਾਰ ਆ ਕੇ ਸਾਡੇ ਘਰੇ ਸਾਨੂੰ ਆ ਕੇ ਦਰਸ਼ਨ ਦੇ ਦਿਓ। ਜਿਤੰ ਫੇਰ ਜਾਨੋ ਭਿਆਨੂ ਕਰੀਜੈ। ਫੇਰ ਬਾਅਦ ਵਿੱਚ ਜਿੱਥੇ ਤੁਸੀਂ ਜਾਣਾ ਤੁਸੀਂ ਜਾ ਸਕਦੇ, ਪਰ ਇੱਕ ਵਾਰ ਰਾਏ ਬੁਲਾਰ ਦੀ ਬੰਦਗੀ ਹੈ, ਬੇਨਤੀ ਹੈ ਕਿ ਇੱਕ ਵਾਰ ਆ ਕੇ ਦਰਸ਼ਨ ਦੇ ਦੇਣ। ਸਵਈਆ ਯੋ ਸੁਨ ਕੇ ਤਬ ਨਾਨਕ ਜੀ ਤਜ ਆਸਨ ਕੋ ਤੇ ਸੰਗ ਪਧਾਰੇ। ਉਸੇ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਸੁਣ ਕੇ ਨਾ, ਮਹਾਰਾਜ ਜੀ ਜਿੱਥੇ ਬੈਠੇ
ਬੈਠੇ ਸਨ ਉੱਠ ਕੇ ਖੜੇ ਹੋ ਗਏ, ਉੱਠ ਕੇ ਖੜੇ ਹੋ ਕੇ ਜਾਣ ਦੀ ਤਿਆਰੀ ਕਰ ਲਈ। ਰਾਏ ਹਿਰਦੈ ਸੁਖ ਸੋ ਬਿਕਸਾ ਨਿਜ ਪ੍ਰੀਤਮ ਕੋ ਜਬ ਰੂਪ ਨਿਹਾਰੇ। ਹੁਣ ਰਾਏ ਬੁਲਾਰ ਬੈਠਾ ਦੇਖਦਾ ਹੈ ਗੁਰੂ ਨਾਨਕ ਸਾਹਿਬ ਜੀ ਆ ਰਹੇ ਨੇ, ਅੱਖਾਂ ਦੇ ਗੋਚਰੇ ਗੁਰੂ ਨਾਨਕ ਜੀ ਪਏ, ਗੁਰੂ ਨਾਨਕ ਸਾਹਿਬ ਜੀ ਆ ਰਹੇ ਨੇ। ਤੇ ਇਹ ਦੇਖ ਕੇ ਨਿਜ ਪ੍ਰੀਤਮ ਕੋ ਜਬ ਰੂਪ ਨਿਹਾਰੇ, ਜਦੋਂ ਆਪਣੇ ਪਿਆਰੇ ਦਾ ਰੂਪ ਦੇਖਿਆ ਰਾਏ ਬੁਲਾਰ ਨੇ, ਉਠਤ ਪਾਮਚ ਉੱਪਰ ਤੇ ਟਿਕ ਸ੍ਰੀ ਗੁਰ ਜਾਏ ਕਹਿ ਕੀਨ ਨਿਵਾਰੇ। ਉਸੇ ਵੇਲੇ ਜਿਹੜਾ ਹੈ ਮੰਚ ਮਿੰਜੇ ਤੇ ਬੈਠੇ ਸਨ ਰਾਏ ਬੁਲਾਰ, ਬੁੱਢਾ ਸਰੀਰ ਹੈ, ਉੱਠਿਆ ਨਹੀਂ ਜਾਂਦਾ। ਉਸ ਵੇਲੇ ਉਹਨੇ ਉੱਠਣ ਦੀ ਕੋਸ਼ਿਸ਼ ਕੀਤੀ, ਉਸ ਜਿਹੜਾ ਹੈ ਵੀ ਮੈਂ ਉੱਠ ਕੇ ਸਤਿਕਾਰ ਕਰਾਂ ਗੁਰੂ ਨਾਨਕ ਸਾਹਿਬ ਜੀ ਦਾ। ਜਦੋਂ ਉੱਠਣ ਲੱਗੇ ਉਸੇ ਵੇਲੇ ਗੁਰੂ ਨਾਨਕ ਸਾਹਿਬ ਨੇ ਭੱਜ ਕੇ ਆ ਕੇ ਰਾਏ ਬੁਲਾਰ ਨੂੰ ਹਟਾਤਾ ਵੀ ਨਾ ਉੱਠੋ, ਬੈਠੇ ਰਹੋ। ਬੰਧਨ ਕੀਨ ਅਧੀਨ ਭਇਓ ਮੁਖ ਬਾਖ ਮਿਨੈ ਨਿਜ ਊਚ ਬਿਠਾਰੇ। ਤੇ ਉਸ ਵੇਲੇ ਬੰਧਨ ਕੀਨ ਬੈਠੇ ਬੈਠੇ ਰਾਏ ਬੁਲਾਰ ਨੇ ਸਤਿਗੁਰਾਂ ਨੂੰ ਬੰਦਨਾ ਕੀਤੀ, ਮੱਥਾ ਟੇਕਿਆ ਤੇ ਕਹਿੰਦੇ ਅਧੀਨ ਭਇਓ, ਬੜੇ ਅਧੀਨ ਹੋ ਗਏ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਬਾਣੀ ਉਹਨਾਂ ਦੀ ਗਦ ਹੋ ਗਈ, ਆਨੰਦ ਉਹਨਾਂ ਨੂੰ ਆਉਣ ਲੱਗ ਪਿਆ। ਤੇ ਕਹਿੰਦੇ ਮੁਖ ਭਾਖ ਬਿਨੈ, ਆਪਣੇ ਮੁਖ ਤੋਂ ਮੂੰਹ ਤੋਂ ਉਹਨਾਂ ਨੇ ਬੇਨਤੀ ਕੀਤੀ ਤੇ ਉੱਚ ਬਿਠਾਰੇ, ਆਪਣੇ ਤੋਂ ਉੱਚਾ ਕਰਕੇ ਬਿਠਾਇਆ ਗੁਰੂ ਨਾਨਕ ਸਾਹਿਬ ਨੂੰ, ਜਿੱਥੇ ਬੈਠੇ ਸਨ ਉੱਚੇ ਥਾਂ ਤੇ ਬਿਠਾਏ। ਤਾਤ ਰੂ ਮਾਤ ਤੁਮਾਰ ਬ੍ਰਹਾਤੁਰ ਸਾਗਰ ਮੋਹ ਮੈਂ ਹੋਏ ਬਗਨਾਈ। ਦੇਖੋ ਕਹਿੰਦੇ ਤਾਤ ਰੋ ਮਾਤ, ਕਹਿੰਦੇ ਤੁਹਾਡਾ ਪਿਤਾ ਤੇ ਤੁਹਾਡੀ ਮਾਤਾ ਕਹਿੰਦੇ ਬਹੁਤ ਦੁਖੀ ਨੇ, ਇੰਨੇ ਦੁਖੀ ਨੇ ਕਿ ਮੋਹ ਦੇ ਸਾਗਰ ਦੇ ਵਿੱਚ ਗੋਤੇ ਖਾ ਰਹੇ, ਇਹ ਮੋਹ ਦੇ ਸਾਗਰ ਦੇ ਵਿੱਚ ਗੋਤੇ ਖਾ ਰਹੇ ਨੇ। ਕਹਿੰਦੇ ਹੇ ਪਾਤਸ਼ਾਹ ਥੋੜਾ ਤਰਸ ਕਰ ਲਾ। ਹੀਨ ਅਲੰਬ ਤਰੈ ਤਿਹ ਕੋ ਕਰ ਜਾਣਤ ਹੋ ਸਭ ਪੀਰ ਪੜਾਈ। ਕਹਿੰਦੇ ਹੀਨ ਅਲੰਬ, ਕਹਿੰਦੇ ਹੇ ਨਾਨਕ ਤੂੰ ਆਪਣੇ ਮਾਤਾ ਪਿਤਾ ਨੂੰ ਬਿਨਾਂ ਕੋਈ ਆਸਰੇ ਤੋਂ ਛੱਡ ਕੇ ਚੱਲਿਆ, ਵਿਚਾਰੇ ਇਕੱਲੇ ਹਨ ਇੱਥੇ। ਤੇ ਕਹਿੰਦੇ ਇਸ ਕਰਕੇ ਜਾਣਤ ਹੋ ਸਭ ਪੀਰ ਪਰਾਈ, ਕਹਿੰਦੇ ਕਿ ਮੇਰੇ ਸ਼ਾਹ ਨਾਨਕ ਤੂੰ ਸਭ ਕੁਝ ਜਾਣਦਾ ਹੈ, ਤੂੰ ਸਾਰੀਆਂ ਪਰਾਈਆਂ ਪੀੜਾਂ ਨੂੰ ਜਾਣਨ ਵਾਲਾ ਹੈ, ਤੂੰ ਆਪਣੇ ਮਾਤਾ ਪਿਤਾ ਦੀ ਪੀੜ ਨੂੰ ਵੀ ਜਾਣ ਕੇ ਇਹਨਾਂ ਨੂੰ ਨਾ ਛੱਡ ਕੇ ਜਾ। ਕਹਿਤਿਨ ਗਿਆਨ ਕੋ ਕੇ ਬੋਧ ਚਟਾਵ ਹੋ ਮੋਹ ਕਲੋਲ ਤੇ ਪਾਰ ਲੰਗਾਈ। ਦੇਖੋ ਜਿਹੜਾ ਹਨ ਰਾਏ ਬੁਲਾਰ ਦੇਖੋ ਕੀ ਕਹਿੰਦਾ ਹੈ, ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਦੋ ਚੋਇਸ ਆ, ਜਾਂ ਤਾਂ ਨਾ ਜਾਓ, ਜਾਂ ਕਹਿੰਦੇ ਇਹਨਾਂ ਨੂੰ ਜਿਹੜਾ ਕਹਿਤਿਨ ਗਿਆਨ ਕੋ ਪੋਤ ਚੜਾਓ, ਇਹਨਾਂ ਨੂੰ ਗਿਆਨ ਦੇ ਜਹਾਜ਼ ਤੇ ਚੜਾ ਦਿਓ, ਮਤਲਬ ਇਹਨਾਂ ਨੂੰ ਗਿਆਨ ਕਰਾ ਦਿਓ, ਗਿਆਨ ਕਰਾ ਦਿਓ ਕਿ ਤੁਸੀਂ ਪਰਮੇਸ਼ਰ ਰੂਪ ਹੋ, ਤੁਸੀਂ ਆਤਮਾ ਰੂਪ ਹੋ, ਤੁਸੀਂ ਇਹਨਾਂ ਨੂੰ ਗਿਆਨ ਕਰਾ ਦਿਓ। ਤਾਂ ਕਰਕੇ ਫਿਰ ਇਹਨਾਂ ਨੂੰ ਮੋਹ ਨਹੀਂ ਸਤਾਏਗਾ, ਇਹਨਾਂ ਨੂੰ ਮੋਹ ਨਹੀਂ ਤੰਗ ਕਰੇਗਾ। ਜੇ ਇਹਨਾਂ ਨੂੰ ਜਿਹੜਾ ਗਿਆਨ ਹੋ ਜੇ, ਮੋਹ ਕਲੋਲ ਤੇ ਪਾਰ ਲੰਘਾਈ, ਮੋਹ ਰੂਪੀ ਤਰੰਗ ਜਿਹੜੇ ਉੱਠਦੇ ਆ ਨਾ, ਲਹਿਰਾਂ ਜਿਹੜੀਆਂ ਮੋਹ ਦੀਆਂ ਉੱਠਦੀਆਂ ਨੇ, ਉਹ ਸਾਰੀਆਂ ਸ਼ਾਂਤ ਹੋ ਜਾਣਗੀਆਂ ਜੇ ਕਿਤੇ ਤੁਸੀਂ ਇਹਨੂੰ ਗਿਆਨ ਦੇ ਜਹਾਜ਼ ਤੇ ਚੜਾ ਦਿਓ। ਦੇਖੋ ਰਾਏ ਬੁਲਾਰ ਕਹਿ ਰਿਹਾ ਹੈ ਜਾਂ ਤਾਂ ਮਹਾਰਾਜ ਨਾ ਜਾਓ, ਜੇ ਜਾਣਾ ਤਾਂ ਇਹਨਾਂ ਨੂੰ ਗਿਆਨ ਦੇ ਜਹਾਜ਼ ਤੇ ਚੜਾ ਦਿਓ, ਤਾਂ ਕਰਕੇ ਇਹਨਾਂ ਨੂੰ ਮੋਹ ਨਾ ਤੰਗ ਕਰੇ। ਸੋ ਦੇਖੋ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਅਵਸਥਾ ਵਿੱਚ ਤੁਸੀਂ ਦੇਖੋ, ਜੇ ਆਪਾਂ ਥੋੜੀ ਬਹੁਤੀ ਆਪਣੀ ਤੁੱਛ ਬੁੱਧੀ ਨਾ ਜਿਹੜੀ ਆਪਾਂ ਥੋੜਾ ਸਮਝਣ ਦੀ ਕੋਸ਼ਿਸ਼ ਕਰੀਏ, ਦੇਖੋ ਕਿੰਨੀ ਔਖੀ ਗੱਲ ਹੈ। ਹੁਣ ਮਾਤਾ ਪਿਤਾ ਨੂੰ ਰੋਂਦਿਆਂ ਛੱਡ ਕੇ ਜਾਣਾ, ਹਾਂਜੀ, ਮਾਤਾ ਪਿਤਾ ਦਾ ਦੁੱਖ ਆਪਣੇ ਅੱਖਾਂ ਨਾਲ ਦੇਖਣਾ। ਫਿਰ ਜਿਹੜਾ ਹੈ ਗੁਰੂ ਨਾਨਕ ਸਾਹਿਬ ਇਹ ਵੀ ਨਹੀਂ ਚਾਹੁੰਦੇ ਕਿ ਉਹ ਮੈਨੂੰ ਪਰਮੇਸ਼ਰ ਜਾਣਨ, ਮਹਾਰਾਜ ਆਪਣਾ ਪਰਮੇਸ਼ਰ ਦਾ ਰੂਪ ਨਹੀਂ ਦਿਖਾਉਣਾ ਚਾਹੁੰਦੇ, ਕਿਉਂਕਿ ਮਾਤਾ ਪਿਤਾ ਦਾ ਰਿਸ਼ਤਾ ਬਣਾਈ ਰੱਖਣਾ ਚਾਹੁੰਦੇ ਨੇ। ਉਹ ਫਿਰ ਵੀ ਆਪਣੇ ਮਾਤਾ ਪਿਤਾ ਦੇ ਚਰਨੀ ਹੱਥ ਲਾਉਣਾ ਚਾਹੁੰਦੇ ਨੇ, ਉਹ ਫਿਰ ਵੀ ਆਪਣੇ ਮਾਂ-ਬਾਪ ਨੂੰ ਮੱਥਾ ਟੇਕਣਾ ਚਾਹੁੰਦੇ ਨੇ। ਜੇ ਉਹਨਾਂ ਨੂੰ ਪਤਾ ਲੱਗੇ ਵੀ ਪਰਮੇਸ਼ਰ ਆ, ਫਿਰ ਕਿਤੇ ਮੱਥਾ ਟੇਕਣ ਦੇਣਗੇ, ਫਿਰ ਤਾਂ ਮਾਂ-ਬਾਪ ਦਾ ਰਿਸ਼ਤਾ ਹੀ ਮੁੱਕ ਜਾਣਾ ਨਾ। ਸੋ ਦੇਖੋ ਗੁਰੂ ਨਾਨਕ ਸਾਹਿਬ ਜੀ ਕੈਸੇ ਹਨ। ਨਾ ਤੁਰ ਹੋਕਰ ਤੀਰ ਮਿਲੋ ਤੁਮ ਤੀਰ ਸਰੀਰ ਤਰੈ ਸੁਖ ਪਾਈ। ਨਹੀਂ ਤਾਂ ਮਹਾਰਾਜ ਫਿਰ ਤੁਸੀਂ ਇਉਂ ਕਰੋ, ਇੱਕ ਕੰਡਾ ਬਣ ਕੇ, ਇੱਕ ਸ਼ੌ ਬਣ ਕੇ ਤੁਸੀਂ ਆਪਣੇ ਮਾਤਾ ਪਿਤਾ ਨੂੰ ਮਿਲ ਪੋ, ਉਹਨਾਂ ਨੂੰ ਜਿਹੜਾ ਹੈ ਉਹਨਾਂ ਨੂੰ ਮਿਲ ਪੋ, ਪਾਸ ਮਤਲਬ ਉਹਨਾਂ ਦੇ ਕੋਲ ਰਹੋ ਤੁਸੀਂ। ਰਾਏ ਜੀ ਕਾਰਜ ਜਾਣ ਕੋ ਜਾਨੋ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਾਏ ਬੁਲਾਰ ਦੀ ਗੱਲ ਸੁਣ ਕੇ ਮਹਾਰਾਜ ਕਹਿੰਦੇ ਰਾਏ ਜੀ ਅਸੀਂ ਜਿਹੜੇ ਹਨ ਕਾਰਜ ਜਾਣ ਕੋ ਜਾਨੋ, ਅਸੀਂ ਕਾਰਜ ਕਰਨ ਵਾਸਤੇ ਚੱਲੇ ਹਾਂ, ਸਾਡਾ ਜਾਣਾ ਬਹੁਤ ਜ਼ਰੂਰੀ ਹੈ। ਗਿਆਨ ਬਖਾਨਤ ਆਨਨ ਜੋਈ, ਕਹਿੰਦੇ ਜਿਹੜਾ ਤੁਸੀਂ ਆਪਣੇ ਮੁਖ ਤੋਂ ਗਿਆਨ ਕਹਿੰਦੇ ਹੋ ਨਾ, ਵੀ ਇਹਨਾਂ ਨੂੰ ਗਿਆਨ ਦੇ ਦਿਓ, ਹਾਂਜੀ, ਜਿਹੜਾ ਤੁਸੀਂ ਆਪਣੇ ਮੂੰਹ ਤੋਂ ਕਿਹਾ ਹੈ ਨਾ ਵੀ ਆਪਣੇ ਮਾਤਾ ਪਿਤਾ ਨੂੰ ਅਸੀਂ ਗਿਆਨ ਦੇ ਦਈਏ, ਗਿਆਨ ਦੇ ਜਹਾਜ਼ ਚੜਾ ਦਈਏ। ਪਾਏ ਸਮੇਂ ਹੋਏ ਜਾਵਹਿ ਪ੍ਰਾਪਤ। ਹਾਂਜੀ ਕਹਿੰਦੇ ਪਾਏ ਸਮੇਂ,
ਸਮਾਂ ਪਾ ਕੇ ਸਾਡੇ ਮਾਤਾ ਪਿਤਾ ਨੂੰ ਗਿਆਨ ਹੋ ਜਾਏਗਾ। ਪਾਰ ਪਰੈ ਭਵ ਬੰਧਨ ਖੋਏ। ਕਹਿਣਗੇ ਪਾਰ ਪਰੇ ਸਾਡੇ ਮਾਤਾ ਪਿਤਾ ਪਾਰ ਹੋ ਜਾਣਗੇ ਇਹ ਸੰਸਾਰ ਸਮੁੰਦਰ ਦੇ ਉੱਤੋਂ। ਕਹਿਣਗੇ ਇਹਨਾਂ ਦੇ ਸਾਰੇ ਬੰਧਨ ਟੁੱਟ ਜਾਣੇ ਨੇ। ਕਹਿੰਦੇ ਇਹ ਸਮਾਂ ਪਾ ਕੇ ਆਪਣੇ ਆਪ ਹੀ ਹੋ ਜਾਣਾ ਹੈ। ਨੌਕਾ ਸੋ ਮੇਲ ਬਨਿਓ ਜਗ ਬਾਹੇ। ਕਹਿਣਗੇ ਨੌਕਾ ਸੋ, ਕਹਿਣਗੇ ਜਿਵੇਂ ਇੱਕ ਬੋਟ ਤੇ ਸਵਾਰੀਆਂ ਪੈਸੇਂਜਰ ਚੜ ਕੇ ਇੱਕ ਦੂਜੇ ਨੂੰ ਮਿਲਦੀਆਂ ਨੇ, ਜਦੋਂ ਸ਼ੌ ਆ ਜਾਂਦਾ ਸਾਰੇ ਆਪਣੇ ਆਪਣੇ ਕੰਮਾਂ 'ਤੇ ਵਿਛੜ ਜਾਂਦੇ ਨੇ। ਕਹਿੰਦੇ ਜੀਵਨ ਵੀ ਐਸਾ ਹੈ ਜਿਵੇਂ ਇੱਕ ਟਰੈਵਲਿੰਗ ਇੱਕ ਟੂਰ ਹੈ ਜਿਹਦੇ ਵਿੱਚ ਸਾਰੇ ਮਿਲਦੇ ਹਨ ਤੇ ਵਾਪਸ ਉਹ ਟ੍ਰਿਪ ਤੋਂ ਬਾਅਦ ਸਾਰੇ ਵਿਛੜ ਜਾਂਦੇ ਹਨ। ਸੰਜੋਗ ਵਿਜੋਗ ਸਮੇਂ ਸਿਰ ਹੋਈ। ਕਹਿਣਗੇ ਸੰਜੋਗ ਵੀ ਸਮੇਂ ਨਾਲ ਹੁੰਦਾ ਹੈ, ਵਿਜੋਗ ਵਿਛੋੜਾ ਵੀ ਸਮੇਂ ਦੇ ਨਾਲ ਹੁੰਦਾ ਹੈ। ਗਿਆਨੀ ਸਮਾਨ ਰਹਿ ਜੁਗ ਤੇ ਜਗ। ਕਹਿਣਗੇ ਇਸੇ ਕਰਕੇ ਗਿਆਨੀ ਸਮਾਨ, ਗਿਆਨੀ ਜਿਹੜੇ ਹੁੰਦੇ ਨੇ ਉਹ ਸਮਾਨ ਰਹਿੰਦੇ ਨੇ। ਉਹ ਸੰਜੋਗ ਤੇ ਵਿਜੋਗ ਦਾ ਬਹੁਤਾ ਸੁੱਖ ਤੇ ਬਹੁਤਾ ਦੁੱਖ ਨਹੀਂ ਮਾਣਦੇ, ਕਿਉਂਕਿ ਉਹ ਚੀਜ਼ ਨੂੰ ਐਕਸੈਪਟ ਕਰ ਚੁੱਕੇ ਹੁੰਦੇ ਨੇ ਕਿ ਇਹ ਦੁਨੀਆ ਇੱਕ ਮੇਲਾ ਹੈ ਨੌਕੇ ਦਾ। ਸੋ ਮਿਲਦੇ ਨੇ, ਵਿਛੜ ਜਾਂਦੇ ਨੇ, ਜੋ ਵਿਛੜੇ ਫਿਰ ਮਿਲਦੇ ਨੇ ਜਾਂ ਨਾ ਮਿਲਣ ਇਹ ਪਰਮੇਸ਼ਰ ਦੇ ਹੱਥ ਵਿੱਚ ਹੈ। ਇਸ ਕਰਕੇ ਗਿਆਨੀ ਲੋਕ ਆਪਣੀ ਸਮਾਨ ਅਵਸਥਾ ਵਿੱਚ ਰਹਿੰਦੇ ਹਨ। ਸ਼ੌਕ ਨਾ ਹੋਏ ਹਰਖੰਤ ਨਾ ਕੋਈ। ਹਾਂ, ਕਹਿਣਗੇ ਸ਼ੋਕ ਨਾ ਹੋਏ ਹਰਕੰਤ ਨਾ ਹੋਈ, ਨਾ ਉਹਨਾਂ ਨੂੰ ਦੁੱਖ ਹੁੰਦਾ ਹੈ ਨਾ ਉਹ ਸੁੱਖ ਮਹਿਸੂਸ ਕਰਦੇ ਹਨ। ਰਾਏ ਪਨੈ ਮੁਖ ਜੋ ਅਰਵਿੰਦ। ਸੋ ਰਾਏ ਬਣੇ। ਹੁਣ ਰਾਏ ਬੁਲਾਰ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਹਨ ਜੋ ਤੁਸੀਂ ਆਪਣੇ ਕਵਲ ਵਰਗੇ ਮੁਖ ਤੋਂ ਕਿਹਾ ਹੈ। ਨਿਦੇਸ਼ ਬਣੀ ਮਕਰੰਦ ਤੁਮਾਰੀ। ਕਹਿਣ ਲਗੇ ਕਮਲ ਮੁਖ ਤੋਂ ਜੋ ਤੁਸੀਂ ਹਾਨੀ ਵਰਗੇ ਬਚਨ ਤੁਸੀਂ ਕਹੇ ਹਨ। ਹੁਣ ਮੋਹ ਮਨ ਰੀਤ ਮਿਲੰਦ ਕੀ ਚਾਹਤ। ਕਹਿਣ ਲਗੇ ਮੋਹ ਮਨ, ਕਹਿਣ ਲਗੇ ਮੇਰਾ ਮਨ ਭੋਰਾ ਹੈ, ਮੇਰਾ ਮਨ ਬੀ ਹੈ ਜੋ ਤੁਹਾਨੂੰ ਮਿਲਣ ਵਾਸਤੇ ਚਾਹੁੰਦਾ ਹੈ। ਜੇ ਕਰਨਾ ਪ੍ਰਕਾਸ਼ ਤੁਮਾਰੀ। ਮਹਾਰਾਜ ਜੇ ਤੁਹਾਡੀ ਕਰਨਾ ਤੁਹਾਨੂੰ ਜਿਹੜਾ ਹੈ ਤਰਸ ਆ ਜਾਵੇ ਤਾਂ ਫਿਰ ਸਾਨੂੰ ਇਹ ਪ੍ਰਕਾਸ਼ ਗਿਆਨ ਹੁੰਦਾ ਹੈ। ਚਾਤ੍ਰਿਕ ਚਿੱਤ ਸਵਾਂਤ ਸੀ ਚਾਹਤ। ਦੇਖੋ ਕਹਿੰਦੇ ਜਿਵੇਂ ਚਾਤ੍ਰਿਕ ਹੈ, ਕਿਉਂ ਚਾਤ੍ਰਿਕ ਜਿਹੜਾ ਪਪੀਹਾ ਹੈ ਉਹ ਪੀਪੀਹਾ ਜਿਹੜਾ ਹੈ ਆਪਣੇ ਦਿਲ ਦੇ ਵਿੱਚ ਸਵੰਤੀ ਬੂੰਦ ਨੂੰ ਚਾਹੁੰਦਾ ਹੈ ਰਸਨਾ ਕੰਨ ਸੀ ਬਚਬਾਰੀ। ਕਹਿਣ ਲੱਗੇ ਦੇਖੋ ਬੱਦਲ ਦੀ ਇੰਨੀ ਵਗਦੀ ਧਾਰਾ ਦੇ ਵਿੱਚੋਂ ਉਹ ਸਿਰਫ ਇੱਕ ਸਵੰਤੀ ਬੂੰਦ ਹੀ ਮੰਗਦਾ ਹੈ। ਉਹ ਸਾਰਾ ਪਾਣੀ ਨਹੀਂ ਮੰਗਦਾ, ਉਹ ਸਿਰਫ ਇੱਕ ਬੂੰਦ ਇੱਕ ਡ੍ਰੌਪ ਮੰਗਦਾ ਹੈ। ਸ੍ਰੀ ਬਚਬਾਰੀ ਕਹਿਣ ਲੱਗੇ ਆਪ ਦਾ ਬਚਨ ਹੀ ਸਵੰਤੀ ਬੂੰਦ ਹੈ। ਮਹਾਰਾਜ ਇੱਕ ਬਚਨ ਵੀ ਆਪ ਜੀ ਕਹਿ ਦੋ ਨਾ ਉਹਦੇ ਨਾਲ ਸਾਡੀ ਤ੍ਰਿਪਤੀ ਹੋ ਜਾਂਦੀ ਹੈ, ਅਸੀਂ ਰੱਜ ਜਾਂਦੇ ਹਾਂ। ਆਪ ਕਰੋ ਫਰਮਾਇਸ਼ ਕੋ। ਮਹਾਰਾਜ ਤੁਸੀਂ ਕਹੋ, ਤੁਸੀਂ ਫਰਮਾਇਸ਼ ਕਰੋ। ਇੱਕ ਸੇਵ ਕਰੋ ਸਫਲੀ ਸੋ ਹਮਾਰੀ। ਮਹਾਰਾਜ ਮੇਰੀ ਇੱਕ ਸੇਵਾ ਸਫਲੀ ਕਰ ਦੋ। ਮਹਾਰਾਜ ਮੈਨੂੰ ਮੌਕਾ ਦੇ ਦਿਓ ਇੱਕ ਸੇਵਾ ਦਾ। ਹੋਤੇ ਨਾ ਸੇਵ ਭਈ ਤੁਮਰੀ ਕੱਚ। ਕਹਿਣਗੇ ਹੁਣ ਤੱਕ ਮੇਰੇ ਤੋਂ ਕੋਈ ਸੇਵਾ ਨਹੀਂ ਹੋਈ। ਰਾਏ ਬੁਲਾਰ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਜਾਂ ਤੇ ਹਿਰਦਾ ਥਿਰਤਾ ਨਹਿ ਪਾਵੈ। ਇਸ ਕਰਕੇ ਮੇਰਾ ਮਨ ਟਿਕਾਊ ਵਿੱਚ ਨਹੀਂ, ਮੈਂ ਥੋੜੀ ਸੇਵਾ ਕਰਨਾ ਚਾਹੁੰਦਾ। ਤਾਂ ਹੁਣ ਤੱਕ ਮੇਰੇ ਤੋਂ ਤੁਹਾਡੀ ਕੋਈ ਸੇਵਾ ਨਹੀਂ ਹੋਈ। ਇਹਾਂ ਰਹੋ ਤਬ ਹੇਰਤ ਕੋ ਪਾਹੋ। ਕਹਿਣਗੇ ਜੇ ਤੁਸੀਂ ਇੱਥੇ ਰਹੋਗੇ, ਰਾਏ ਬੁਲਾਰ ਕਹਿੰਦਾ ਫਾਇਦਾ ਤਾਂ ਮੈਨੂੰ ਵੀ ਹੋਵੇਗਾ। ਮੈਂ ਹਮੇਸ਼ਾ ਤੁਹਾਡੇ ਚਰਨ ਦੇਖਦਾ ਰਵਾਂਗਾ, ਮੈਂ ਹਮੇਸ਼ਾ ਤੁਹਾਡੇ ਚਰਨਾਂ ਦਾ ਆਨੰਦ ਮਾਣਾਂਗਾ। ਸ਼ਰੋਨ ਸੁਨੋ ਬਚ ਹੁਲਾਸ। ਤੁਹਾਡੇ ਬਚਨ ਸੁਣ ਕੇ ਮੈਂ ਆਪਣੇ ਕੰਨਾਂ ਰਾਹੀਂ ਇਹ ਅੰਮ੍ਰਿਤ ਰੂਪੀ ਬਚਨ ਪੀ ਕੇ ਜਿਹਦੇ ਕਰਕੇ ਮੇਰਾ ਦਿਲ ਜਿਹੜਾ ਮੇਰਾ ਮਨ ਜਿਹੜਾ ਉਹ ਵੀ ਠਹਿਰਾਂਦਾ, ਉਹ ਰੱਜਦਾ ਰਹੇਗਾ। ਹੇ ਜਗ ਨਾਇਕ ਹੇ ਗਤ ਦਾਇਕ। ਹੇ ਜਗਤ ਦੇ ਸੁਆਮੀ, ਹੇ ਗਤ ਮੁਕਤੀ ਦੇ ਦੇਣ ਵਾਲੇ। ਹੋ ਸਭ ਲਾਇਕ ਪ੍ਰੋਖ ਰਹਾਵੈ। ਕਿਉਂਕਿ ਹੋ ਸਭ ਲਾਇਕ। ਮਹਾਰਾਜ ਤੁਸੀਂ ਸਭ ਲਾਇਕ ਹੋ, ਸਾਰੇ ਕਰਕੇ ਤੁਸੀਂ ਕੈਪੇਬਲ ਹੋ। ਮਹਾਰਾਜ ਪ੍ਰੋਖ ਰਹਾਵੈ, ਫਿਰ ਛੁਪ ਕੇ ਕਿਉਂ ਰਹਿੰਦੇ ਹੋ? ਮਹਾਰਾਜ ਛੁਪ ਕੇ ਨਾ ਰਹੋ, ਪ੍ਰਗਟ ਹੋ ਕੇ ਰਹੋ ਨਾ, ਛੁਪ ਕੇ ਕਿਉਂ ਰਹਿੰਦੇ ਹੋ? ਹੁਣ ਇਹ ਰਾਏ ਬੁਲਾਰ ਦੱਸਦਾ ਹੈ ਮਹਾਰਾਜ ਜੀ ਤੁਸੀਂ ਸਰੀਰ ਕਰਕੇ ਸਾਡੇ ਨਾਲੋਂ ਦੂਰ ਹੋ ਗਏ, ਇਹਦਾ ਮਤਲਬ ਨਹੀਂ ਕਿ ਤੁਸੀਂ ਸਾਡੇ ਤੋਂ ਦੂਰ ਹੋ ਗਏ, ਪਰ ਉਦੋਂ ਫਿਰ ਸਾਨੂੰ ਅੱਖਾਂ ਨਾਲ ਦਿਸਦੇ ਨਹੀਂ। ਉਹੀ ਗੱਲ ਹੈ, ਹੁੰਦੇ ਤਾਂ ਤੁਸੀਂ ਹਮੇਸ਼ਾ ਸਾਡੇ ਕੋਲ ਹੀ ਹੋ। ਪੂਰਨ ਰੂਪ ਪਰਾਤਮ ਪਾਵਨ। ਕਹਿਣਗੇ ਪੂਰਨ ਰੂਪ ਹੈ, ਥੋੜਾ ਰੂਪ ਪੂਰਨ ਹੈ। ਪੂਰਨ ਮੀਨਸ ਅ ਕੰਪਲੀਟ ਫਾਰਮ, ਜਿਹੜਾ ਪ੍ਰਾਤਮ ਸਭ ਤੋਂ ਪਹਿਲਾਂ ਮਤਲਬ ਆਦ ਤੋਂ ਲੈ ਕੇ ਹੇ ਪਰਮਾਤਮਾ ਤੁਸੀਂ ਆਤਮਾ ਦਾ ਰੂਪ ਹੋਏ ਤੇ ਆਤਮਾ ਤੋਂ ਵੀ ਪਰੇ ਰੂਪ ਹੋ। ਸ੍ਰੀ ਪਰਮੇਸ਼ਰ ਮੋਹ ਦਰਸਾਵੈ। ਹੇ ਸ੍ਰੀ ਪਰਮੇਸ਼ਰ ਮੋਹ ਦਰਸਾਵੈ। ਹੇ ਗੁਰੂ ਨਾਨਕ ਕਿਰਪਾ ਕਰ ਦਿਓ ਕਿ ਸਾਖਸ਼ਾਤ ਮੈਂ ਤੁਹਾਨੂੰ ਖੁਦਾ ਹੀ ਦੇਖਦਾ ਰਵਾਂ, ਮੈਂ ਤੁਹਾਨੂੰ ਖੁਦਾ ਹੀ ਦੇਖਾਂ, ਮੇਰੇ ਅੱਖਾਂ ਦੇ ਸਾਹਮਣੇ ਬਸ ਖੁਦਾ ਹੀ ਹੋਵੇ ਹਰ ਵੇਲੇ। ਸ੍ਰੀ ਗੁਰੂ ਨਾਨਕ ਬੈਨ ਪਨੈ। ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਇਹ ਗੱਲਾਂ ਸੁਣ ਕੇ ਨਾ ਬੇਨਤੀਆਂ ਵਾਲੀਆਂ ਰਾਏ ਬੁਲਾਰ ਦੀਆਂ। ਜਿਵ ਚਾਹੇ ਸਰੀਰ ਤਿਉ ਸੰਗ ਹਮਾਰੇ। ਦੇਖੋ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਜਿਵ ਚਾਹੇ ਸਰੀਰ ਤਿਉ ਸੰਗ ਹਮਾਰੇ। ਕਹਿੰਦੇ ਰਾਏ ਬੁਲਾਰ ਜਿਵੇਂ ਸਰੀਰ ਦਾ ਪਰਛਾਵਾਂ ਹੁੰਦਾ ਹੈ ਨਾ, ਕਹਿੰਦੇ ਰਾਏ ਤੂੰ ਵੀ ਮੇਰੇ ਨਾਲ ਉਵੇਂ ਹੀ ਹੈ।
ਜਿੱਥੇ ਮੈਂ ਹੋਵਾਂਗਾ ਰਾਏ ਬੁਲਾਰ ਉੱਥੇ ਤੂੰ ਹੋਵੇਂਗਾ, ਤੂੰ ਮੇਰੇ ਨਾਲ ਹੀ ਰਹੇਗਾ, ਤੂੰ ਮੇਰੇ ਤੋਂ ਦੂਰ ਨਹੀਂ ਕਿਤੇ ਹੋ ਸਕਦਾ, ਜਿਵੇਂ ਬੰਦੇ ਤੋਂ ਉਹਦਾ ਸ਼ੈਡੋ ਵਿਛੜਿਆ ਨਹੀਂ ਜਾ ਸਕਦਾ। ਨੀਤ ਰਹੋ ਥਿਰ ਚੀਤ ਕਰੋ। ਹਾਂ ਕਹਿੰਦੇ ਨੀਤ ਰਹੋ, ਹਮੇਸ਼ਾ ਹੀ ਸਾਡੇ ਕੋਲ ਰਹਿੰਦੇ ਹੋ ਤੁਸੀਂ, ਥਿਰ ਰਹੋ, ਪੱਕੇ ਰਹੋ, ਡੋਲੋ ਨਾ, ਥਿਰ ਰਹੋ। ਔਰ ਪ੍ਰੀਤ ਭਰਾ ਸ਼ਰਦਾ ਸੋ ਕਿ ਤੁਮਾਰੇ। ਔਰ ਪ੍ਰੀਤ ਹਿਰਦੇ ਵਿੱਚ ਜਿਹੜੀ ਹੈ ਪ੍ਰੀਤ ਭਰਾ ਸ਼ਰਧਾ ਸੋ ਤੁਮਾਰੇ, ਇਹ ਪ੍ਰੀਤ ਨਾਲ ਭਰਿਆ ਹੋਇਆ ਹਿਰਦਾ ਹੈ ਤੁਹਾਡਾ, ਜਿਹੜਾ ਸ਼ਰਧਾ ਨਾਲ ਪੂਰਨ ਹੈ। ਹੁਣ ਦੇਖੋ ਗੁਰੂ ਨਾਨਕ ਸਾਹਿਬ ਨੂੰ ਮਿਲਣਾ ਹੈ ਨਾ, ਇਹ ਗੁਣ ਨੇ ਵੀ ਆਪਣਾ ਹਿਰਦਾ ਪ੍ਰੇਮ ਨਾਲ ਭਰ ਦਿਓ, ਤੇ ਉਹ ਪ੍ਰੇਮ ਉਹਦੇ ਹਿਰਦੇ ਦੇ ਵਿੱਚ ਸ਼ਰਧਾ ਕਰਨੀ ਹੈ ਗੁਰੂ ਨਾਨਕ ਤੇ। ਸ਼ਰਧਾ ਇਹ ਹੋਣੀ ਹੈ ਕਿ ਮੇਰਾ ਗੁਰੂ ਨਾਨਕ ਹਾਜ਼ਰ ਨਾਜ਼ਰ ਹੈ, ਇਹ ਸ਼ਰਧਾ ਹੋਣੀ ਹੈ। ਉਹਦੇ ਵਾਸਤੇ ਇੰਨਾ ਪ੍ਰੇਮ ਹੋਣਾ ਹੈ ਕਿ ਦੁਨੀਆ ਵਿੱਚ ਤੁਹਾਨੂੰ ਕੋਈ ਪੁੱਛ ਲਵੇ ਕਿ ਤੁਹਾਨੂੰ ਕੀ ਚਾਹੀਦਾ ਹੈ, ਤੁਹਾਡੇ ਮੁਖ ਤੋਂ ਇਹੀ ਨਿਕਲੇ ਮੈਨੂੰ ਗੁਰੂ ਨਾਨਕ ਚਾਹੀਦਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਏਕਸ ਪੈ ਫਰਮਾਇਸ਼ ਆਇਸ। ਸੋ ਇੱਕ ਕਹਿਣ ਲਗੇ ਇਉਂ ਕਰਕੇ ਜਿਹੜਾ ਫਿਰ ਪੜਦੇ ਏਕਸ ਪੈ ਫਰਮਾਇਸ਼ ਆਇਸ। ਕਹਿਣਗੇ ਪਰਮੇਸ਼ਰ ਦੇ ਪਾਸ, ਪਰਮੇਸ਼ਰ ਦੇ ਕੋਲ ਇਹੀ ਫਰਮਾਇਸ਼ ਹੈ, ਇਹੀ ਇੱਕ ਬੇਨਤੀ ਹੈ ਸਾਡੀ। ਜਾਂ ਸਭ ਕੋਈ ਨਾ ਆਨ ਉਧਾਰੇ। ਕਹਿਣਗੇ ਜਿਸ ਦੇ ਸਮਾਨ ਕੋਈ ਵੀ ਨਹੀਂ ਹੈ ਦੁਨੀਆ ਵਿੱਚ ਉਦਾਰ ਕਰਨ ਵਾਲਾ, ਇੱਕ ਪਰਮੇਸ਼ਰ ਹੀ ਹੈ। ਹਾਥ ਨਾ ਮੇ ਇਹ ਥਾਂ ਰਹਿਨੋ। ਇਸ ਕਰਕੇ ਕਹਿੰਦੇ ਕੋਈ ਥਾਂ 'ਚ ਮੈਂ ਰਹਿਣਾ ਜਾਂ ਮੈਂ ਨਹੀਂ ਰਹਿਣਾ, ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਹੱਥ ਵਿੱਚ ਨਹੀਂ, ਮੈਂ ਵੀ ਉਹ ਪਰਮੇਸ਼ਰ ਦੇ ਹੁਕਮ ਵਿੱਚ ਹਾਂ। ਕਹਿਣਗੇ ਉਹ ਪਰਮੇਸ਼ਰ ਜਿੱਥੇ ਮੈਨੂੰ ਭੇਜਦਾ ਮੈਂ ਉੱਥੇ ਜਾਣਾ ਹੈ। ਹੁਣ ਦੇਖੋ ਇੱਥੇ ਇੱਕ ਗੱਲ ਹੈ, ਜਦੋਂ ਹੁਣ ਦੇਖੋ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਨੇ, ਉਹ ਪਰਮੇਸ਼ਰ ਹੋਣ ਕਰਕੇ ਦੇਖੋ ਇੱਥੇ ਕਹਿੰਦੇ ਨੇ ਵੀ ਸਾਡੇ ਹੱਥ ਵਿੱਚ ਨਹੀਂ, ਉਹ ਪਰਮੇਸ਼ਰ ਦੇ ਹੱਥ ਵਿੱਚ ਹੈ। ਹੁਣ ਦੇਖੋ ਨਾ, ਜਦੋਂ ਪਰਮੇਸ਼ਰ ਆਪਣੇ ਰੂਪ ਵਿੱਚ ਗੁਰੂ ਨਾਨਕ ਦਾ ਸਰੂਪ ਬਣ ਕੇ ਆਇਆ, ਉਹ ਇੱਕ ਸਰੂਪ ਵਿੱਚ ਆ ਗਿਆ, ਇੱਕ ਬੋਡੀ ਵਿੱਚ ਆ ਗਿਆ। ਹੁਣ ਉਹ ਬੋਡੀ ਦੀ ਇੱਕ ਮਰਿਆਦਾ ਬਣਦੀ ਆ, ਇੱਕ ਬੋਡੀ ਦਾ ਕੰਟਰੀਬਿਊਸ਼ਨ ਬਣਦਾ ਹੈ ਕਿ ਉਹ ਬੋਡੀ ਰਾਹੀਂ ਉਹਨੇ ਬੋਡੀ ਨੇ ਵੀ ਆਪਣਾ ਕੰਮ ਕਰਨਾ ਹੈ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹ ਅਟਲ ਹੁਕਮ ਜੋ ਨਿਰਗੁਣ ਸਰੂਪ ਪਰਮਾਤਮਾ ਹੈ, ਕਹਿਣਗੇ ਉਹ ਜਦੋਂ ਮੈਨੂੰ ਕਹਿੰਦਾ ਵੀ ਮੇਰੇ ਸਰੀਰ ਨੂੰ ਕਿੱਥੇ ਜਾਣਾ, ਮੈਨੂੰ ਜਾਣਾ ਪੈਂਦਾ। ਮਤਲਬ ਇਹ ਸਰੀਰ ਜਿਹੜਾ ਹੈ ਇੱਕ ਥਾਂ ਤੇ ਇੱਕ ਸਮੇਂ ਵਿੱਚ ਰਹਿੰਦਾ ਹੈ, ਇਹਦੀ ਮਰਿਆਦਾ, ਇਹ ਬੋਡੀ ਦੀ ਮਰਿਆਦਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਜਦੋਂ ਤੱਕ ਅਸੀਂ ਇਹ ਸਰੀਰ ਦੇ ਵਿੱਚ ਹਾਂ ਤੇ ਸਾਡਾ ਬਣ ਆਉਂਦਾ ਹੈ ਇੱਧਰ ਉੱਧਰ ਜਾਣਾ, ਕਿਉਂਕਿ ਜੇ ਉਹ ਨਿਰਗੁਣ ਸਰੂਪ ਵਿੱਚ ਹੈ ਤਾਂ ਉਹ ਸਰਬ ਵਿਆਪਕ ਹੈ, ਤੇ ਜੇ ਸਰਬ ਵਿਆਪਕ ਹੈ ਤਾਂ ਆਪਾਂ ਨੂੰ ਨਹੀਂ ਦਿਸਦਾ। ਆਪਣੇ ਮਨ 'ਚ ਕਿਵੇਂ ਸ਼ਰਧਾ ਆਏਗੀ? ਆਪਾਂ ਕਿਵੇਂ ਪਰਮਾਤਮਾ ਨੂੰ ਜਾਣਾਂਗੇ? ਆਪਾਂ ਪਰਮਾਤਮਾ ਨੂੰ ਉਦੋਂ ਜਾਣਾਂਗੇ ਜਦੋਂ ਪਰਮਾਤਮਾ ਆਪ ਗੁਰੂ ਰੂਪ ਹੋ ਕੇ ਪ੍ਰਗਟ ਹੁੰਦਾ ਹੈ, ਜੋ ਆਪਣੀ ਲੈਂਗੁਏਜ ਵਿੱਚ ਬੋਲ ਕੇ ਆਪਾਂ ਨੂੰ ਸਮਝਾਉਂਦਾ ਹੈ, ਜੋ ਆਪਣੇ ਵਰਗੇ ਕਾਰਜ ਕਰਕੇ ਆਪਾਂ ਨੂੰ ਦੱਸਦਾ ਵੀ ਤੁਸੀਂ ਇਹ ਕਾਰਜ ਇਸ ਤਰ੍ਹਾਂ ਕਰਨੇ ਹਨ। ਸੋ ਉਹ ਗੁਰੂ ਮਹਾਰਾਜ ਪਰਮੇਸ਼ਰ ਆਪਣਾ ਰੂਪ ਬਣਾ ਕੇ ਆਪਾਂ ਨੂੰ ਇੱਕ ਗਾਡੀ ਰਾਹ ਦਿੰਦਾ ਹੈ, ਆਪਾਂ ਨੂੰ ਰਸਤਾ ਦਿਖਾਉਂਦਾ ਹੈ। ਇਸ ਕਰਕੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਇਹ ਤਾਂ ਇੱਕ ਬੋਡੀ ਦੀ ਮਰਿਆਦਾ, ਸਾਨੂੰ ਜਾਣਾ ਪੈਣਾ ਹੈ, ਕਿਉਂਕਿ ਜੋ ਸਾਨੂੰ ਯਾਦ ਕਰ ਰਿਹਾ ਉਹ ਇਹ ਸਰੀਰ ਨੂੰ ਯਾਦ ਕਰ ਰਿਹਾ ਹੈ। ਤਾਂ ਹੀ ਹੁਣ ਗੁਰੂ ਨਾਨਕ ਸਾਹਿਬ ਜੀ ਇਹੀ ਕਹਿੰਦੇ ਨਾ ਵੀ ਜਿਹੜਾ ਸਰੀਰ ਹੁੰਦਾ ਹੈ, ਸਰੀਰ ਦਾ ਵਿਛੋੜਾ ਹੋ ਸਕਦਾ ਹੈ, ਪਰ ਜਿਹੜਾ ਸ਼ਬਦ ਦਾ ਮੇਲ ਹੈ ਉਹ ਕਿਤੇ ਵੀ ਵਿਛੜਦਾ ਨਹੀਂ। ਸ਼ਬਦ ਦਾ ਸਦੀਵੀ ਜਿਹੜਾ ਹੈ ਉਹ ਵਿਛੋੜਾ ਕਿਤੇ ਨਹੀਂ ਹੁੰਦਾ। ਸੋ ਇਹ ਸਰੀਰ ਹੈ ਜਿਹਨੂੰ ਰਾਜਾ ਸ਼ਿਵ ਨਾਮ ਯਾਦ ਕਰ ਰਿਹਾ ਹੈ, ਜਿਹਨੂੰ ਬਹੁਤ ਸਾਰੇ ਲੋਕ ਦੁਨੀਆ ਦੀ ਯਾਦ ਕਰ, ਹੁਣ ਸਰੀਰ ਕਰਕੇ ਉੱਥੇ ਜਾ ਕੇ ਉਹਨਾਂ ਦੀ ਕਾਮਨਾ ਪੂਰੀ ਕਰਨੀ ਹੈ। ਇਸੇ ਤਰ੍ਹਾਂ ਹੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੁਨੀਆ ਤੇ ਆਏ, ਦੁਨੀਆ ਨੇ ਯਾਦ ਕੀਤਾ ਪਰਮੇਸ਼ਰ ਨੂੰ ਕਿ ਇਹ ਜਿਹੜੀ ਦੁਨੀਆ ਦੇ ਪਾਪਾਂ ਨੂੰ ਤੁਸੀਂ ਆ ਕੇ ਮੱਧਮ ਕਰੋ, ਖਤਮ ਕਰੋ। ਸੋ ਉਦੋਂ ਉਹਨਾਂ ਦੀ ਅਰਦਾਸ ਸੁਣ ਕੇ ਪਰਮੇਸ਼ਰ ਗੁਰੂ ਨਾਨਕ ਬਣ ਕੇ ਪ੍ਰਗਟ ਹੋਇਆ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਸੋ ਇੱਥੇ ਗੁਰੂ ਨਾਨਕ ਨੂੰ ਭੇਜਿਆ, ਗੁਰੂ ਨਾਨਕ ਬਣ ਕੇ ਆਏ ਪਰਮੇਸ਼ਰ। ਸੋ ਇਹ ਗੱਲ ਨੂੰ ਸਮਝਣ ਦੀ ਲੋੜ ਹੈ। ਸੋ ਕਹਿੰਦੇ ਇਹ ਸਾਡੇ ਹੱਥ ਵਿੱਚ ਕੋਈ ਨਹੀਂ, ਕਿਉਂਕਿ ਪ੍ਰੇਮ ਦੀ ਡੋਰੀ ਨਾਲ ਸਾਨੂੰ ਪਹੁੰਚਣਾ ਪੈਂਦਾ ਹੈ। ਰਾਏ ਬੁਲਾਰ ਆਨੰਦ ਮੈਂ ਹੋ ਕਰ। ਸੋ ਰਾਏ ਬੁਲਾਰ ਜੀ ਬੜੇ ਆਨੰਦ ਵਿੱਚ ਆ ਗਏ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ। ਬੰਧਨ ਕੀਨ ਪਤੰਗ ਅਰ ਬੰਧੂ। ਰਾਏ ਬੁਲਾਰ ਨੇ ਉੱਠ ਕੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ। ਛੂਟ ਗਏ ਭਵ ਬੰਧਨ ਜਾਸ ਕੇ। ਦੇਖੋ ਕਹਿੰਦੇ ਉਹਦੇ ਸਾਰੇ ਬੰਧਨ ਟੁੱਟ ਕੇ ਜਦੋਂ ਉਹਨੇ ਮੱਥਾ ਗੁਰੂ ਨਾਨਕ ਦੇ ਚਰਨਾਂ ਵਿੱਚ ਰੱਖਿਆ। ਮਤ ਪਇਓ ਮਕਰੰਦ ਮਿਲਿੰਦੂ। ਕਹਿਣਗੇ ਮਸਤ ਹੋ ਗਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ, ਜਿਵੇਂ ਬੀ ਇੱਕ ਫੁੱਲ ਤੇ ਬਹਿ ਕੇ ਮਸਤ ਹੋ ਜਾਂਦਾ ਹੈ। ਉਹਨੂੰ ਇੰਨਾ ਰਸ ਆਉਣ ਲੱਗਿਆ ਪ੍ਰੇਮ ਦਾ। ਲੈ ਰਸ ਤੂਸ਼ਨ ਹੋਏ ਰਹੇ। ਕਹਿਣਗੇ ਇੰਨਾ ਰਸ ਲੈ ਕੇ ਰਾਏ ਬੁਲਾਰ ਹੁਣ ਚੁੱਪ ਹੀ ਕਰ ਗਿਆ। ਚੁੱਪ ਕਰਨਾ ਇਹ ਹੁੰਦਾ ਹੈ ਕਿ ਮਨ ਵਿੱਚ ਸੰਕਲਪ ਵਿਕਲਪ ਹੀ ਮੁੱਕ ਜਾਂਦੇ ਨੇ, ਕੋਈ ਇੱਛਾ ਨਹੀਂ ਰਹਿ ਜਾਂਦੀ, ਹੁਣ ਹੋਰ ਕੁਝ ਨਹੀਂ ਚਾਹੀਦਾ ਹੁੰਦਾ। ਉਹਨੂੰ ਕਹਿੰਦੇ ਤੂਸ਼ਨ, ਚੁੱਪ ਕਰ ਜਾ। ਦੇਖੋ ਜੇ ਆਪਾਂ ਚੁੱਪ ਕਰਦੇ ਆ ਨਾ, ਮਤਲਬ ਜਦੋਂ ਆਪਾਂ ਨੂੰ ਬੋਲਣਾ ਨਾ ਜੀ ਕਰੇ ਆਪਾਂ ਚੁੱਪ ਕਰਦੇ ਹਾਂ। ਇਸੇ ਤਰ੍ਹਾਂ ਹੀ ਮਾਈਂਡ ਹੈ, ਜਦੋਂ ਮਾਈਂਡ ਸੰਤੁਸ਼ਟ ਹੋ ਜਾਵੇ
ਜਦੋਂ ਮਾਈਂਡ ਸੈਟੀਸਫਾਈਡ ਹੋ ਜਾਵੇ ਫਿਰ ਮਾਈਂਡ ਵੀ ਚੁੱਪ ਕਰ ਜਾਂਦਾ, ਫਿਰ ਮਾਈਂਡ ਵੀ ਨਹੀਂ ਬੋਲਦਾ। ਸੋ ਇਸੇ ਤਰ੍ਹਾਂ ਹੀ ਕਹਿੰਦੇ ਰਾਏ ਬੁਲਾਰ ਸਰੀਰ ਕਰਕੇ ਮਨ ਕਰਕੇ ਚੁੱਪ ਕਰ ਗਏ। ਨਿਜ ਰੂਪ ਜੋ ਆਦ ਹਿਰਦੈ ਸੁਧ ਬਿੰਦੂ। ਕਹਿਣਗੇ ਜਾਣ ਲੱਗੋ ਕਿ ਹੈ ਜਿੰਜ ਰੂਪ ਸੋ ਆਦ, ਕਹਿਣਗੇ ਆਪਣਾ ਰੂਪ ਜਾਣਨ ਵਾਸਤੇ ਰਾਏ ਬੁਲਾਰ ਜੀ ਨੇ ਜਿਹੜਾ ਹੈ ਆਪਣੇ ਅਸਲੀ ਸਰੂਪ ਦੇ ਵਿੱਚ ਉਹਨੇ ਧਿਆਨ ਜੋੜ ਲਿਆ। ਪ੍ਰਾਪਤ ਪੂਰਨ ਤਾਂ ਸੁਖ ਕੋ, ਕਹਿਣਗੇ ਹੁਣ ਪੂਰਨ ਸੁਖ ਪ੍ਰਾਪਤ ਹੋ ਗਿਆ ਹੁਣ ਰਾਏ ਬੁਲਾਰ ਨੂੰ। ਕਮਲਾ ਨਨ ਹੇਰ ਗੁਰੂ ਜੋ ਗੋਬਿੰਦੂ। ਦੇਖੋ ਗੋਬਿੰਦ ਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕਵਲ ਮੁਖ ਦੇਖ ਕਰਕੇ ਉਹ ਉਹਦੇ ਵਿੱਚ ਹੀ ਰੁੱਝ ਗਿਆ। ਬਸ ਉਹਦੀ ਸਾਰੀ ਦੁਨੀਆ ਸਮਾਪਤ ਹੋ ਗਈ ਗੁਰੂ ਨਾਨਕ ਦੇ ਰੂਪ ਦੇ ਵਿੱਚ। ਕਰਨਾ ਬਹੁ ਕੀਨ ਨਿਹਾਲ ਕਰਿਓ। ਕਹਿਣਗੇ ਕਰਨਾ ਬਹੁ, ਮਹਾਰਾਜ ਨੇ ਬਹੁਤ ਤਰਸ ਕਰਕੇ ਉਹਨੂੰ ਬੜਾ ਨਿਹਾਲ ਕੀਤਾ ਰਾਏ ਬੁਲਾਰ ਨੂੰ। ਜੇ ਕੈ ਸਮ ਈਠ ਨਾ ਹੈ ਬਿਬ ਕੋਈ। ਕਹਿਣਗੇ ਜੇ ਕੋ ਸਮ ਈਠ ਹੈ ਨਾ ਬਿਬ ਕੋਈ, ਕਹਿਣਗੇ ਉਹਦੇ ਵਰਗਾ ਰਾਏ ਬੁਲਾਰ ਵਰਗਾ ਕੋਈ ਨਹੀਂ ਰਿਹਾ ਹੁਣ, ਕਿਉਂਕਿ ਉਹਦੇ ਵਰਗਾ ਸੇਵਕ ਕੋਈ ਨਹੀਂ। ਉਹਨੂੰ ਜਿਹੜਾ ਗਿਆਨ ਹੋਇਆ ਉਹਦੇ ਵਰਗਾ ਗਿਆਨ ਕਿਸੇ ਨੂੰ ਨਹੀਂ ਹੋਇਆ। ਕਹਿਣ ਲੱਗੇ ਉਹ ਫਿਰ ਰਾਏ ਬੁਲਾਰ ਦੇ ਅੱਖਾਂ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਤੋਂ ਦੂਸਰਾ ਹੋਰ ਕੋਈ ਨਹੀਂ ਰਿਹਾ। ਹੁਣ ਹੋਏ ਵਿਦਾ ਤਹ ਤੇ ਉੱਠ ਸ੍ਰੀ ਗੁਰ। ਸੋ ਮਹਾਰਾਜ ਜੀ ਉੱਥੋਂ ਉੱਠ ਕੇ ਰਾਏ ਬੁਲਾਰ ਦੇ ਘਰ ਤੋਂ ਉੱਠ ਕੇ ਵਿਦਾ ਹੋ ਗਏ। ਆਏ ਗਏ ਕਰ ਜਾਮਨ ਹੋਏ। ਤੇ ਸ਼ਾਮਾਂ ਪਈਆਂ, ਰਾਤ ਪਈ, ਗੁਰੂ ਨਾਨਕ ਸਾਹਿਬ ਜੀ ਘਰੇ ਆ ਗਏ। ਵਿਛੜੋ ਨਾ ਚਾਹੇ ਕਛ ਹਾਥ ਨਹੀਂ ਨਿਜ। ਕਹਿਣ ਲੱਗੇ ਦੇਖੋ ਹੁਣ ਰਾਏ ਬੁਲਾਰ ਵਿਛੜਨਾ ਤਾਂ ਨਹੀਂ ਚਾਹੁੰਦਾ ਸੀ ਗੁਰੂ ਨਾਨਕ ਸਾਹਿਬ ਤੋਂ, ਪਰ ਕਹਿੰਦਾ ਉਹਨਾਂ ਦੇ ਵੀ ਹੱਥ ਕੁਝ ਨਹੀਂ। ਸੋ ਦੇਖੋ ਨਾ, ਇੱਕ ਚੀਜ਼ ਹੈ ਇਹ ਦੁਨੀਆ ਦੀ ਜਿਹੜੀ ਕਿ ਸਭ ਤੋਂ ਬਲਵਾਨ ਹੈ, ਜਿਹਨੂੰ ਆਪਾਂ ਟਾਈਮ ਕਹਿੰਦੇ ਹਾਂ। ਸਮਾਂ ਜਿਹੜਾ ਹੈ ਨਾ ਇਹ ਬੜਾ ਬਲਵਾਨ ਹੈ, ਬੜਾ ਤਕੜਾ ਹੈ। ਦੇਖੋ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਦੇ ਸਰੀਰ ਨੂੰ ਛੱਡਣਾ ਨਹੀਂ ਚਾਹੁੰਦਾ, ਪਰ ਜਦੋਂ ਮੇਲ ਦਾ ਸਮਾਂ ਸੀ ਉਦੋਂ ਮੇਲ ਹੋ ਗਿਆ, ਜਦੋਂ ਵਿਛੜਨ ਦਾ ਸਮਾਂ ਆਇਆ ਤਾਂ ਵਿਛੜਨਾ ਪਿਆ ਸਰੀਰ ਤੋਂ। ਹਾਂਜੀ, ਸੋ ਇਹ ਟਾਈਮ ਜਿਹੜਾ ਹੈ ਨਾ ਇਹ ਕਿਸੇ ਦੇ ਹੱਥ ਵਿੱਚ ਨਹੀਂ ਹੁੰਦਾ। ਤੇ ਜੇ ਇਹ ਚੀਜ਼ ਨੂੰ ਆਪਾਂ ਗੌਰ ਨਾਲ ਦੇਖੀਏ, ਆਪਣੇ ਕੋਲ ਵੀ ਸਮਾਂ ਹੁੰਦਾ ਹੈ ਜਦੋਂ ਆਪਾਂ ਨੂੰ ਆਨੰਦ ਮਿਲਣਾ ਹੁੰਦਾ, ਜਦੋਂ ਆਪਾਂ ਨੂੰ ਸੰਗ ਹੁੰਦਾ ਹੈ, ਜਦੋਂ ਆਪਾਂ ਗਿਆਨ ਸੁਣਦੇ ਹਾਂ, ਗੁਰੂ ਦੀਆਂ ਕਹਾਣੀਆਂ ਸੁਣਦੇ ਹਾਂ। ਪਰ ਜਦੋਂ ਉਹ ਸਮਾਂ ਲੰਘ ਜਾਂਦਾ ਹੈ ਨਾ, ਤੁਸੀਂ ਕੋਸ਼ਿਸ਼ ਵੀ ਕਰੋ ਤੋਂ ਨਹੀਂ ਹੋਣਾ, ਉਹ ਗੱਲ ਬਣਨੀ ਕੋਈ ਨਹੀਂ, ਕਿਉਂਕਿ ਉਹ ਸਮਾਂ ਬੀਤ ਗਿਆ। ਸੋ ਸਮਾਂ ਇਹ ਚੀਜ਼ ਹੈ, ਜਿਵੇਂ ਆਪਣਾ ਸਮਾਂ ਬੀਤਿਆ ਹੋਇਆ ਮੁੜ ਕੇ ਆਪਣੇ ਹੱਥ ਨਹੀਂ ਆਉਂਦਾ, ਇਹ ਸਮਾਂ ਪ੍ਰੈਜ਼ੈਂਟ ਵੀ ਜਿਹੜਾ ਅੱਜ ਆਪਾਂ ਬਤੀਤ ਕਰ ਰਹੇ ਇਹ ਵੀ ਮੁੜ ਕੇ ਨਹੀਂ ਆਉਣਾ। ਇਹ ਵੀ ਇੱਕ ਵਾਰੀ ਬੀਤ ਗਿਆ ਸੋ ਬੀਤ ਗਿਆ, ਚਲਿਆ ਗਿਆ ਸੋ ਚਲਿਆ ਗਿਆ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਰਾਏ ਬੁਲਾਰ ਛੱਡਣਾ ਨਹੀਂ ਚਾਹੁੰਦਾ, ਪਰ ਕੀ ਕਰੇ, ਸਰੀਰ ਆ ਨਾ, ਸਰੀਰ ਤੋਂ ਤਾਂ ਵਿਛੜਨਾ ਪਏਗਾ ਨਾ, ਭਾਵੇਂ ਉਹ ਪਰਮੇਸ਼ਰ ਆਪ ਹੀ ਕਿਉਂ ਨਾ ਹੋਏ ਸਰੀਰ ਦੇ ਵਿੱਚ, ਵਿਛੜਨਾ ਤਾਂ ਪੈਣਾ ਹੈ ਨਾ ਸਰੀਰ ਤੋਂ। ਇਹ ਸਮਾਂ ਐਸਾ ਹੈ, ਇਹ ਸਮਾਂ ਐਸੀ ਚੀਜ਼ ਹੈ ਜੋ ਹਰ ਇੱਕ ਨੂੰ ਮਿਲਾਉਂਦੀ ਤੇ ਵਿਛੋੜਦੀ ਹੈ। ਜਾ ਬਿਦ ਸੋ ਟਿਗ ਰੂਪ ਅਲੋਈ। ਕਹਿਣਗੇ ਜਿਸ ਵਿਦ ਜਿਹੜੇ ਤਰੀਕੇ ਦੇ ਨਾਲ ਉਹ ਜਿਹੜਾ ਹੈ ਕੋਲੇ ਗੁਰੂ ਨਾਨਕ ਸਾਹਿਬ ਨੂੰ ਨੇੜੇ ਕਰਕੇ ਦੇਖਦਾ ਸੀ, ਪਰ ਧਿਆਨ ਲਿਓ ਔਰ ਤਾਛਨ ਮੈਂ। ਬਸ ਉਹਨੇ ਗੁਰੂ ਨਾਨਕ ਦੀ ਮੂਰਤੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਉਹਨੇ ਬਸ ਗੁਰੂ ਨਾਨਕ ਮਹਾਰਾਜ ਦਾ ਜਿਵੇਂ ਇੱਕ ਸਨੈਪਸ਼ਾਟ ਕੀਤਾ ਹੁੰਦਾ ਨਾ, ਸਨੈਪਸ਼ਾਟ ਕਰਕੇ ਆਪਣੇ ਹਿਰਦੇ ਵਿੱਚ ਵਸਾ ਲਿਆ ਵੀ ਮੈਂ ਗੁਰੂ ਨਾਨਕ ਦੇ ਹੀ ਦਰਸ਼ਨ ਕਰਾਂਗਾ ਦਿਨ ਰਾਤ। ਸੁਠ ਧਰੁਵ ਕਿਉ ਨਿਸਬਾਸੁਰ ਸੋਈ। ਕਹਿਣਗੇ ਸੁਠ ਧਰੁਵ, ਕਹਿਣਗੇ ਉਸ ਵੇਲੇ ਉਹਨੇ ਆਪਣਾ ਧਿਆਨ ਪੱਕਾ ਕਰ ਲਿਆ, ਰਾਏ ਬੁਲਾਰ ਨੇ ਪੱਕਾ ਕਰਕੇ ਅੱਖਾਂ ਮੀਚ ਕੇ ਬਸ ਸਾਰੀ ਰਾਤ ਮਹਾਰਾਜ ਦੀ ਸਮਾਧੀ ਵਿੱਚ ਬੈਠਾ ਰਿਹਾ, ਗੁਰੂ ਨਾਨਕ ਦੇ ਸਰੂਪ ਨੂੰ ਦੇਖਦਾ ਹੋਇਆ। ਦੋਹਰਾ ਕਾਲੂ ਲਾਲੂ ਰਾਏ ਨੇ ਸਮਝਾਏ ਬਾਹ ਭਾ। ਦੇਖੋ ਬਾਬਾ ਮਹਿਤਾ ਕਾਲੂ ਜੀ, ਉਹਨਾਂ ਦਾ ਛੋਟਾ ਭਰਾ ਬਾਬਾ ਲਾਲੂ ਜੀ, ਉਹਨਾਂ ਨੇ ਤੇ ਰਾਏ ਬੁਲਾਰ ਨੇ ਬੜਾ ਸਮਝਾਇਆ ਗੁਰੂ ਨਾਨਕ ਸਾਹਿਬ ਜੀ ਨੂੰ। ਸ੍ਰੀ ਨਾਨਕ ਪੂਰਨ ਪੁਰਖ ਪਰਮੇਸ਼ਰ ਬਖਿਆਤ। ਕਹਿੰਦੇ ਦੇਖੋ ਰਾਏ ਬੁਲਾਰ ਨੇ ਸਮਝਾਇਆ ਬਾਬਾ ਮਹਿਤਾ ਕਾਲੂ ਤੇ ਭਾਈ ਲਾਲੂ ਜੀ ਨੂੰ, ਕਹਿੰਦੇ ਗੁਰੂ ਨਾਨਕ ਜਿਹੜੇ ਨੇ ਨਾ ਉਹ ਪੂਰਨ ਪੁਰਖ ਨੇ, ਉਹ ਪਰਮੇਸ਼ਰ ਹਨ, ਪ੍ਰਗਟ ਰੂਪ ਵਿੱਚ ਉਹ ਰੱਬ ਖੁਦਾ ਨੇ। ਉਨ ਵੱਡੇ ਪੂਰਬ ਜਨਮ ਕੀਨੇ ਤੁਮਨੇ ਕੋਏ। ਰਾਏ ਬੁਲਾਰ ਕਹਿੰਦਾ ਮਹਾਤਮਾ ਮਹਿਤਾ ਕਾਲੂ ਜੀ ਨੂੰ, ਤੂੰ ਕੋਈ ਵੱਡੇ ਪੁੰਨ ਕੀਤੇ ਸੀ ਪਿਛਲੇ ਜਨਮ ਦੇ, ਬਹੁਤ ਵੱਡੀ ਤੇਰੀ ਭਗਤੀ ਹੈ ਜਿਹਦੇ ਕਰਕੇ ਪਰਮੇਸ਼ਰ ਆਪ ਤੇਰੇ ਘਰ 'ਚ ਜਨਮ ਲੈ ਕੇ ਆਇਆ, ਜੋ ਤੈਨੂੰ ਪਿਤਾ ਕਹਿੰਦਾ ਹੈ, ਜੋ ਸਾਰਿਆਂ ਦਾ ਪਿਤਾ ਹੈ ਪਰਮੇਸ਼ਰ, ਉਹ ਤੈਨੂੰ ਪਿਤਾ ਕਹਿੰਦਾ ਹੈ। ਕਹਿੰਦੇ ਤੇਰੇ ਬਹੁਤ ਵੱਡੇ ਕਰਮ ਮਹਿਤਾ ਕਾਲੂ ਜੀ। ਜਿਸ ਫਲ ਤੇ ਆਸ ਸੁਤ ਪਇਓ ਸਹਜੇ ਸੁਪ ਗਤ ਹੋਏ। ਕਹਿਣ ਲੱਗੇ ਦੇਖੋ ਜਿਹੜਾ ਤੈਨੂੰ ਉਹ ਭਗਤੀ ਦਾ ਐਡਾ ਵੱਡਾ ਤੈਨੂੰ ਫਲ ਮਿਲਿਆ, ਤੇਰੇ ਘਰ ਵਿੱਚ ਉਹ ਪਰਮੇਸ਼ਰ ਆਪ ਆਇਆ, ਕਹਿੰਦੇ ਤੇਰੀ ਤਾਂ ਗਤੀ ਇਸੇ ਤਰ੍ਹਾਂ ਹੀ ਹੋ ਗਈ, ਤੈਨੂੰ ਕੁਝ ਕਰਨਾ ਵੀ ਨਹੀਂ ਪਿਆ। ਤੈਨੂੰ ਕੀ ਕਰਨਾ ਪਿਆ, ਤੇਰੇ ਤਾਂ ਘਰ 'ਚ ਪਰਮੇਸ਼ਰ ਆਪ ਆਇਆ, ਤੇਰੀ ਤਾਂ ਮੁਕਤੀ ਦੀ ਕੋਈ ਸਵਾਲ ਹੀ ਨਹੀਂ ਉੱਠਦਾ, ਤੂੰ ਤਾਂ ਸੂਖਸ਼ਮ ਆਪਣੇ ਆਪ ਆਟੋਮੈਟਿਕਲੀ ਮੁਕਤ ਹੋ ਗਿਆ। ਧਨ ਧਨ ਪੁਨ ਧਨ ਤੁਮ ਕੁਲ ਉਧਾਰ ਸਭ ਕੀ। ਕਹਿਣਗੇ ਧਨ ਹੈ ਤੂੰ,
ਧਨ ਧਨ ਤੇਰਾ ਸਰੀਰ ਹੈ, ਧਨ ਤੇਰਾ ਮਨ ਹੈ, ਪੁੰਨ ਧਨ ਤੇਰੀ ਕੁੱਲ ਵੀ ਧਨ ਹੈ। ਕਹਿਣਗੇ ਜਿਹੜਾ ਸਾਰਾ ਉਧਾਰ ਹੋ ਗਿਆ, ਤੇਰੀ ਸਾਰੀ ਜਨਰੇਸ਼ਨ ਦਾ ਉਧਾਰ ਹੋ ਗਿਆ ਗੁਰੂ ਨਾਨਕ ਸਾਹਿਬ ਦੇ ਆਉਣ ਕਰਕੇ। ਹਿਰਦੈ ਨਾ ਭਰਮਿਓ ਤਨਕ ਪਰ ਪੇ ਜਗ ਬੰਧਨ ਹੀ। ਕਹਿਣਗੇ ਥੋੜਾ ਜਿਹਾ ਵੀ ਆਪਣੇ ਹਿਰਦੇ ਵਿੱਚ ਦੁੱਖ ਨਾ ਮੰਨਿਓ ਗੁਰੂ ਨਾਨਕ ਸਾਹਿਬ ਦਾ, ਕਿਉਂਕਿ ਭੇ ਜਗ ਬੰਧਨ ਹੀ ਨਾ, ਕਿਉਂਕਿ ਉਹ ਤਾਂ ਜਗ ਦੇ ਬੰਧਨਾਂ ਤੋਂ ਛੁੱਟੇ ਹੋਏ ਨੇ, ਉਹ ਤਾਂ ਤੁਹਾਨੂੰ ਵੀ ਛਡਾਉਣ ਵਾਸਤੇ ਆਏ ਹਨ। ਸੋਰਠਾ ਚਿਤ ਕੀ ਚਿੰਤ ਬਦਾਰ। ਸੋ ਕਹਿੰਦੇ ਆਪਣੇ ਦਿਲ ਦੀ ਚਿੰਤਾ ਨੂੰ ਦੂਰ ਕਰੋ, ਫਿਕਰ ਨੂੰ ਦੂਰ ਕਰੋ। ਕਰੋ ਕਾਜ ਨਿਜ ਸਦਨ ਕੋ। ਕਹਿੰਦੇ ਆਪਣੇ ਘਰ ਦੇ ਕੰਮ ਕਰੀ ਜਾਓ ਜਿਵੇਂ ਚੱਲਦੇ ਹਨ। ਲੱਖੋ ਸਤ ਅਵਤਾਰ। ਕਹਿਣਗੇ ਲੱਖੋ ਜਾਣੋ ਗੁਰੂ ਨਾਨਕ ਨੂੰ ਸਤ ਪਰਮੇਸ਼ਰ ਦਾ ਅਵਤਾਰ। ਤੇ ਰੱਖਣ ਕੇ ਕਰ ਨਹੀਂ। ਹਾਂ ਕਹਿਣ ਲੱਗੇ ਉਹਨਾਂ ਨੂੰ ਰੱਖਣ ਵਾਸਤੇ ਕਿਸੇ ਦੇ ਹੱਥ ਵਿੱਚ ਨਹੀਂ। ਪਰਮੇਸ਼ਰ ਕਿਹਦੇ ਹੱਥ ਵਿੱਚ ਹੈ? ਕੌਣ ਪਰਮੇਸ਼ਰ ਨੂੰ ਰੱਖ ਸਕਦਾ ਹੈ? ਪਰਮੇਸ਼ਰ ਨੇ ਤਾਂ ਆਪਾਂ ਨੂੰ ਰੱਖਣਾ ਹੈ, ਆਪਾਂ ਥੋੜੋ ਪਰਮੇਸ਼ਰ ਨੂੰ ਰੱਖਣਾ ਹੈ। ਕਹਿਣਗੇ ਪਰਮੇਸ਼ਰ ਕਿੱਥੇ ਆ ਕਿੱਥੇ ਨਹੀਂ, ਕੀ ਕਰਨਾ ਚਾਹੁੰਦਾ, ਉਹ ਇਹਦੇ ਵਿੱਚ ਕਿਸੇ ਦਾ ਜ਼ੋਰ ਨਹੀਂ ਹੈਗਾ। ਕਹਿੰਦੇ ਇਹ ਹੱਥ ਆਪਣੇ ਹੱਥ ਦੀ ਗੱਲ ਨਹੀਂ ਹੈਗੀ। ਸਬਈਆ ਤੀਰ ਤਰੀ ਸੁਨ ਆਏ ਗਏ ਘਰ। ਸੋ ਧੀਰ ਧਾਰ ਕੇ ਆ ਗਏ ਜੀ, ਮਾਤਾ ਜੀ ਵੀ ਆ ਗਏ, ਬਾਬਾ ਮਹਿਤਾ ਕਾਲੂ ਜੀ, ਭਾਈ ਬਾਬਾ ਲਾਲੂ ਜੀ, ਸਾਰੇ ਧੀਰਜ ਨੂੰ ਧਾਰ ਕੇ ਆਪਣੇ ਘਰੇ ਆ ਗਏ। ਭੋਜਨ ਕੇ ਹਿਤ ਮਾਤ ਬੁਲਾਵੇ। ਉਸ ਵੇਲੇ ਮਾਤਾ ਤ੍ਰਿਪਤਾ ਜੀ ਨੇ ਡਿਨਰ ਤਿਆਰ ਕੀਤਾ। ਜਦੋਂ ਪ੍ਰਸ਼ਾਦੇ ਤਿਆਰ ਹੋਏ ਤਾਂ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਨੂੰ ਸਾਦੇ ਹਨ। ਆਵੋ ਤਾਤ ਅਛੋ ਉੱਠ ਕੇ। ਕਹਿਣਗੇ ਆਹੋ ਤਾਤ ਹੈ ਪੁੱਤਰ, ਉੱਠ ਕੇ ਆ ਕੇ ਆਪਣਾ ਜਿਹੜਾ ਹੈ ਲੰਗਰ ਛਕ। ਗਮਨਾ ਟਿਗ ਮਾਤ ਆਹਾਰ ਕੋ ਖਾਵਾ। ਗੁਰੂ ਨਾਨਕ ਸਾਹਿਬ ਜੀ ਉੱਠ ਕੇ ਆਪਣੇ ਪਲੰਗ ਤੋਂ ਉੱਠ ਕੇ ਜਾਂਦੇ ਹਨ ਮਾਤਾ ਜੀ ਦੇ ਕੋਲ, ਮਾਤਾ ਜੀ ਕੋਲ ਬਹਿ ਕੇ ਜਾ ਕੇ ਆਪਣਾ ਭੋਜਨ ਛਕਦੇ ਹਨ। ਹੀਰਤ ਹੈ ਕਮਲਾਨਨ ਕੋ ਸੁਖ ਪਾਏ ਹਿਰਦੈ ਜਨਨੀ ਬਲ ਜਾਵੇ। ਮਾਤਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਬੈਠਿਆਂ ਲੰਗਰ ਛਕਦਿਆਂ ਹੋਇਆਂ ਉਹਨਾਂ ਦਾ ਕਮਲ ਵਰਗਾ ਮੁਖ ਦੇਖ ਦੇਖ ਕੇ ਨਾ ਬਲ ਜਾਂਦੀ ਹੈ। ਵਾਰ ਨਹੀਂ ਜਾਂਦੇ ਆਪਣੇ ਪੁੱਤਰ ਤੋਂ। ਇੱਕ ਇੱਕ ਬੁਰਕੀ ਨੂੰ ਦੇਖ ਕੇ ਮਾਤਾ ਜੀ ਖੁਸ਼ ਹੁੰਦੇ ਨੇ, ਮੇਰਾ ਪੁੱਤਰ ਖਾ ਰਿਹਾ ਹੈ, ਤੇ ਨਾਲੋਂ ਨਾਲ ਆਪਣੇ ਆਪ ਨੂੰ ਸੈਕਰੀਫਾਈਸ ਕਰ ਰਹੀ ਹੈ ਆਪਣੇ ਪੁੱਤਰ ਤੋਂ। ਤਾਤ ਨਾ ਜੋਰ ਹਮਾਰ ਚਲੇ ਕੁਛ। ਕਹਿੰਦੀ ਤਾਤ ਹੈ ਪੁੱਤਰ, ਸਾਡਾ ਕੋਈ ਜ਼ੋਰ ਨਹੀਂ ਤੇਰੇ ਤੇ ਚੱਲਦਾ, ਅਸੀਂ ਕੋਈ ਜ਼ੋਰ ਪਾ ਨਹੀਂ ਸਕਦੇ, ਤੈਨੂੰ ਫੋਰਸ ਨਹੀਂ ਕੋਈ ਕਰ ਸਕਦਾ। ਆਪ ਕਰੋ ਬਿਦ ਜਿਉ ਮਨ ਭਾਵੈ। ਕਹਿੰਦੇ ਪੁੱਤਰ ਤੂੰ ਕਰ ਜੋ ਤੂੰ ਕਰਨਾ ਹੈ, ਅਸੀਂ ਨਹੀਂ ਤੈਨੂੰ ਹਟਾਉਂਦੇ, ਕਿਉਂਕਿ ਸਾਡੇ ਹੱਥ ਵਿੱਚ ਨਹੀਂ, ਅਸੀਂ ਨਹੀਂ ਤੈਨੂੰ ਹਟਾ ਸਕਦੇ। ਪੁੱਤਰ ਜੋ ਤੂੰ ਕਰਨਾ ਚਾਹੁੰਦਾ ਹੈ ਨਾ ਤੂੰ ਕਰ। ਦੋਹਰਾ ਕਿਰਪਾ ਦ੍ਰਿਸ਼ ਕਰ ਬਚਨ ਸ਼ੁਭ ਕਹਿ ਹਨ ਅਗਿਆਨ। ਕਹਿੰਦਾ ਕਿਰਪਾ ਦ੍ਰਿਸ਼ਟ ਕਰ। ਉਸ ਵੇਲੇ ਨਾ ਗੁਰੂ ਨਾਨਕ ਸਾਹਿਬ ਨੇ ਆਪਣੀ ਮਾਤਾ ਵੱਲ ਦੇਖਿਆ, ਮਾਤਾ ਜੀ ਨੇ ਜਿਹੜਾ ਹਨ ਮਾਤਾ ਵੱਲ ਦੇਖਿਆ ਕਿਰਪਾ ਦੇ ਦ੍ਰਿਸ਼ਟੀ ਕਰਕੇ, ਐਡੀ ਕਿਰਪਾ ਦੇ ਦ੍ਰਿਸ਼ਟੀ ਕਰਕੇ ਮਾਤਾ ਤ੍ਰਿਪਤਾ ਵੱਲ ਦੇਖਿਆ। ਕਹਿੰਦੇ ਬਚਨ ਸ਼ੁਭ ਕਹਿ ਕੇ ਹਨ ਗਿਆਨ, ਇੱਕ ਬਚਨ ਕੀਤਾ ਬਸ ਮਾਤਾ ਵੱਲ ਦੇਖ ਕੇ, ਤੇ ਉਹਨਾਂ ਨੂੰ ਕਿਹਾ ਚੰਗਾ ਮਾਤਾ ਜੀ, ਬਸ ਇੰਨਾ ਕਹਿਣ ਦੀ ਲੋੜ ਸੀ, ਮਾਤਾ ਦਾ ਸਾਰਾ ਗਿਆਨ ਦੂਰ ਕਰਤਾ, ਮਾਤਾ ਨੂੰ ਸਤ ਪਰਮੇਸ਼ਰ ਦਿਖਾਤਾ ਗੁਰੂ ਨਾਨਕ ਸਾਹਿਬ ਨੇ ਬਸ ਇੱਕ ਨਿਗਾਹ ਪਾ ਕੇ। ਦ੍ਰਿੜ ਬੰਧਨ ਜਗ ਮਿਟ ਗਏ ਪਈ ਯੋਗ ਨਿਰਵਾਣ। ਕਹਿੰਦੇ ਮਾਤਾ ਜੀ ਯੋਗਾ ਦੇ ਜਿਹੜਾ ਹਨ ਤੁਲ ਹੋ ਗਈ, ਉਹਨਾਂ ਦੀ ਸਮਾਧੀ ਜੁੜ ਗਈ, ਉਹਨਾਂ ਨੂੰ ਜਿਹੜੀ ਹਨ ਮੁਕਤੀ ਦੇ ਲਾਇਕ ਹੋ ਗਏ ਮਾਤਾ ਜੀ ਉਸੇ ਵੇਲੇ। ਤੇ ਕਹਿੰਦੇ ਦ੍ਰਿੜ ਬੰਧਨ ਜਗ, ਸਾਰੇ ਬੰਧਨ ਕੱਟੇ ਗਏ। ਹੁਣ ਮਾਤਾ ਨੂੰ ਆਪਣੇ ਪੁੱਤਰ ਦੇ ਵਿਛੋੜੇ ਦਾ ਦੁੱਖ ਨਹੀਂ ਮਹਿਸੂਸ ਹੋ ਰਿਹਾ, ਉਹਨਾਂ ਨੂੰ ਸਾਰੇ ਪਾਸੇ ਆਪਣਾ ਪੁੱਤਰ ਨਾਨਕ ਦਿਖਾਈ ਦਿੰਦਾ ਹੈ, ਪਰਮੇਸ਼ਰ ਰੂਪ ਦਿਖਾਈ ਦਿੰਦਾ ਹੈ। ਸਬਈਆ ਮਾਤ ਕੋ ਦੇ ਸੰਤੋਖ ਪੁੱਠੇ। ਦੇਖੋ ਮਾਤਾ ਨੇ ਆਪਣੇ ਪੁੱਤਰ ਨੂੰ ਭੋਜਨ ਦਿੱਤਾ ਤੇ ਗੁਰੂ ਨਾਨਕ ਸਾਹਿਬ ਨੇ ਮਾਤਾ ਨੂੰ ਸੰਤੋਖ ਦਿੱਤਾ। ਕਹਿੰਦੇ ਮਾਤਾ ਨੂੰ ਸੰਤੋਖ ਦੇ ਕੇ ਗੁਰੂ ਨਾਨਕ ਸਾਹਿਬ ਜੀ ਸਮਝਾ ਕੇ ਉੱਠ ਖੜੇ ਹਨ। ਹੁਣ ਤਾਤ ਆਇਓ ਕਹਿ ਸਮਝਾਵੇ। ਹਾਂ ਫੇਰ ਕੀ ਹੁੰਦਾ ਹੈ, ਬਾਬਾ ਮਹਿਤਾ ਕਾਲੂ ਜੀ ਆਏ। ਹੁਣ ਗੁਰੂ ਨਾਨਕ ਨੂੰ ਸਮਝਾਉਣ ਵਾਸਤੇ ਬਾਬਾ ਮਹਿਤਾ ਕਾਲੂ ਜੀ ਕੋਲ ਆ ਗਏ। ਆ ਕਰਕੇ ਆਪਣੇ ਪੁੱਤਰ ਨਾਨਕ ਜੀ ਨੂੰ ਕਹਿੰਦੇ ਜਾਣਿਓ ਜਿਉ ਕਰੀਏ ਨਿਜ ਕਾਰਜ। ਦੇਖੋ ਪਹਿਲੀ ਵਾਰੀ ਬਾਤਾ ਜਿਹੜਾ ਪਿਤਾ ਮਹਿਤਾ ਕਾਲੂ ਨੇ ਗੱਲ ਕਹੀ, ਜਾਣੋ ਜਿਉ ਕਰੀਏ ਨਿਜ ਕਾਜ। ਕਹਿੰਦੇ ਪੁੱਤਰ ਜਿਵੇਂ ਤੂੰ ਜਾਣਦਾ ਹਾਂ, ਜਿਵੇਂ ਤੂੰ ਕਰਨਾ ਚਾਹੁੰਦਾ ਹਾਂ, ਤੂੰ ਆਪਣੇ ਕਾਰਜ ਉਵੇਂ ਕਰ। ਹੁਣ ਬਾਬਾ ਮਹਿਤਾ ਕਾਲੂ ਜੀ ਨੇ ਵੀ ਕਹਿ ਦਿੱਤਾ, ਕਹਿੰਦੇ ਪੁੱਤਰ ਜਿਸ ਤਰ੍ਹਾਂ ਤੈਨੂੰ ਠੀਕ ਲੱਗਦਾ ਹੈ ਤੂੰ ਉਸੇ ਤਰ੍ਹਾਂ ਹੀ ਕਰ। ਹੁਣ ਉਹ ਕਹਿਨੋ ਕਬ ਲੋ ਬਣਿਆਵੇ। ਕਹਿਣ ਲੱਗੇ ਹੁਣ ਮੇਰਾ ਕਹਿਣਾ ਬਣ ਵੀ ਨਹੀਂ ਆਉਂਦਾ, ਮੈਂ ਕਹਿਣਾ ਵੀ ਕੀ ਕਰਨੇ ਨੂੰ ਆ, ਮੈਂ ਕਹੂੰਗਾ ਵੀ ਤਾਂ ਗੱਲ ਨਹੀਂ ਹੋਣੀ ਨਾ, ਬਣ ਵੀ ਨਹੀਂ ਆਉਂਦਾ, ਹੁਣ ਮੇਰਾ ਕਹਿਣਾ ਬਣਦਾ ਵੀ ਨਹੀਂ ਹੈ। ਏਕ ਤੁਮ ਤਾਤ ਹੁਤੋ ਹਮਾਰੇ। ਪਰ ਕਹਿੰਦੇ ਪੁੱਤਰ ਤੂੰ ਇੱਕ ਗੱਲ ਯਾਦ ਰੱਖੀ, ਤੂੰ ਮੇਰਾ ਇੱਕੋ ਇੱਕ ਪੁੱਤ ਹੈ, ਹੋਰ ਮੇਰਾ ਕੋਈ ਪੁੱਤ ਹੈ ਨਹੀਂ, ਤੂੰ ਕੱਲਾ ਹੀ ਹੈ ਮੇਰਾ। ਘਰ ਛੋੜ ਚਲੇ ਇਹ ਕਿਉਂ ਮਨ ਭਾਵੈ। ਕਹਿ ਲਗੇ ਤੂੰ ਘਰ ਛੱਡ ਕੇ ਚੱਲਿਆ, ਇੱਕੋ ਇੱਕ ਤੂੰ ਮੇਰਾ ਪੁੱਤਰ ਹੈ, ਮੇਰੇ ਮਨ ਨੂੰ ਕਿਵੇਂ ਠੀਕ ਲੱਗੇਗਾ, ਮੈਂ ਗੱਲ ਨੂੰ ਕਿਵੇਂ ਮੰਨ ਲਵਾਂ, ਮੇਰਾ ਇੱਕੋ ਇੱਕ ਪੁੱਤਰ ਹੋਵੇ ਉਹ ਵੀ ਮੈਨੂੰ ਛੱਡ ਕੇ ਚੱਲਿਆ।
ਕਹਿੰਦਾ ਇਹ ਤਾਂ ਗੱਲ ਮੈਨੂੰ ਕਿਤੇ ਚੰਗੀ ਨਹੀਂ ਲੱਗੇਗੀ ਨਾ। ਹਾਂਜੀ। ਔਰ ਕਹਿ ਬਹੁ ਪਾਤਨ ਕੇ ਬਚ। ਸੋ ਹੋਰ ਵੀ ਬੜੇ ਤਰ੍ਹਾਂ ਦੇ ਬਚਨ ਕਹੇ ਬਾਬਾ ਮਹਿਤਾ ਕਾਲੂ ਜੀ ਨੇ, ਬੜੇ ਨਿਮਰਤਾ ਵਾਲੇ। ਤਾਮ ਰਹਿ ਹਿਰਦੈ ਬਰਮਾਵੇ। ਕਹਿਣ ਲੱਗੇ ਕਿਵੇਂ ਨਾ ਕਿਵੇਂ ਵੀ ਚਾਹੁੰਦਾ ਹੈ ਬਾਬਾ ਮਹਿਤਾ ਕਾਲੂ ਗੁਰੂ ਨਾਨਕ ਦੇਵ ਜੀ ਘਰੇ ਰਹਿ ਪਾਣ, ਘਰ ਰਹਿ ਕੇ ਐਟਲੀਸਟ ਉਹਨਾਂ ਦੇ ਦਰਸ਼ਨ ਤਾਂ ਹੋਣਗੇ। ਹਾਂਜੀ। ਤੇ ਉਹਨਾਂ ਦਾ ਹਿਰਦਾ ਜਿਹੜਾ ਖੁਸ਼ ਰਹੇਗਾ ਆਪਣੇ ਪੁੱਤਰ ਨੂੰ ਦੇਖ ਕੇ। ਦੇਖ ਦਇਆ ਦ੍ਰਿਸ਼ਟੀ ਪਿਤ ਕੀ ਦਿਸ਼। ਹੁਣ ਗੁਰੂ ਨਾਨਕ ਸਾਹਿਬ ਨੇ ਨਾ ਬੜੀ ਕਿਰਪਾ ਵਾਲੀ ਦ੍ਰਿਸ਼ਟੀ ਕਰਕੇ ਆਪਣੇ ਪਿਤਾ ਵੱਲ ਦੇਖਿਆ। ਹੁਣ ਦੇਖ ਕਰਕੇ ਮੋਹਨਿਓ ਉਪਮਾ ਬਲ ਆਈ। ਦੇਖੋ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਆਪਣੇ ਪਿਤਾ ਦਾ ਮੋਹ ਖਤਮ ਕਰਤਾ। ਇੱਕ ਵਾਰੀ ਦ੍ਰਿਸ਼ਟੀ ਪਾ ਕੇ ਨਾ ਆਪਣੇ ਪਿਤਾ ਵੱਲ ਉਹਦਾ ਮੋਹ ਮੁਕਾ ਦਿੱਤਾ ਤੇ ਉਪਮਾ ਪਲ ਆਈ। ਕਹਿੰਦੇ ਕਿ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਜਸ ਆਉਣ ਲੱਗ ਪਿਆ, ਉਹਨਾਂ ਨੂੰ ਪਰਮੇਸ਼ਰ ਦਾ ਪ੍ਰੇਸ ਫੀਲ ਹੋਣ ਲੱਗ ਪਿਆ ਅੰਦਰੋਂ। ਕਿਉਂ ਬਹਿਰੀ ਖਗ ਕੋ ਚਟ ਟਾਟ। ਕਹਿਣ ਲੱਗੇ ਜਿਵੇਂ ਨਾ ਇੱਕ ਸ਼ਿਕਾਰੀ ਪੰਛੀ ਹੈ ਬਿਹਰੀ, ਬਿਹਰੀ ਜਿਹੜਾ ਹੈ ਇਹ ਫੈਲਕਨ ਵਰਗਾ ਹੁੰਦਾ ਪਰ ਫੈਲਕਨ ਨਾਲੋਂ ਛੋਟਾ ਹੁੰਦਾ ਹੈ। ਇਹਨੂੰ ਹੰਟਿੰਗ ਵਾਲਾ ਪੰਛੀ ਕਹਿੰਦੇ ਹਨ, ਇਹਦੇ ਨਾਲ ਹੰਟਿੰਗ ਕਰੀਦੀ ਹੈ। ਕਹਿੰਦੇ ਜਿਵੇਂ ਇਹ ਜਿਹੜਾ ਹੈ ਨਾ ਜਾ ਕੇ ਝਪਟ ਮਾਰ ਕੇ ਆਪਣੀ ਚਿੜੀ ਨੂੰ ਫੜਦਾ ਹੈ ਨਾ, ਬਹੁਤ ਛੇਤੀ ਨਾਲ ਝਪਟ ਮਾਰਦਾ ਹੈ। ਸੋ ਕਹਿੰਦੇ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਜਿਹੜੀ ਸੀ ਨਾ, ਇਹ ਬਹਿਰੀ ਪੰਛੀ ਵਰਗੀ ਸੀ, ਜਿਹਨੇ ਜਾ ਕੇ ਬਾਬਾ ਮਹਿਤਾ ਕਾਲੂ ਜੀ ਦਾ ਮੋਹ ਪਕੜ ਕੇ ਬਾਹਰ ਮਾਰਿਆ, ਉਹਦਾ ਮੋਹ ਕੱਢ ਕੇ ਛੱਡ ਦਿੱਤਾ ਬਾਹਰ ਤੇ ਅੰਦਰੋਂ ਗਿਆਨ ਬਖਸ਼ ਦਿੱਤਾ ਸਤਿਗੁਰਾਂ ਨੇ। ਦਬਾਏ ਕਹਿ ਦੇਤ ਨਹੀਂ ਉਕਸਾਈ। ਕਹਿਣ ਲੱਗੇ ਉਹ ਮੋਹ ਨੂੰ ਦਬਾ ਦਿੱਤਾ, ਕਹਿੰਦੇ ਉਹ ਮੋਹ ਨੂੰ ਹੁਣ ਉੱਠਣ ਨਹੀਂ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ। ਸ਼ਾਂਤ ਪਈ ਮਨ ਫੇਰ ਕਹਿਓ ਨਹਿ। ਦੇਖੋ ਹੁਣ ਬਾਬਾ ਮਹਿਤਾ ਕਾਲੂ ਇੰਨੀ ਸ਼ਾਂਤੀ ਅੰਦਰੋਂ ਆ ਗਈ, ਮੁੜ ਕੇ ਬਾਬਾ ਮਹਿਤਾ ਕਾਲੂ ਨੇ ਕੁਝ ਨਹੀਂ ਕਿਹਾ। ਮਹਾਰਾਜ ਦੇ ਉਹ ਗੱਲ ਨੂੰ ਸਮਝ ਗਏ ਹਨ, ਹੁਣ ਨਹੀਂ ਮੁੜ ਕੇ ਬੋਲੇ। ਖੁਸ਼ਨ ਹੋਏ ਰਹਿਓ ਸੁਖ ਪਾਈ। ਬਸ ਹੁਣ ਚੁੱਪੇ ਰਹਿੰਦੇ ਨੇ ਬਾਬਾ ਮਹਿਤਾ ਕਾਲੂ ਜੀ ਤੇ ਬੜੇ ਸੁੱਖ ਵਿੱਚ ਰਿਹਾ ਕਰਦੇ ਹਨ। ਔੜ ਰਹੇ ਪਰ ਅੰਕ ਕੇ ਉੱਪਰ। ਸੋ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਆਪਣੇ ਮੰਜੇ ਤੇ ਲੰਮੇ ਪਏ ਹਨ। ਸ੍ਰੀ ਗੁਰੂ ਨਾਨਕ ਜੀ ਗਤ ਦਾਈ। ਜੋ ਗੁਰੂ ਨਾਨਕ ਸਾਹਿਬ ਜੀ ਗਤੀ ਨੂੰ ਮੁਕਤੀ ਨੂੰ ਦੇਣ ਵਾਲੇ ਹਨ। ਨੀਂਦ ਬਸੀ ਹੋਏ ਸੋ ਰਹੇ ਤਬ। ਉਸ ਵੇਲੇ ਗੁਰੂ ਨਾਨਕ ਸਾਹਿਬ ਨੂੰ ਨੀਂਦ ਆ ਗਈ। ਜਾਮਨ ਜਾਮ ਰਹੀ ਜਬ ਹੀ। ਜਦੋਂ ਪਹਿਰ ਰਾਤ ਰਹਿ ਗਈ ਰਾਤ ਦੀ। ਆਲਸ ਸ਼ੋਰ ਉਠੇ ਕਰਨਾ ਨੇ। ਆਲਸ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਜੀ ਲੇਜ਼ੀਪੁਣਾ ਛੱਡ ਕੇ ਉੱਠੇ ਜੀ ਅੰਮ੍ਰਿਤ ਵੇਲੇ। ਦਾਸਨ ਕੇ ਸੁਖ ਦਾ ਸਭ ਹੀ। ਜੋ ਦਾਸਾਂ ਨੂੰ ਸੁਖ ਦੇਣ ਦੇ ਦਾਤੇ ਹਨ ਗੁਰੂ ਨਾਨਕ ਸਾਹਿਬ ਜੀ ਸਾਰੇ ਤਰ੍ਹਾਂ ਦੇ। ਨਾਨਕ ਹੇਤ ਜਲੇ ਉਠ ਬਾਹਰ। ਮਹਾਰਾਜ ਇਸ਼ਨਾਨ ਕਰਨ ਵਾਸਤੇ ਬਾਹਰ ਚੱਲੇ ਹਨ। ਚੰਦ ਕੀ ਜਾਨ ਤੇ ਪੈ ਤਬ ਹੀ। ਮਹਾਰਾਜ ਦਾ ਸਰੀਰ ਚਾਂਦਨੀ, ਜਿਵੇਂ ਚੰਦ ਦੀ ਚਾਂਦਨੀ ਚਮਕਦੀ ਹੈ, ਇਸੇ ਤਰ੍ਹਾਂ ਹੀ ਮਹਾਰਾਜ ਦਾ ਬਦਨ ਕਿਰਪਾ ਦੇ ਨਾਲ ਚਮਕ ਰਿਹਾ ਹੈ। ਤਿਉ ਭਗਤੀ ਪ੍ਰਕਾਸ਼ਨ ਕੋ ਸਭ। ਕਹਿਣਗੇ ਤਿਉ ਭਗਤੀ ਕੋ ਪ੍ਰਕਾਸ਼ਨ, ਜਿਵੇਂ ਚੰਦਰਮਾ ਆਪਣਾ ਜਿਹੜਾ ਹੈ ਚਾਨਣ ਦਿੰਦਾ ਹੈ, ਗੁਰੂ ਨਾਨਕ ਸਾਹਿਬ ਜੀ ਦਾ ਚਾਨਣ ਭਗਤੀ ਬਖਸ਼ਦਾ ਹੈ। ਉਹ ਭਗਤੀ ਦੀ ਜਿਹੜੀ ਹੈ ਲੋ ਲੋਕਾਂ ਨੂੰ ਦਿੰਦਾ ਹੈ। ਦੇਸ਼ ਵਿਦੇਸ਼ ਚਲੇ ਅਬ ਹੀ। ਦੇਸ਼ ਵਿਦੇਸ਼ਾਂ ਨੂੰ ਹੁਣ ਗੁਰੂ ਨਾਨਕ ਸਾਹਿਬ ਜੀ ਚੱਲੇ ਹਨ। ਰੂਪ ਰਠ ਚਲੇ ਨਹਿ ਕੋਏ। ਉਸ ਵੇਲੇ ਜਦੋਂ ਗੁਰੂ ਨਾਨਕ ਸਾਹਿਬ ਜੀ ਉੱਠੇ ਨਾ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਵਾਸਤੇ, ਉੱਥੇ ਕੋਈ ਖੂਹ ਦੇ ਉੱਤੇ ਹਲਟ ਨਹੀਂ ਹੁੰਦਾ ਜਿਹੜਾ, ਉਹ ਜਾਂ ਪਾਣੀ ਕੱਢਦੇ ਹਨ, ਸੋ ਜਿਹੜਾ ਵੀਲ ਜਾਂ ਹੁੰਦਾ ਹੈ। ਸੋ ਕਹਿੰਦੇ ਉਸ ਵੇਲੇ ਤਲਵੰਡੀ ਦੇ ਵਿੱਚ ਕੋਈ ਖੂਹ ਦੇ ਉੱਤੇ ਹਲਟ ਨਹੀਂ ਚੱਲਦਾ ਸੀਗਾ, ਮਤਲਬ ਪਾਣੀ ਹੈ ਨਹੀਂ, ਚਲੇ ਨਾ ਕੋਈ। ਉਸ ਵੇਲੇ ਕੋਈ ਖੂਹ ਦਾ ਪਾਣੀ ਬਾਹਰ ਨਹੀਂ ਆ ਰਿਹਾ ਸੀ। ਫਿਰੇ ਇੱਕ ਦੋਏ ਤਬੈ ਗਤਦਾਈ। ਉਸ ਵੇਲੇ ਗੁਰੂ ਨਾਨਕ ਸਾਹਿਬ ਇੱਕ ਦੋ ਖੂਹਾਂ ਤੇ ਗਏ ਇਸ਼ਨਾਨ ਕਰਨ ਵਾਸਤੇ, ਪਰ ਕੋਈ ਵੀ ਪਾਣੀ ਨਾ ਮਿਲਿਆ। ਗੁਰੂ ਨਾਨਕ ਸਾਹਿਬ ਨੇ ਪਾਣੀ ਜਿਹੜਾ ਖੂਹ ਚੋਂ ਬਾਹਰ ਨਹੀਂ ਆਇਆ। ਨੀਂਦ ਨਾ ਪਾਵਤ ਪੇ ਕਿਤ ਹੂੰ। ਦੇਖੋ ਪਾਣੀ ਨਾ ਕਿਤੋਂ ਮਿਲਿਆ ਇਸ਼ਨਾਨ ਕਰਨ ਵਾਸਤੇ। ਤੇ ਕਾਲ ਵੇਖਿਆ ਮੁਖ ਬਾਣੀ ਅਲਾਈ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਦੇਖ ਕੇ ਨਾ ਵੀ ਕੋਈ ਖੂਹ ਚੋਂ ਪਾਣੀ ਹੁਣ ਬਾਹਰ ਨਹੀਂ ਆਉਂਦਾ, ਬਾਹਰ ਪਾਣੀ ਨਹੀਂ ਹੈਗਾ, ਤਾਂ ਮਹਾਰਾਜ ਨੇ ਆਪਣੇ ਮੁਖ ਤੋਂ ਇੱਕ ਬਚਨ ਕਿਹਾ। ਕੋ ਸਰੋਵਰ ਨਾ ਹੈ ਇਹਾਂ। ਕਹਿਣ ਲੱਗੇ ਕੋਈ ਸਰੋਵਰ ਨਹੀਂ ਇੱਥੇ ਤਲਵੰਡੀ ਦੇ ਵਿੱਚ। ਆਪ ਜੀ ਨੂੰ ਯਾਦ ਹੋਗਾ ਸੁਲਤਾਨਪੁਰ ਵਿੱਚ ਮਹਾਰਾਜ ਜੀ ਉੱਥੇ ਇਸ਼ਨਾਨ ਕਰਦੇ ਸੀ ਵਹੀਂ ਨਦੀ ਦੇ ਵਿੱਚ। ਕਹਿੰਦੇ ਤਲਵੰਡੀ ਦੇ ਵਿੱਚ ਕੋਈ ਸਰੋਵਰ ਨਹੀਂ ਸੀਗਾ ਇਸ਼ਨਾਨ ਕਰਨ ਵਾਸਤੇ। ਸੋ ਮਹਾਰਾਜ ਨੇ ਆਪਣੇ ਮੁਖ ਤੋਂ ਕਿਹਾ ਕੋਈ ਸਰੋਵਰ ਨਾ ਇਹਾਂ, ਕੋਈ ਸਰੋਵਰ ਨਹੀਂ ਜੀ ਇੱਥੇ। ਨਗਰੀ ਬਿਨ ਨੀਰ ਨਾ ਕੂਪ ਚਲਾਈ। ਕਹਿਣ ਲੱਗੇ ਇਹ ਕੀ ਨਗਰੀ ਹੋਈ ਤਲਵੰਡੀ, ਜਿੱਥੇ ਕੋਈ ਪਾਣੀ ਨਾ ਮਿਲਦਾ ਹੋਵੇ, ਜਿੱਥੇ ਕੋਈ ਤਲਾਅ ਨਾ ਹੋਵੇ, ਨਾ ਜਿੱਥੇ ਕੋਈ ਖੂਹੀ ਦਾ ਪਾਣੀ ਚੱਲਦਾ ਹੋਵੇ। ਸੋ ਕਹਿੰਦੇ ਇਹ ਕੀ ਐਸੀ ਨਗਰੀ। ਜਾਗਤ ਰਾਏ ਬੁਲਾਰ ਸੁਣੀ। ਉਸ ਵੇਲੇ ਰਾਏ ਬੁਲਾਰ ਵੀ ਜਾਗਦਾ ਸੀਗਾ, ਉਹ ਵੀ ਬਾਹਰ ਆਏ ਸੀ ਇਸ਼ਨਾਨ ਕਰਨ ਵਾਸਤੇ। ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਕਹੀ ਨਾ, ਬਚਨ ਕੀਤੇ, ਰਾਏ ਬੁਲਾਰ ਨੇ ਸੁਣ ਲਏ ਤੇ ਫਿਰ ਤਹਿ ਕਾਲ ਵਿਖੈ ਮਨ ਜੋ ਠਹਿਰਾਈ। ਉਹਨਾਂ ਨੇ ਉਸੇ ਵੇਲੇ ਆਪਣੇ ਮਨ 'ਚ ਫੈਸਲਾ ਕੀਤਾ ਰਾਏ ਬੁਲਾਰ ਨੇ, ਨਾਨਕ ਨਾਮ ਸਰੋਵਰ ਲਾਭ। ਵੀ ਮੈਂ ਇੱਥੇ ਇੱਕ ਸਰੋਵਰ ਬਣਾਉਣਾ ਹੈ, ਉਹਦਾ ਨਾਂ ਰੱਖਣਾ ਹੈ ਨਾਨਕ।
ਨਾਨਕ ਦੇ ਨਾਂ ਤੇ ਇੱਕ ਸਰੋਵਰ ਬਣਾਉਣਾ ਇੱਥੇ। ਉਠਤ ਭੋਰ ਅਹਿ ਮਨ ਆਨਾ। ਕਹਿਣਗੇ ਉਠਤ ਭੋਰ, ਕਹਿਣਗੇ ਵੀ ਸਵੇਰੇ ਉੱਠ ਕੇ ਅਸੀਂ ਇਹ ਕੰਮ ਜ਼ਰੂਰ ਕਰਨਾ। ਆਪਣੇ ਮਨ ਵਿੱਚ ਉਹਨੇ ਫੈਸਲਾ ਕਰ ਲਿਆ ਰਾਏ ਬੁਲਾਰ ਨੇ। ਜਾਣਿ ਪਾ ਨਿਜ ਕੋ ਕਿਰਤਾਰਤ। ਕਹਿਣ ਲੱਗੇ ਉਹਨੇ ਜਾਣ ਲਿਆ। ਦੇਖੋ ਸੇਵਾ ਮੰਗਦਾ ਸੀ ਨਾ, ਯਾਦ ਆ ਇੱਕ ਦਿਨ ਪਹਿਲਾਂ ਰਾਏ ਬੁਲਾਰ ਕਹਿੰਦਾ ਸੀ ਮੇਰੇ ਤੋਂ ਕੋਈ ਸੇਵਾ ਨਹੀਂ ਹੋਈ, ਮੈਂ ਕੋਈ ਸੇਵਾ ਕਰਨਾ ਚਾਹੁੰਦਾ। ਗੁਰੂ ਨਾਨਕ ਸਾਹਿਬ ਨੇ ਉੱਠ ਕੇ ਸਵੇਰੇ ਸੇਵਾ ਦੇ ਦਿੱਤੀ ਰਾਏ ਬੁਲਾਰ ਨੂੰ ਵੀ ਤੂੰ ਇੱਥੇ ਇੱਕ ਤਲਾਬ ਬਣਾਉਣਾ, ਤੂੰ ਇੱਕ ਇੱਥੇ ਪੌਂਡ ਬਣਾਉਣਾ, ਇੱਕ ਸਰੋਵਰ ਬਣਾਉਣਾ ਹੈ। ਲਾਏ ਤੜਾਗ ਹਿਰਦੈ ਬਿਕਸਾਨਾ। ਕਹਿਣਗੇ ਲਾਏ ਤੜਾਗ ਹਿਰਦੈ ਬਿਕਸਾਨਾ। ਉਹਨੂੰ ਖੁਸ਼ੀ ਚੜ ਗਈ, ਮੈਨੂੰ ਸੇਵਾ ਦੇ ਦਿੱਤੀ, ਮੈਨੂੰ ਸਰੋਵਰ ਲਾਉਣ ਦੀ। ਦੇਖੋ ਸੇਵਾ ਸਰੋਵਰ ਦੀ ਗੁਰੂ ਨਾਨਕ ਨੇ ਵੀ ਕੀਤੀ ਹੈ। ਆਪਾਂ ਤਾਂ ਜਾਣਦੇ ਆ ਨਾ, ਗੁਰੂ ਅਮਰਦਾਸ ਜੀ ਨੇ ਕੀਤੀ ਹੈ, ਫਿਰ ਗੁਰੂ ਰਾਮਦਾਸ ਨੇ ਕੀਤੀ, ਗੁਰੂ ਅਰਜਨ ਦੇਵ ਜੀ ਨੇ ਕੀਤੀ। ਦੇਖੋ ਗੁਰੂ ਨਾਨਕ ਨੇ ਵੀ ਕੀਤੀ ਹੈ ਸਰੋਵਰ ਦੀ। ਸੋ ਕਹਿੰਦੇ ਉਹ ਜਿਹੜਾ ਰਾਏ ਬੁਲਾਰ ਉਹਨੂੰ ਚਾਹ ਚੜ ਗਿਆ, ਮੈਨੂੰ ਤਾਂ ਸੇਵਾ ਦੇਤੀ ਗੁਰੂ ਨਾਨਕ ਨੇ ਜਿਹੜੀ ਮੈਂ ਮੰਗੀ ਸੀ। ਦੇਖੋ ਨਾ ਰਾਏ ਬੁਲਾਰ ਭੁੱਲ ਗਿਆ ਹੋਗਾ ਗੱਲ ਕਹਿ ਕੇ, ਪਰ ਗੁਰੂ ਨਾਨਕ ਨੂੰ ਚੇਤੇ ਸੀ। ਦੇਖੋ ਇਸੇ ਤਰ੍ਹਾਂ ਹੀ ਨਾ ਜਦੋਂ ਆਪਾਂ ਕੋਈ ਪ੍ਰਾਰਥਨਾ ਕਰਦੇ ਹਾਂ, ਕੋਈ ਅਰਦਾਸ ਕਰਦੇ ਆ ਨਾ, ਆਪਾਂ ਭੁੱਲ ਜਾਂਦੇ ਆ। ਜਿਹਦੇ ਅੱਗੇ ਅਰਦਾਸ ਕਰਦੇ ਉਹ ਨਹੀਂ ਭੁੱਲਦਾ, ਉਹ ਕਿਤੇ ਨਾ ਕਿਤੇ ਸਮਾਂ ਆਉਣ ਤੇ ਜ਼ਰੂਰ ਪੂਰੀ ਕਰ ਦਿੰਦਾ ਹੈ। ਉਸ ਵੇਲੇ ਆਪਾਂ ਸੋਚਦੇ ਆ ਆਹ ਕੀ ਹੋ ਗਿਆ, ਪਰ ਇਹ ਨਾ ਕਿਤੇ ਭੁੱਲਿਓ ਤੁਸੀਂ ਮੰਗੀ ਸੀ ਇਹ। ਹਾਂਜੀ, ਸੋ ਹੁਣ ਅਰਦਾਸ ਪੂਰੀ ਹੋ ਗਈ ਜੀ। ਸੋਖਨ ਵਾਏ ਤਹਾਂ ਝਟਤੀ। ਸੋ ਕੀ ਹੋਇਆ ਜੀ, ਉਸ ਵੇਲੇ ਰਾਏ ਬੁਲਾਰ ਨੇ ਜਿਹੜਾ ਹੈ ਸੌ ਖਨਵਾਏ ਤਹਾਂ ਚਟਰੀ। ਕਹਿੰਦੇ ਉਸੇ ਵੇਲੇ 36 ਦੇ ਨਾਲ ਬੰਦੇ ਸੱਦੇ, ਸਵੇਰ ਹੁੰਦਿਆਂ ਸਾਰ ਬੰਦੇ ਲਾਤੇ, ਕਹਿੰਦੇ ਸਰੋਵਰ ਬਣਾਓ। ਹੁਣ ਉਹਨੇ ਪੁੱਟਣੀ ਸ਼ੁਰੂ ਕਰਤੀ ਜੀ ਧਰਤੀ। ਦਿਨ ਈਖਦ ਮੈਂ ਕਰ ਤਿਆਰ ਸੁਜਾਨਾ। ਥੋੜੇ ਦਿਨਾਂ ਵਿੱਚ ਹੀ ਰਾਏ ਬੁਲਾਰ ਨੇ ਉਹ ਸਰੋਵਰ ਤਿਆਰ ਕਰਾਤਾ ਜੀ। ਸੋ ਸਰੋਵਰ ਤਿਆਰ ਹੋ ਗਿਆ ਜੀ ਤਲਵੰਡੀ ਦੇ ਵਿੱਚ। ਹੈ ਅਬ ਲੋ ਅਸ਼ਨਾਨ ਪੁਨੀਤ। ਕਹਿ ਲਗੇ ਹੁਣ ਤੱਕ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਕਥਾ ਲਿਖਦੇ ਆ, ਕਹਿੰਦੇ ਹੁਣ ਤੱਕ ਸਾਡੇ ਸਮੇਂ ਤੱਕ ਇਹ ਸਰੋਵਰ ਉੱਥੇ ਹੀ ਹੈ। ਸੋ ਉਹ ਸਰੋਵਰ ਦਾ ਨਾਂ ਜੇਕਰ ਨਾਨਕਸਰ ਹੈ, ਜਿਹਨੂੰ ਨਾਨਕਸਰ ਕਹਿੰਦੇ ਆ। ਨਾਨਕਸਰ ਦਾ ਨਾਂ ਉੱਥੋਂ ਆਇਆ। ਤਲਵੰਡੀ ਦੇ ਵਿੱਚ ਸਰੋਵਰ ਹੈ ਨਾਨਕਸਰ, ਤੇ ਇਹੀ ਥਾਂ ਹੈ ਜਿੱਥੇ ਜਿਹੜੇ ਹਨ ਜਿੰਨੇ ਵੀ ਆਪਣੇ ਜਿਵੇਂ ਗੁਰਸਿੱਖ ਸਨ ਉਹ ਜਾਇਆ ਕਰਦੇ ਸਨ ਦਰਸ਼ਨਾਂ ਨੂੰ। ਤੇ ਜਿੱਥੇ ਭਾਈ ਮਨੀ ਸਿੰਘ ਜੀ ਗਏ ਸੀ ਸ਼ਹੀਦ, ਉਹ ਵੀ ਉੱਥੇ ਗਏ ਸਨ ਨਾਨਕਸਰ। ਤੇ ਉੱਥੇ ਜਾ ਕੇ ਹੀ ਉਹਨਾਂ ਨੇ ਜਿਹੜਾ ਹੈ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਦੀ ਕਥਾ ਸਾਰੀ ਉੱਥੇ ਸੁਣਾਈ ਸੀ, ਇਹੀ ਸਰੋਵਰ ਤੇ। ਸੋ ਇਹ ਸਰੋਵਰ ਜਿਹੜਾ ਹੈ ਹੁਣ ਤੱਕ ਵੀ ਹੈ। ਤੇ ਉਹ ਸਰੋਵਰ ਜਿਹੜਾ ਹੈ ਕਵੀ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਇਸ਼ਨਾਨ ਵੀ ਕੀਤਾ ਹੈ। ਇਸ਼ਨਾਨ ਕਰਨ ਤੋਂ ਸਰੀਰ ਪਵਿੱਤਰ ਹੁੰਦਾ ਹੈ। ਕਰੇ ਤੇ ਠਾਂ ਤੈ ਪਾਪ ਪਰਾਨਾ। ਹਾਂ, ਕਹਿਣਗੇ ਉੱਥੇ ਇਸ਼ਨਾਨ ਕਰਨ ਦੇ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ। ਓ ਹਰਾ ਮੁਝ ਕੋ ਲਿਓ ਬੁਲਾਏ ਤਬ ਕਰਵਾਇਓ ਇਸ਼ਨਾਨ। ਦੇਖੋ ਜਦੋਂ ਇਹ ਸਰੋਵਰ ਤਿਆਰ ਹੋ ਗਿਆ ਨਾ, ਰਾਏ ਬੁਲਾਰ ਨੇ ਕਿਹਨੂੰ ਸੱਦਿਆ? ਭਾਈ ਬਾਲੇ ਨੂੰ। ਕਹਿੰਦੇ ਭਾਈ ਬਾਲਾ ਆ ਤੂੰ ਇਸ਼ਨਾਨ ਕਰ। ਪਹਿਲਾਂ ਦ ਫਰਸਟ ਪਰਸਨ ਇਸ਼ਨਾਨ ਕਰਨ ਨੂੰ ਭਾਈ ਬਾਲਾ ਸੀਗਾ। ਆਲੇ ਮਿਲ ਕਰ ਸਤਿਗੁਰੂ ਕੀਨੋ ਪੁਨ ਪ੍ਰਸਥਾਨ। ਕਹਿਣ ਲੱਗੇ ਆਲਿਆ ਮਿਲ ਕਰ ਸਤਿਗੁਰੂ। ਕਹਿੰਦੇ ਮੈਂ ਕਿਹਾ ਵੀ ਮੈਂ ਕਿਉਂ ਇਕੱਲਾ ਜਾਵਾਂ? ਕਹਿੰਦਾ ਮੈਂ ਗੁਰੂ ਨਾਨਕ ਦੇ ਘਰ ਗਿਆ ਪਹਿਲਾਂ, ਤੇ ਮੈਂ ਜਾ ਕੇ ਗੁਰੂ ਨਾਨਕ ਨੂੰ ਕਿਹਾ ਵੀ ਤੁਸੀਂ ਵੀ ਨਾਲ ਆਓ, ਆਪਾਂ ਇਕੱਠੇ ਜਾ ਕੇ ਇਸ਼ਨਾਨ ਕਰੀਏ ਹੁਣ ਸਰੋਵਰ ਦੇ ਵਿੱਚ। ਸਵਈਆ ਦੋਏ ਮਹੂਰਤ ਜਾਮਨ ਤੇ। 2 ਘੜੀਆਂ ਮਤਲਬ ਕਿ 96 ਮਿੰਟਸ ਜਿਹੜਾ ਹੈ ਜਾਮਨ ਜਿਹੜਾ ਹੈ ਰਾਤ ਨੂੰ। ਗੁਰੂ ਨਾਨਕ ਜੀ ਤਬ ਕੀਨ ਪਿਆਨਾ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਸਰੋਵਰ ਦਾ ਨਾਂ ਨਾਨਕ ਰੱਖਿਆ, ਰਾਏ ਬੁਲਾਰ ਜੀ ਨੇ। ਤੇ ਕਹਿੰਦੇ ਉਸ ਵੇਲੇ ਦੋਏ ਮੁਹੂਰਤ ਜਾਮਣ ਤੇ 96 ਮਿੰਟ ਜਦੋਂ ਰਾਤ ਰਹਿੰਦੀ, ਗੁਰੂ ਨਾਨਕ ਸਾਹਿਬ ਮਹਾਰਾਜ ਤਲਵੰਡੀ ਤੋਂ ਤੁਰ ਪਏ ਹਨ। ਹੁਣ ਮਹਾਰਾਜ ਆਪਣੀ ਉਦਾਸੀ ਵਾਸਤੇ ਚੱਲੇ ਹਨ। ਗੁਰੂ ਨਾਨਕ ਜੀ ਤਬ ਕੀਨ ਪਿਆਨਾ। ਮਹਾਰਾਜ ਨੇ ਉਸ ਵੇਲੇ ਪਿਆਨਾ ਕੀਤਾ। ਸੰਗ ਚਲੇ ਸੁਖ ਸਾਗਰ ਕੇ ਜੁਗ। ਕਹਿਣ ਲੱਗੇ ਅਸੀਂ ਮੈਂ ਤੇ ਮਰਦਾਨਾ ਦੋਵੇਂ ਗੁਰੂ ਨਾਨਕ ਦੇ ਸਾਹਿਬ ਜੀ ਦੇ ਨਾਲ ਹੀ ਤੁਰੇ। ਮੈਂ ਪੁਨ ਔਰ ਚਲਿਓ ਮਰਦਾਨਾ। ਮੈਂ ਤੇ ਮਰਦਾਨਾ ਜੀ ਨਾਲ ਸਨ। ਚੇਤ ਆਨੰਦ ਸੰਤ ਸੁਖਦ। ਕਹਿਣ ਲੱਗੇ ਚੇਤਨ ਗੁਰੂ ਨਾਨਕ ਸਾਹਿਬ ਜੀ ਜਿਹੜਾ ਚੇਤਨ ਹਨ, ਉਹ ਐਨੀਮੇਟਡ ਹਨ, ਉਹ ਸ਼ਕਤੀ ਰੂਪ ਹਨ, ਉਹ ਆਨੰਦ ਰੂਪ ਹਨ। ਸਤਿਗੁਰੂ ਜੀ ਸਤਨ ਉਹ ਸਤ ਰੂਪ ਪਰਮੇਸ਼ਰ ਦੇ ਹਨ। ਉਹ ਸੁਖੰਦ ਸਾਰੇ ਸੁੱਖਾਂ ਨੂੰ ਦੇਣ ਵਾਲੇ ਨੇ, ਸੁੱਖਾਂ ਦੇ ਬੱਦਲ ਨੇ ਗੁਰੂ ਨਾਨਕ ਸਾਹਿਬ ਜੀ। ਜਿਵੇਂ ਹੁਣ ਪਰਮੇਸ਼ਰ ਦੇ 3 ਗੁਣ ਹਨ, ਸਤ, ਚੇਤਨ ਤੇ ਆਨੰਦ ਰੂਪ। ਕਹਿੰਦੇ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਦੇ ਵੀ ਐਸੇ 3 ਗੁਣ ਹਨ। ਗੋਬਿੰਦ ਮੁਕੰਦ ਸਦਾ ਦੁਖ ਹਨ। ਜੋ ਗੋਬਿੰਦ ਜੋ ਦੁਨੀਆ ਨੂੰ ਪਾਲਣ ਵਾਲਾ ਹੈ, ਜੋ ਮੁਕਤੀ ਦਾ ਦਾਤਾ ਹੈ, ਸਦਾ ਹੀ ਦੁੱਖ ਨੂੰ ਦੂਰ ਕਰਨ ਵਾਲਾ ਹੈ। ਹਾਂ ਗੁਰ ਕੇ ਪਦ ਪੰਕਜ ਉੱਪਰ। ਕਹਿਣਗੇ ਉਹ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਉੱਤੇ ਜਾਤ ਸਦੀਵ ਕਵੀ ਕੁਰਬਾਨਾ। ਮੈਂ ਕਵੀ ਸੰਤੋਖ ਸਿੰਘ ਜੀ ਉਹਨਾਂ ਤੋਂ ਕੁਰਬਾਨ ਜਾਂਦਾ ਹੈ ਹਮੇਸ਼ਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੋਂ। ਦੋਹਰਾ ਮੰਦ ਮੰਦ ਗਤ ਸੁੰਦਰੀ ਪਦ ਪਦਵੀ ਪਰ ਜਾ ਪਾਏ। ਕਹਿਣਗੇ ਮੰਦ ਮੰਦ ਹੌਲੀ ਹੌਲੀ ਸਤਿਗੁਰੂ ਜੀ ਆਪਣੇ ਕਦਮ ਆਪਣੇ ਚਰਨ ਧਰਤੀ ਤੇ ਰੱਖਦੇ ਨੇ।
ਉਹ ਬੜੀ ਸੁੰਦਰ ਚਾਲ ਹੈ ਮਹਾਰਾਜ ਦੀ। ਜਿਵੇਂ ਮਹਾਰਾਜ ਜੀ ਤੁਰਦੇ ਹਨ, ਕਿਉਂਕਿ ਭਾਈ ਮਰਦਾਨਾ ਤੇ ਬਾਲਾ ਪਿੱਛੇ ਪਿੱਛੇ ਆਉਂਦੇ ਨੇ, ਉਹ ਸਾਹਮਣੇ ਦੇਖਦੇ ਨੇ ਗੁਰੂ ਨਾਨਕ ਸਾਹਿਬ ਨੂੰ ਤੁਰਦੇ ਆ। ਕਹਿੰਦੇ ਕਿ ਮਹਾਰਾਜ ਦੀ ਤੁਰਨ ਦੀ ਗੱਤ ਜਿਹੜੀ ਹੈ, ਤਰੀਕਾ ਬੜਾ ਸੋਹਣਾ ਹੈ, ਬੜਾ ਸੁੰਦਰ ਹੈ। ਕਹਿੰਦੇ ਇਸ ਤਰ੍ਹਾਂ ਜਿਹੜਾ ਹੈ ਪਦ ਪਦਵੀ ਪਰ ਪਾਏ, ਮਹਾਰਾਜ ਜਦੋਂ ਆਪਣੇ ਚਰਨ ਧਰਤੀ ਤੇ ਪਾਉਂਦੇ ਆ ਨਾ, ਕਹਿੰਦੇ ਬਹੁਤ ਸੁੰਦਰ ਲੱਗਦੇ ਨੇ। ਕਹਿਣਗੇ ਐਸੇ ਗੁਰੂ ਨਾਨਕ ਸਾਹਿਬ ਦੀ ਚਾਲ ਨੂੰ ਦੇਖ ਕੇ ਅਸੀਂ ਬਲ ਜਾਈਏ। ਮੈਂ ਪੁਨ ਮਰਦਾਨਾ ਦੋ ਸਤਿਗੁਰ ਪਿੱਛੇ ਜਾ, ਮੈਂ ਤੇ ਮਰਦਾਨਾ ਕਹਿੰਦੇ ਦੋਨੋਂ ਮਹਾਰਾਜ ਦੇ ਪਿੱਛੇ ਪਿੱਛੇ ਜਾਂਦੇ ਹਨ। ਭਾਈ ਬਾਲਾ ਜੀ ਕਹਿੰਦੇ ਚੌਪਈ ਹੇਤ ਭਗਤ ਸਰਤਾ ਵਿਸਥਾਰਨ। ਦੇਖੋ ਭਗਤੀ ਦੀ ਇੱਕ ਨਦੀ ਨੂੰ ਵਗਾਉਣ ਵਾਸਤੇ ਗੁਰੂ ਨਾਨਕ ਸਾਹਿਬ ਦੀ ਦੁਨੀਆ ਦੀ ਰਟਨ ਦੁਨੀਆ ਨੂੰ ਤਾਰਨ ਵਾਸਤੇ ਚੱਲੇ ਹਨ। ਹੁਣ ਇੱਥੇ ਇੱਕ ਦ੍ਰਿਸ਼ਟਾਂਤ ਬਣਦਾ ਹੈ, ਇਹ ਹੁਣ ਅਖੀਰਲਾ ਹੈ ਇਸ ਅਧਿਆਇ ਦਾ। ਇੱਥੇ ਇੱਕ ਦ੍ਰਿਸ਼ਟਾਂਤ ਬਣਾਇਆ ਵੀ ਗੁਰੂ ਨਾਨਕ ਸਾਹਿਬ ਜੀ ਦੁਨੀਆ ਵਿੱਚ ਕੀ ਕਰਨ ਚੱਲੇ ਹਨ। ਇੱਕ ਐਸਾ ਇੱਕ ਰੂਪਕ ਦ੍ਰਿਸ਼ਟਾਂਤ ਬਣਾਇਆ ਹੈ। ਨਾਨਕ ਰਾਏ ਜਗਤ ਨਿਸਤਾਰਨ। ਗੁਰੂ ਨਾਨਕ ਸਾਹਿਬ ਜੀ ਜਗਤ ਨੂੰ ਤਾਰਨ ਵਾਸਤੇ ਥਲ ਭਲੋ ਤੇ ਜੋ ਮਨ ਨੀਵਾ। ਕਹਿਣਗੇ ਥਲ ਥਾਂ ਉਹ ਲਿਆ ਨੀਵਾ, ਜਿਵੇਂ ਮਨ ਨੀਵਾ ਹੋਣਾ ਚਾਹੀਦਾ ਹੈ, ਮਨ ਨੀਵਾ ਉਹ ਥਲ ਲਿਆ। ਚਾਹੇ ਕੀਰਤਨ ਨੀਰ ਸਦੀਵਾ। ਤੇ ਉਹਦੇ ਵਿੱਚ ਪਾਣੀ ਕਿਹੜਾ? ਕੀਰਤਨ ਦਾ, ਪਰਮੇਸ਼ਰ ਦੇ ਜਸ ਦਾ ਪਾਣੀ ਹੈ, ਜੋ ਵਗ ਕੇ ਉਹ ਨੀਵੇਂ ਥਾਂ ਤੇ ਜਾ ਕੇ ਠਹਿਰਦਾ ਹੈ। ਨਾਮ ਸਿਫਤ ਉਠਤ ਤਰੰਗਾ। ਉਹਦੇ ਵਿੱਚ ਨਾਮ ਦੀਆਂ ਤਰੰਗਾਂ, ਨਾਮ ਦੇ ਵੇਵਸ ਉੱਠਦੇ ਨੇ ਉਸ ਕੀਰਤਨ ਦੀ ਰੂਪੀ ਨਦੀ ਦੇ ਵਿੱਚ। ਨਿਕਸਨ ਥਾਨ ਜਾ ਸਤ ਸੰਗਾ। ਕਹਿਣਗੇ ਜਿਸ ਦਾ ਸੋਮਾ, ਇਹ ਪਾਣੀ ਕਿੱਥੋਂ ਆਉਂਦਾ? ਕਹਿੰਦੇ ਸਤ ਸੰਗਤ ਤੋਂ। ਸਤ ਸੰਗਤ ਉਹ ਸੋਮਾ ਹੈ ਜਿੱਥੇ ਪਾਣੀ ਸਾਰਾ ਨਿਕਲ ਕੇ ਨਦੀ ਰੂਪ ਹੋ ਕੇ ਤੇ ਇਹਦੇ ਚ ਨਾਮ ਦੀਆਂ ਤਰੰਗਾਂ ਉੱਠ ਕਰਕੇ ਮਨ ਨੀਵੇਂ ਰੂਪੀ ਅਸਥਾਨ ਤੇ ਜਾ ਕੇ ਟਿਕਦਾ ਹੈ। ਬ੍ਰਹਮ ਅਗਿਆਨ ਅਦਕ ਦ੍ਰਿੜ ਕੂਲਾ। ਕਹਿਣਗੇ ਇਹਦੀਆਂ ਦੋ ਜਿਹੜੀਆਂ ਹਨ, ਇਹਦੇ ਕਿਨਾਰੇ ਹਨ, ਸ਼ੌ ਹਨ। ਇੱਕ ਭਰਮ ਹੈ, ਇੱਕ ਅਗਿਆਨ ਹੈ। ਕਿਉਂਕਿ ਨਦੀ ਹਮੇਸ਼ਾ ਜਦੋਂ ਚੱਲਦੀ ਆਪਣੇ ਕੰਢਿਆਂ ਨੂੰ ਤੋੜਦੀ ਹੈ, ਉਹ ਤੋੜਦੀ ਹੈ, ਜਿੰਨਾ ਪਾਣੀ ਜਾਏਗਾ ਉਨੇ ਆਪਣੇ ਕੰਢਿਆਂ ਨੂੰ ਤੋੜਦੀ ਹੈ। ਉਹ ਕੰਢੇ ਕੀ ਹਨ? ਉਹ ਸ਼ੌ ਦੋ ਪਾਸਿਆਂ ਦੇ ਜਿਹੜੇ ਬੈਂਕਸ ਹਨ, ਰਿਵਰ ਬੈਂਕਸ, ਉਹ ਕਿਹੜੇ ਹਨ? ਇੱਕ ਭਰਮ ਹੈ, ਇੱਕ ਅਗਿਆਨ ਹੈ। ਸੋ ਉਹਨਾਂ ਨੂੰ ਤੋੜਦੀ ਹੈ। ਜਿਨੈ ਨਿਕੰਦਨ ਕੋ ਅਨਕੁਬਲਾ। ਉਹਨਾਂ ਨੂੰ ਕੱਟਣ ਵਾਸਤੇ ਹੀ ਇਹ ਨਦੀ ਬਹੁਤ ਵਗਦੀ ਹੈ। ਕੀਰਤੀ ਰੂਪੀ ਨਦੀ, ਕੀਰਤਨ ਰੂਪੀ ਨਦੀ ਵਗਦੀ ਹੈ, ਨਾਮ ਰੂਪੀ ਪਾਣੀ ਦੇ ਨਾਲ ਜਿਹੜਾ ਹੈ। ਸੋ ਇਹ ਚੱਲਦੀ ਹੈ, ਭਰਮ ਤੇ ਅਗਿਆਨ ਨੂੰ ਕੱਟਦੀ ਹੈ। ਹਰੇ ਬਿਟਪ ਕਲਮਲ ਕਲ ਕਾਲਾ। ਕਹਿਣ ਲੱਗੇ ਜਿਹੜਾ ਹਨ ਕਲਯੁਗ ਦੇ ਸਮੇਂ ਦੇ ਪਾਪ ਇੱਕ ਬੂਟੇ ਨੇ ਜਾਂ ਸ਼ਰਪਸ ਨੇ, ਜਿਹੜੇ ਇਹ ਨਦੀ ਦੇ ਪਾਸੇ ਪਾਸੇ ਲੱਗੇ ਹੋਏ ਨੇ। ਤੇ ਕੀ ਹੁੰਦਾ ਜਦੋਂ ਇਹ ਨਦੀ ਦਾ ਪਾਣੀ ਚੜਦਾ ਹੈ, ਉਹਨਾਂ ਨੂੰ ਜੜਾਂ ਤੋਂ ਪੁੱਟ ਕੇ ਛੱਡ ਦਿੰਦੀ ਹੈ। ਸੋ ਇਸੇ ਤਰ੍ਹਾਂ ਹੀ ਕਹਿੰਦੇ ਜਿੰਨੇ ਵੀ ਕਲਯੁਗ ਦੇ ਜਿੰਨੇ ਵੀ ਜਿਹੜੇ ਹਨ ਪਾਪ ਨੇ, ਉਹਨਾਂ ਨੂੰ ਜੜਾਂ ਤੋਂ ਉਖਾੜ ਕੇ ਰੋੜੀ ਲਈ ਜਾਂਦਾ ਹੈ ਇਹ ਕੀਰਤਨ ਰੂਪੀ ਨਦੀ। ਮੂਲ ਉਖਾੜੈ ਬੇਗ ਬਸਾਲਾ। ਹਾਂ, ਕਹਿਣਗੇ ਬੇਗ ਵਿਸਾਲਾ, ਬਹੁਤ ਸਾਰਾ ਬੇਗ ਹੈ। ਇਹਦੇ ਜਿਹੜੀ ਕਰੰਟ ਹੈ ਬਹੁਤ ਜ਼ਿਆਦਾ ਹੈ, ਬਹੁਤ ਤੇਜ਼ੀ ਨਾਲ ਇਹ ਰਿਵਰ ਚੱਲਦੀ ਹੈ, ਜਿਹਦੇ ਅੱਗੇ ਕੁਝ ਵੀ ਨਹੀਂ ਖੜਦਾ, ਕੋਈ ਵੀ ਪਾਪ ਟਿਕ ਨਹੀਂ ਸਕਦਾ। ਸਤਿਗੁਰ ਸਿੱਖ ਜਲ ਜੰਤ ਅਪਾਰਾ। ਹੁਣ ਸਿੱਖ ਕੌਣ ਨੇ? ਕਹਿੰਦੇ ਜਿਵੇਂ ਪਾਣੀ ਵਿੱਚ ਮੱਛੀਆਂ ਹੁੰਦੀਆਂ ਨੇ, ਜੀ ਜੰਤ ਹੁੰਦੇ ਨੇ, ਉਹ ਸਾਰੇ ਸਿੱਖ ਨੇ ਜੋ ਇਹ ਕੀਰਤਨ ਦਾ ਆਨੰਦ ਮਾਣਦੇ ਹਨ। ਵਿਛੜ ਹੈ ਨਹੀਂ ਲੀਨ ਸੁਖ ਭਾਰਾ। ਕਹਿਣਗੇ ਬੜਾ ਸੁਖ ਪਾ ਰਹੇ ਨੇ ਤੇ ਉਹ ਪਾਣੀ ਤੋਂ ਵਿਛੜਨਾ ਨਹੀਂ ਚਾਹੁੰਦੇ। ਜੇ ਕੋਈ ਵਿਛੜਦਾ ਤਾਂ ਤੜਫ ਕੇ ਮਰ ਜਾਂਦਾ ਹੈ, ਜਿਵੇਂ ਮੱਛੀ ਤੜਫ ਕੇ ਮਰਦੀ ਹੈ। ਦੋਹਰਾ ਪ੍ਰੇਮ ਬੇਗ ਪਰਵਾਹੇ ਤੇ। ਦੇਖੋ ਇਹ ਜਿਹੜਾ ਹਨ ਪ੍ਰੇਮ ਦੀ ਤੀਬਰਤਾ, ਤੇ ਪ੍ਰੇਮ ਜਿਹੜਾ ਬਹੁਤ ਜ਼ਿਆਦਾ ਪ੍ਰੇਮ ਹੋਣਾ, ਕਹਿੰਦਾ ਇਹਦਾ ਬੇਗ, ਇਹਦਾ ਫਲੋ ਹੈ ਉਹ ਰਿਵਰ ਦਾ। ਮਾਇਆ ਕਾਈ ਹੀ। ਜਿਹਨੇ ਮਾਇਆ ਰੂਪੀ ਮੈਲ ਨੂੰ ਦੂਰ ਕਰ ਦਿੱਤਾ। ਹੁਣ ਦੇਖੋ ਜੇ ਪਾਣੀ ਵਿੱਚ ਮੈਲ ਵੀ ਹੋਵੇ ਨਾ, ਉਹ ਥੱਲੇ ਬਹਿ ਜਾਂਦੀ ਹੈ। ਕਹਿੰਦੇ ਇਹ ਮੈਲ ਜਿਹੜੀ ਇਹ ਮਾਇਆ ਹੈ, ਜਦੋਂ ਇਹ ਪਾਣੀ ਜਾਂਦਾ ਹੈ ਤਾਂ ਮੈਲ ਥੱਲੇ ਬੈਠੀ ਜਾਂਦੀ ਹੈ। ਪਰ ਜਿਹੜਾ ਰਿਵਰ ਬੈਡ ਦੇ ਉੱਤੇ ਸਾਰੀ ਮਾਇਆ ਆਪੇ ਟਿਕ ਜਾਂਦੀ ਹੈ। ਚਰਨ ਕਮਲ ਕੋ ਧਿਆਨ ਜੋ। ਕਹਿਣਗੇ ਚਰਨ ਕਮਲਾਂ ਦਾ ਧਿਆਨ ਜਾਂ ਕਨਸੈਂਟਰੇਸ਼ਨ ਜੋ ਗੁਰੂ ਨਾਨਕ ਦੇ ਚਰਨਾਂ ਕਮਲਾਂ ਦਾ ਹੈ। ਸੀਤਤਾ ਸੁਖਲੀਨ। ਉਹ ਪਾਣੀ ਦੀ ਠੰਡਤਾ ਹੀ ਹੈ, ਉਹ ਸੀਤਲਤਾ ਹੈ ਪਾਣੀ ਦੀ। ਜੋ ਗੁਰੂ ਨਾਨਕ ਸਾਹਿਬ ਦੇ ਚਰਨ ਕਮਲਾਂ ਦਾ ਧਿਆਨ ਹੈ, ਉਹ ਠੰਡਤਾ ਹੀ ਹੈ। ਜਿਵੇਂ ਆਪਾਂ ਪਾਣੀ 'ਚ ਜਾਂਦੇ ਵੀ ਫੀਲ ਗੁੱਡ, ਸੂਦਿੰਗ ਫੀਲਿੰਗ ਆਉਂਦਾ, ਉਹ ਹੈ ਕਿ ਉਹ ਜਿਹੜਾ ਹੈ ਸੁਖ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦਾ ਧਿਆਨ ਹੈ। ਸਹਿਜ ਸਰੂਪ ਸਿੰਧ ਸਮੋਹਾਈ। ਸੋ ਇਉਂ ਕਰਕੇ ਉਹ ਜਿਹੜਾ ਹਨ ਉਹਦੇ ਸਾਹਮਣੇ ਉਹ ਨਦੀ ਜਿਹੜਾ ਹਨ ਸਾਗਰ, ਹੁਣ ਉਹ ਨਦੀ ਨੇ ਸਾਗਰ ਵਿੱਚ ਮਿਲਣਾ ਹੈ। ਸਹਿਜ ਰੂਪੀ ਜਿਹੜੀ ਹੈ ਉਹ ਜਿਹੜਾ ਹੈ ਓਸ਼ਨ ਹੈ, ਜਿਹਦੇ ਵਿੱਚ ਜਾ ਕੇ ਇਹ ਮਿਲਦੀ ਹੈ ਨਦੀ। ਮਿਲੀ ਜਾਏ ਸਥਿਰਤਾ ਪਾਈ। ਤੇ ਇਹ ਨਦੀ ਉਦੋਂ ਤੱਕ ਤੇਜ਼ ਜਾਂਦੀ ਹੈ, ਕੀਰਤਨ ਰੂਪੀ ਨਦੀ, ਜਦੋਂ ਤੱਕ ਇਹ ਸਾਗਰ ਨੂੰ ਨਹੀਂ ਮਿਲਦੀ। ਜਦੋਂ ਸਾਗਰ ਨੂੰ ਮਿਲ ਜਾਂਦੀ ਟਿਕ ਜਾਂਦੀ ਹੈ।
ਸੋ ਇਹ ਟਿਕਣਾ ਜਿਹੜਾ ਹੈ ਇਹ ਸਹਿਜ ਹੈ, ਇਹ ਗਿਆਨ ਹੈ। ਗਿਆਨ ਦੇ ਵਿੱਚ ਜਾ ਕੇ ਮਨ ਟਿਕ ਜਾਂਦਾ ਹੈ। ਜਦੋਂ ਤੱਕ ਗਿਆਨ ਨਾ ਹੋਵੇ ਮਨ ਭਟਕਦਾ ਬਹੁਤ ਜ਼ਿਆਦਾ ਹੈ। ਜਨਮ ਮਰਨ ਕੋ ਬਹੁ ਨਾ ਫੇਰਾ। ਕਹਿਣ ਲੱਗੇ ਫਿਰ ਜਨਮ ਤੇ ਮਰਨ ਦਾ ਮੁੜ ਕੇ ਫੇਰਾ ਨਹੀਂ ਹੁੰਦਾ, ਬੰਦੇ ਦਾ ਮੁੜ ਕੇ ਜਨਮ ਮਰਨ ਨਹੀਂ ਹੁੰਦਾ। ਵੈ ਅਡੋਲ ਸੁਖ ਭਇਓ ਕਨੇਰਾ। ਤੇ ਬੰਦਾ ਅਡੋਲ ਹੋ ਜਾਂਦਾ, ਫਿਰ ਉਹ ਡੋਲਦਾ ਨਹੀਂ, ਕਿਸੇ ਕਰਕੇ ਵੀ ਉਹਨੂੰ ਡੋਲਣਾ ਉਹਦਾ ਬੰਦ ਹੋ ਜਾਂਦਾ ਹੈ ਤੇ ਬਹੁਤ ਸੁੱਖ ਉਹਨੂੰ ਮਿਲਦਾ ਹੈ, ਬਹੁਤ ਸੁੱਖ ਉਹਨੂੰ ਆਨੰਦ ਮਿਲਦਾ ਹੈ। ਕਾਲ ਕਾਮ ਕੋ ਡਰ ਨਹਿ ਜੈ ਵਹਾਂ। ਫਿਰ ਉੱਥੇ ਜਿਹੜਾ ਹਨ ਕਾਲ ਤੇ ਕਾਮ ਤੇ ਮੌਤ ਰੂਪੀ ਧੁੱਪ ਦਾ ਫਿਰ ਉੱਥੇ ਡਰ ਨਹੀਂ ਕੋਈ ਵੀ ਰਹਿੰਦਾ। ਸਰਤਾ ਸੰ ਪਹੁੰਚੇ ਤੇਵਾ। ਜੋ ਵੀ ਉਹ ਨਦੀ ਨਾਲ ਮਿਲ ਜਾਂਦਾ ਹੈ ਉਹ ਪਹੁੰਚ ਜਾਂਦਾ ਆਪਣੀ ਡੈਸਟੀਨੇਸ਼ਨ ਤੇ। ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੀਰਤਨ ਵਿੱਚ ਜੁੜ ਗਿਆ ਉਹ ਪਹੁੰਚ ਗਿਆ ਬਸ ਮੁਕਤੀ ਦੇ ਕਿਨਾਰੇ। ਐਸੀ ਸਤ ਪਰ ਤਿਆਗੀ। ਸੋ ਐਸੀ ਜਿਹੜੀ ਹੈ ਇਹ ਜਿਹੜੀ ਸਰਤਾ ਬਰ ਤਿਆਗੀ, ਐਸੀ ਨਦੀ, ਐਸਾ ਪਾਣੀ ਜਿਹੜਾ ਵੀ ਕੋਈ ਤਿਆਗਦਾ ਹੈ, ਜੋ ਗੁਰੂ ਨਾਨਕ ਨੂੰ ਕੋਈ ਛੱਡ ਕੇ ਚਲਿਆ ਜਾਂਦਾ ਹੈ, ਮਿਰਗ ਤ੍ਰਿਸ਼ਨਾ ਜਗ ਭ੍ਰਮੈ ਅਭਾਗੀ। ਫਿਰ ਉਹਨੂੰ ਸਾਰੀ ਉਮਰ ਮਿਰਾਜ ਹੀ ਮਿਰਾਜ ਦਿਸਦਾ ਹੈ। ਉਹਨੂੰ ਦਿਸਦਾ ਪਾਣੀ ਆ ਪਰ ਉਹ ਮਿਰਾਜ ਹੁੰਦਾ ਹੈ, ਉਹ ਮਿਰਗ ਤ੍ਰਿਸ਼ਨਾ ਹੁੰਦੀ ਹੈ, ਉਹ ਅਸਲ 'ਚ ਪਾਣੀ ਹੁੰਦਾ ਨਹੀਂ, ਉਹਨੂੰ ਪਾਣੀ ਦਿਸਦਾ ਹੈ। ਜਿਹੜਾ ਵੀ ਕੋਈ ਇਹ ਗੁਰੂ ਨਾਨਕ ਰੂਪੀ ਜਸ ਰੂਪੀ ਨਦੀ ਨੂੰ ਛੱਡ ਕੇ ਜਾਂਦਾ ਹੈ ਸਾਰੀ ਉਮਰ ਉਹ ਭੜਕਦਾ ਹੈ, ਉਹਨੂੰ ਦਿਸਦਾ ਤਾਂ ਹੈ ਵੀ ਪਾਣੀ ਹੈ ਪਰ ਹੁੰਦਾ ਕੁਝ ਵੀ ਨਹੀਂ ਹੈ। ਸੋ ਇਹ ਮਿਰਗ ਤ੍ਰਿਸ਼ਨਾ ਦੇ ਕਰਕੇ ਉਹ ਭਰਮ ਕੇ ਖੁਆਰ ਹੁੰਦੇ ਹਨ। ਸ੍ਰੀ ਨਾਨਕ ਸਰਤਾ ਵਿਸਥਾਰੀ। ਇਉਂ ਕਰਕੇ ਗੁਰੂ ਨਾਨਕ ਸਾਹਿਬ ਨੇ ਐਸੀ ਨਦੀ ਜਿਹੜੀ ਹੈ ਸਾਰੀ ਦੁਨੀਆ ਤੇ ਚਲਾਉਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਚੱਲੇ ਨੇ, ਐਸੀ ਨਦੀ ਦਾ ਬਹਾਰ ਕਰਨ ਵਾਸਤੇ। ਜਹਾਂ ਤਹਾਂ ਪਸਰੀ ਬਰਭਾਰੀ। ਦੇਖੋ ਸ੍ਰਿਸ਼ਟੀ ਦੇ ਵਿੱਚ ਅੱਜ ਦੇਖੋ ਗੁਰੂ ਨਾਨਕ ਸਾਹਿਬ ਦੀ ਚਲਾਈ ਹੋਈ ਜਿਹੜੇ ਹਨ ਇਹ ਸੱਚ ਦੀ ਨਦੀ, ਕੀਰਤਨ ਰੂਪ ਨਦੀ ਕਿੱਥੇ ਨਹੀਂ ਚੱਲਦੀ। ਵੱਡੇ ਭਾਗ ਤੇ ਪ੍ਰਾਪਤ ਹੋਈ। ਵੱਡੇ ਭਾਗਾਂ ਕਰਕੇ ਇਹ ਨਦੀ ਜਿਹੜੀ ਹੈ ਇਹਦਾ ਪਾਣੀ ਪ੍ਰਾਪਤ ਹੁੰਦਾ ਹੈ। ਕਵ ਸੰਤੋਖ ਸਿੰਘ ਸਿਮਰੇ ਸੋਈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਵੀ ਉਹੀ ਗੁਰੂ ਨਾਨਕ ਦੀ ਨਦੀ ਨੂੰ ਸਿਮਰਦਾ ਹਾਂ, ਯਾਦ ਕਰਦਾ ਕਿਤੇ ਮੈਨੂੰ ਵੀ ਇੱਕ ਕਿਣਕਾ ਪ੍ਰਾਪਤ ਹੋ ਜਾਵੇ। ਕਵੀ ਸੰਤੋਖ ਸਿੰਘ ਜੀ ਇੱਥੇ ਸਮਾਪਤੀ ਕਰਦੇ ਨੇ ਅਰਦਾਸ ਕਰਕੇ ਕਿ ਇਹ ਨਦੀ ਦਾ ਪਾਣੀ, ਇਹ ਨਦੀ ਦਾ ਆਨੰਦ ਕਿਤੇ ਸਾਨੂੰ ਵੀ ਪ੍ਰਾਪਤ ਹੋ ਜਾਵੇ। ਸ੍ਰੀ ਨਾਨਕ ਸਰਤਾ ਵਿਸਥਾਰੀ। ਜਹਾਂ ਤਹਾਂ ਪਸਰੀ ਬਰਬਾਰੀ, ਵੱਡੇ ਭਾਗ ਤੇ ਪ੍ਰਾਪਤ ਹੋਈ। ਕਵ ਸੰਤੋਖ ਸਿੰਘ ਸਿਮਰੇ ਸੋਈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੁਰਬਾਰ ਦੇ ਤਲਵੰਡੀ ਚਲਨ ਪ੍ਰਸੰਗ ਵਰਣਨ ਨਾਮ 45 ਸਮੋ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।